ਮਨ ਜੀਤੇ ਜਗ ਜੀਤ, ਇਹੀ ਹੈ ਅੱਜ ਦੀ ਸਾਡੀ ਧਰਮ ਵਿਚਾਰ ਦਾ ਵਿਸ਼ਾ। ਮਨ ਤੇ ਗੁਰਬਾਣੀ ਨੇ ਸਾਨੂੰ ਕਾਫੀ ਸਮਝਾਇਆ ਹੈ, ਕਾਫੀ ਸੇਧ ਦਿੱਤੀ ਹੈ, ਮਨ ਨੂੰ ਕਾਫੀ ਸੰਬੋਧਿਤ ਕੀਤਾ ਹੈ, ਮਨ ਨੂੰ ਕਾਫੀ ਤਰੀਕੇ ਨਾਲ ਪਰਿਭਾਸ਼ਿਤ ਕੀਤਾ ਹੈ। ਉਹਦੇ ਵੱਖਰੇ ਵੱਖਰੇ ਨਾਂ ਦੱਸੇ ਗਏ ਨੇ। ਮਨ ਨੂੰ ਚੰਚਲ ਕਿਹਾ ਗਿਆ ਹੈ, ਮਨ ਨੂੰ ਕਿਤੇ ਬਾਂਦਰ ਤੱਕ ਵੀ ਕਿਹਾ ਗਿਆ ਹੈ। ਭਾਵ ਮਨ ਨੂੰ ਕਾਬੂ ਕਰਨਾ ਇੱਕ ਸਭ ਤੋਂ ਕਠੋਰ ਕੰਮ ਦੱਸਿਆ ਗਿਆ ਹੈ, ਪਰ ਕਾਬੂ ਕਰਨ ਦੇ ਤਰੀਕੇ ਗੁਰਬਾਣੀ ਵਿੱਚ ਬਖਸ਼ੇ ਵੀ ਗਏ ਨੇ। ਦੱਸਿਆ ਗਿਆ ਹੈ ਕਿ ਕਿਸ ਤਰ੍ਹਾਂ ਅਸੀਂ ਆਪਣੇ ਮਨ ਨੂੰ ਕਾਬੂ ਕਰਨਾ ਹੈ। ਮਨ ਨੂੰ ਕਿਸੇ ਗੁੱਸੇ, ਕਿਸੇ ਕ੍ਰੋਧ ਜਾਂ ਕਿਸੇ ਜ਼ੋਰ ਨਾਲ ਅਸੀਂ ਕਾਬੂ ਨਹੀਂ ਕਰ ਸਕਦੇ। ਗੁਰਬਾਣੀ ਵਿੱਚ ਕਿਹਾ ਗਿਆ ਹੈ, ਬੜੇ ਪਿਆਰ ਤੇ ਤਰੀਕੇ ਨਾਲ, ਬੜੇ ਸੋਹਣੇ ਤਰੀਕੇ ਨਾਲ ਅਸੀਂ ਮਨ ਨੂੰ ਸਮਝਾਉਣ ਦੀ ਕੋਸ਼ਿਸ਼ ਕਰਨੀ ਹੈ। ਮਨ ਪਿਆਰਿਆ ਜੀ ਮਿੱਤਰਾ, ਹਰ ਨਿਭੈ ਤੇਰੇ ਨਾਲੇ। ਮਨ ਨੂੰ ਬੜੇ ਪਿਆਰ ਦੇ ਆਰਾਮ ਨਾਲ ਸਮਝਾਉਣ ਦੀ ਕੋਸ਼ਿਸ਼ ਕਰਨੀ ਹੈ। ਤੇ ਇਸੇ ਤੇ ਪੂਰੀ ਤਰ੍ਹਾਂ ਧਰਮ ਵਿਚਾਰ ਕਰਨ ਵਾਸਤੇ ਮੌਜੂਦ ਨੇ ਸਾਡੇ ਨਾਲ ਬੀਬੀ ਸਤਨਾਮ ਕੌਰ ਜੀ। ਬੀਬੀ ਸਤਨਾਮ ਕੌਰ ਜੀ, ਮਨ ਸਾਨੂੰ ਕਹਿ ਸਕਨੇ ਆ ਕਿ ਅਸੀਂ ਉਹ ਸਾਨੂੰ ਦਿਸਦਾ ਨਹੀਂ ਹੈ। ਇੱਕ ਹੱਦ ਤੱਕ ਅਸੀਂ ਉਹਨੂੰ ਮਹਿਸੂਸ ਵੀ ਨਹੀਂ ਕਰ ਸਕਦੇ। ਸਭ ਤੋਂ ਪਹਿਲਾਂ ਤਾਂ ਇੱਕ ਮਨੁੱਖ ਦੇ ਮਨ ਵਿੱਚ ਜਾਂ ਮੇਰੇ ਮਨ ਵਿੱਚ ਇਹ ਸਵਾਲ ਸਭ ਤੋਂ ਪਹਿਲਾਂ ਉਪਜਦਾ ਹੈ ਕਿ ਮਨ ਆਖਿਰ ਹੈ ਕੀ ਗੁਰਮਤਿ ਦੀ ਰੋਸ਼ਨੀ ਵਿੱਚ। मुंदा संतोख सरम पत चोली, ध्यान की करे विभूत, खिंथा काल को आरी काया, जुगत झंडा परतीत, आई पंथी सगल जमाती, मन जीते जग जीत, आदेश तिसे आदेश, आद अनील अनाद अनाहत, जुग जुग एको वेश। मन जीते जग जीत, ये पावन पवित्र पंक्ति धन गुरु नानक साहब जी की उच्चारण की हुई है और सारा सिख जगत इस पंक्ति का जाप रोज ही जपजी साहब के पाठ विच करता है। इसका मतलब है कि जिस इंसान ने मन नू जित लिया है वो सारे संसार नू सहज विच ही जित सकता है। ये मन जो है यही मेन है। किसी नू अगर कोई तरक्की ते ले जाता है तो ये मन है, अगर कोई नीचे डिगदा है तो भी मन ही है। तो ये साडा मन जो है, इसका मतलब ये है कि मन जो है विचारां दा एक संग्रह है। साडे मन दे विचार जो हन, साडे एक्सपीरियंस या साडे जो कर्म होंदे हन, उन्हां दे नाल इन्हां दा बहुत संबंध है। जिवें कोई टीवी ते मार धाड़ दा प्रोग्राम देखो तो सारा दिन या रात वही विचार चलते रहते हैं। और इसी तरह ही अगर कोई संगत भी जाता है, गुरबाणी सुनता है, तो सारा दिन उस संगत दे विचों सुनिया होया जो शब्द है उसकी गुंजार करना विच रहिंदी है। तो ये है मन जो विचारां दा ही एक संग्रह है। यानी ਅਸੀਂ ਕਹਿ ਸਕਦੇ ਹਾਂ ਕਿ ਜਿਹੜਾ ਮਨ ਹੈ ਉਹ ਸਾਡੀ ਮਾਨਸਿਕ ਸਥਿਤੀ ਹੈਗੀ ਹੈ। हाँ बिल्कुल, इसनों असी कह सकते हैं कि ये कलैक्शन ऑफ थॉट्स है ਜਿਹੜੇ ਅਸੀਂ ਸਾਰਾ ਦਿਨ ਕੰਮ ਕਰਨੇ ਆ, ਜੋ ਅਸੀਂ ਸੋਚਨੇ ਆ ਆਪਣੇ ਬਾਰੇ ਵਿੱਚ, ਦੂਸਰਿਆਂ ਬਾਰੇ ਵਿੱਚ, ਉਹੀ ਸਾਡਾ ਮਨ ਹੈ। ਕਹਿਣ ਤੋਂ ਭਾਵ ਹੈ ਕਿ ਜਿਸ ਤਰ੍ਹਾਂ ਦੇ ਅਸੀਂ ਕਰਮ ਕਰਾਂਗੇ, ਜਿਸ ਤਰ੍ਹਾਂ ਦੇ ਸਾਡੇ ਵਿਵਹਾਰ ਹੋਏਗਾ, ਜਿਸ ਤਰ੍ਹਾਂ ਦਾ ਬਿਹੇਵੀਅਰ ਸਾਡਾ ਹੋਏਗਾ, ਸਾਡੇ ਮਨ ਦੀ ਅਵਸਥਾ ਉਸੇ ਤਰ੍ਹਾਂ ਦੀ ਹੋਵੇਗੀ। ਜੀ ਹਾਂ ਬਿਲਕੁਲ। ਤੇ ਅਸੀਂ ਅਗਰ ਜੇਕਰ ਅਸੀਂ ਗੱਲ ਕਰੀਏ, ਅਸੀਂ ਅੱਜ ਕਰ ਰਹੇ ਹਾਂ ਮਨ ਜੀਤੇ ਜਗਜੀਤ, ਤੇ ਮਨ ਨੂੰ ਜਿੱਤਿਆ ਜਾ ਸਕਦਾ ਹੈ ਵਾਕਈ? ਇਸ ਨੂੰ ਪਹਿਲਾਂ ਤੇ ਅਸੀਂ ਮਨ ਦੇ ਜੋ ਮਨ ਰੂਪੀ ਟੀਵੀ ਹੈ ਇੱਕ ਤਰ੍ਹਾਂ ਦੀ, ਇਹ ਮਨ ਰੂਪੀ ਟੀਵੀ ਜੋ ਹੈ 24 ਘੰਟੇ ਚਲਦੀ ਰਹਿੰਦੀ ਹੈ, ਵਿਚਾਰਾਂ ਦੀ ਟੀਵੀ। ਇਸ ਨੂੰ ਪਹਿਲੇ ਅਸੀਂ ਦੇਖਣਾ ਹੈ ਕਿ ਮਨ ਨੂੰ ਅਸੀਂ ਕਿਸ ਤਰ੍ਹਾਂ ਦੇਖਣਾ ਹੈ। ਔਰ ਇਹ ਸਾਡੇ ਮਨ ਦੀ ਜੋ ਟੀਵੀ ਹੈ 24 ਘੰਟੇ ਚਲਦੀ ਰਹਿੰਦੀ ਹੈ, ਰਾਤ ਦਿਨ ਚਲਦੀ ਰਹਿੰਦੀ ਹੈ। ਜਦੋਂ ਅਸੀਂ ਪੈਦਾ ਹੁੰਦੇ ਹਾਂ ਤਦੋਂ ਤੋਂ ਸਟਾਰਟ ਹੁੰਦੀ ਹੈ, ਮਰਨ ਤੱਕ ਚਲਦੀ ਹੈ। तो इसनों असी किस तरह देखना है, इस दे वास्ते दर्शकों नू असी निवेदन करांगे 10-15 सेकंड वास्ते अखां बंद करन और अखां बंद करके सारियां ने अपने मन नू बड़े ध्यान दे नाल देखना है कि इस दे विच किहड़े-किहड़े विचार चल रहे हैं, इस दे विच की खेल तमाशा हो रहा है, यह मन सानू किस तरह दे नाटक दिखा रहा है। इसनों असी बड़े ध्यान दे नाल देखना है
ਔਰ ਦੇਖਣ ਦੇ ਬਾਅਦ ਅਸੀਂ ਇਹਨੂੰ ਕੈਟੇਗਰਾਈਜ਼ ਕਰਨਾ ਹੈ ਕਿ ਸਾਡੇ ਜੋ ਵਿਚਾਰ ਹਨ ਉਹ ਕਿਸ ਤਰ੍ਹਾਂ ਦੇ ਹਨ, ਅੱਛੇ ਵਿਚਾਰ ਹਨ ਜਾਂ ਬੁਰੇ ਵਿਚਾਰ ਹਨ। ਤੋ ਇਸ ਤਰ੍ਹਾਂ ਦੇਖਣ ਦੇ ਨਾਲ ਸਾਨੂੰ ਪਤਾ ਲੱਗਦਾ ਹੈ ਕਿ ਸਾਡੇ ਮਨ ਦੇ ਵਿੱਚ ਕੀ ਚੱਲ ਰਿਹਾ ਹੈ, ਔਰ ਇਹ ਬੜਾ ਹੀ ਪਾਵਰਫੁਲ ਤਰੀਕਾ ਹੈ। ਜਿਸ ਤਰ੍ਹਾਂ ਮੈਂ ਪਹਿਲਾਂ ਇਹ ਦੱਸਾਂਗੀ ਕਿ ਮੇਰੇ ਮਨ ਵਿੱਚ ਜੋ ਵਿਚਾਰ ਆਏ ਉਹ ਮੈਂ ਆਪ ਜੀ ਨੂੰ ਦੱਸਾਂਗੀ। ਤੋ ਮੇਰੇ ਮਨ ਵਿੱਚ ਇਹ ਵਿਚਾਰ ਆਇਆ ਕਿ ਬੰਬਈ ਦੀਆਂ ਸੜਕਾਂ ਬੜੀਆਂ ਖਰਾਬ ਹਨ। ਫਿਰ ਇਹ ਵੀ ਵਿਚਾਰ ਆਇਆ ਕਿ ਮੈਂ ਡਾਕਟਰ ਕੋਲ ਜਾਣਾ ਹੈ ਆਪਰੇਸ਼ਨ ਕਰਨ ਵਾਸਤੇ, ਪਤਾ ਨਹੀਂ ਡਾਕਟਰ ਕਾਬਲ ਵੀ ਹੈ ਕਿ ਨਹੀਂ। ਤੋ ਇਸ ਤਰ੍ਹਾਂ ਦੇ ਜੋ ਵਿਚਾਰ ਸਾਡੇ ਮਨ ਵਿੱਚ ਆਉਂਦੇ ਹਨ ਉਹ ਨੈਗੇਟਿਵ ਵਿਚਾਰ ਜ਼ਿਆਦਾ ਆਉਂਦੇ ਹਨ। ਔਰ ਆਪ ਵੀ ਮਹਿਸੂਸ ਕਰੋਗੇ, ਆਪ ਸਾਰਿਆਂ ਨੂੰ ਇਹੋ ਜਿਹੇ ਵਿਚਾਰ ਆਉਂਦੇ ਹੋਣਗੇ। ਨੈਗੇਟਿਵ ਦਾ ਮਤਲਬ ਹੈ ਜਿਹੜੇ ਕਿ ਪੋਜ਼ਿਟਿਵ ਨਹੀਂ ਹਨ ਔਰ ਜਿਨ੍ਹਾਂ ਦੇ ਨਾਲ ਸਾਨੂੰ ਬੜਾ ਨੁਕਸਾਨ ਹੁੰਦਾ ਹੈ। ਤੋ ਇਹ ਸਾਡੇ ਮਨ ਦੇ ਜੋ ਨੈਗੇਟਿਵ ਵਿਚਾਰ ਹਨ, ਇਹਨਾਂ ਦੇ ਨਾਲ ਸਾਨੂੰ ਆਪ ਨੂੰ ਪਹਿਲਾਂ ਸਭ ਤੋਂ ਬੜੀ ਤਕਲੀਫ ਹੁੰਦੀ ਹੈ। ਅਸੀਂ ਇਹਨੂੰ ਹੁਣ ਇਹ ਦੇਖਣਾ ਹੈ ਕਿ ਨੈਗੇਟਿਵ ਵਿਚਾਰ ਕਿਸ ਤਰ੍ਹਾਂ ਦੇ ਹਨ ਔਰ ਕਿੰਨੇ ਪ੍ਰਕਾਰ ਦੇ ਹਨ। ਸਭ ਤੋਂ ਪਹਿਲਾਂ ਇਹ ਜੋ ਨੈਗੇਟਿਵ ਵਿਚਾਰ ਹਨ ਉਹ ਅਸੀਂ ਆਪਣੇ ਬਾਰੇ ਵਿੱਚ ਸੋਚਨੇ ਆ, ਬਹੁਤ ਖਰਾਬ ਸੋਚਨੇ ਆ। ਕਿਸ ਤਰ੍ਹਾਂ ਕਦੇ ਕਦੇ ਕੋਈ ਬੱਚਾ ਸੋਚਦਾ ਹੈ ਮੈਂ ਸੁੰਦਰ ਨਹੀਂ ਹਾਂ, ਕੋਈ ਬੱਚਾ ਸੋਚਦਾ ਹੈ ਮੇਰੀ ਹਾਈਟ ਘੱਟ ਹੈ, ਕੋਈ ਕਹਿੰਦਾ ਹੈ ਮੈਨੂੰ ਤੇ ਲਾਈਫ ਵਿੱਚ ਕੁਝ ਇੰਜੋਏ ਕਰਨ ਨੂੰ ਨਹੀਂ ਮਿਲਿਆ। यानी 10 वस्तु ले पाछे पाए, एक वस्त कारण बेखोट गवाए। यानी जो कुछ मिलिया है ओदे वास्ते कोई खुशी नहीं, कोई शुक्राना नहीं, पर जो एक चीज नहीं मिली ओदे वास्ते इंसान तड़फदा है, कुरलांदा है। ये हन अपने बारे विच नेगेटिव विचार। यानी ਅਸੀਂ ਇੱਕ ਸਾਡੇ ਕੋਲ ਕੋਈ ਚੀਜ਼ ਨਹੀਂ ਤਾਂ ਉਸ ਵਜ੍ਹਾ ਨਾਲ ਆਪਣੀ ਆਪਣੇ ਗੁਣਾਂ ਨੂੰ ਨਹੀਂ ਪਛਾਣ ਪਾਉਂਦੇ। ਬਿਲਕੁਲ ਨਹੀਂ ਪਛਾਣਦੇ, ਕਿਉਂਕਿ ਜਿਹੜੀ ਚੀਜ਼ ਸਾਨੂੰ ਨਹੀਂ ਮਿਲੀ ਉਹਦੀ ਘਾਟ ਹੀ ਸਾਨੂੰ ਦਿਨ ਰਾਤ ਕਚੋਟਦੀ ਰਹਿੰਦੀ ਹੈ। ਹਾਏ ਮੇਰੇ ਕੋਲ ਇਹ ਨਹੀਂ ਹੈ। ਉਹਦੇ ਬਦਲੇ ਅਗਰ ਇਹ ਦੇਖੇ ਕਿ ਮੈਨੂੰ ਇਤਨਾ ਕੁਛ ਦਿੱਤਾ ਹੈ ਵਾਹਿਗੁਰੂ ਜੀ ਨੇ, ਤੇ ਫਿਰ ਆਦਮੀ ਖੁਸ਼ ਰਹੇਗਾ। ਫਿਰ ਸ਼ੁਕਰਾਨੇ ਦੀ ਭਾਵਨਾ ਤੋਂ ਅਸੀਂ ਪਿੱਛੇ ਹੋ ਜਾਂਦੇ ਹਾਂ। ਬਿਲਕੁਲ। ਤੇ ਅਸੀਂ ਅਗਰ ਦੇਖੀਏ ਤੇ ਤੁਸੀਂ ਇਸ ਤਰ੍ਹਾਂ ਕਿਹਾ ਕਿ ਸਾਡੇ ਵਿੱਚ ਮਨ ਵਿੱਚ ਨੈਗੇਟਿਵ ਥਾਟਸ ਜਾਂ ਨੈਗੇਟਿਵ ਵਿਚਾਰ ਸਾਡੇ ਵੱਲ ਉਤਪੰਨ ਹੁੰਦੇ ਨੇ, ਤੇ ਕੀ ਪੋਜ਼ਿਟਿਵ ਵਿਚਾਰ ਉਤਪੰਨ ਹੁੰਦੇ ਹੀ ਨਹੀਂ ਮਨ ਵਿੱਚ? ਉਹਨਾਂ ਨੂੰ ਅਸੀਂ ਆਪਣੇ ਮਨ ਨੂੰ ਟ੍ਰੇਨਿੰਗ ਦੇਣੀ ਹੈ। ਤਾਂ ਇਸ ਤੋਂ ਪਹਿਲਾਂ ਥੋੜਾ ਨੈਗੇਟਿਵ ਵਿਚਾਰਾਂ ਨੂੰ ਹੋਰ ਜ਼ਿਆਦਾ ਅੱਛੀ ਤਰ੍ਹਾਂ ਸਮਝ ਲਈਏ ਕਿ ਅੱਜ ਦਾ ਜਿਹੜਾ ਬੱਚਾ ਹੈ, ਹਾਲਾਂਕਿ ਮਾਤਾ ਪਿਤਾ ਉਹਨੂੰ ਸੁੱਖ ਦੇਣ ਦੀ ਬੜੀ ਕੋਸ਼ਿਸ਼ ਕਰਦੇ ਹਨ, ਉਹਦੇ ਬਾਵਜੂਦ ਬੱਚੇ ਸਥਿਰ ਨਹੀਂ ਹਨ, ਖੁਸ਼ ਨਹੀਂ ਹਨ, ਅਨਹੈਪੀ ਹਨ। ਤਾਂ ਉਹਦੇ ਥੋੜੇ ਜਿਹੇ ਕਾਰਨ ਅਸੀਂ ਦੇਖ ਲਈਏ। ਮੋਸਟਲੀ ਤੇ ਕਾਰਨ ਨੈਗੇਟਿਵ ਥਾਟਸ ਹੀ ਹਨ। ਤਾਂ ਹੁਣੇ ਮੈਂ ਆਪ ਜੀ ਨੂੰ ਦੱਸਿਆ ਹੈ ਕਿ ਆਪਣੇ ਬਾਰੇ ਵਿੱਚ ਨੈਗੇਟਿਵ ਥਾਟਸ, ਇਹਦੇ ਬਾਅਦ ਦੂਸਰਿਆਂ ਦੇ ਬਾਰੇ ਵਿੱਚ ਨੈਗੇਟਿਵ ਥਾਟਸ ਅਕਸਰ ਸਾਡੇ ਵਿੱਚ ਆਉਂਦੇ ਹਨ। ਤਾਂ ਅਸੀਂ ਕਹਿੰਦੇ ਆ, ਬੱਚੇ ਕਹਿੰਦੇ ਨੇ ਮੇਰੀ ਟੀਚਰ ਬੜੀ ਪਾਰਸ਼ਲ ਹੈ। ਦੂਸਰਾ ਬੱਚਾ ਕਹਿੰਦਾ ਮੈਨੂੰ ਤੇ ਮੈਥਸ ਕਰਨਾ ਬਿਲਕੁਲ ਪਸੰਦ ਨਹੀਂ ਹੈ। ਤੀਸਰਾ ਕਹਿੰਦਾ ਮੇਰੇ ਸਾਰੇ ਦੋਸਤ ਕਾਰ ਵਿੱਚ ਘੁੰਮਦੇ ਨੇ, ਮੇਰੇ ਡੈਡੀ ਕੋਲ ਮੋਟਰਸਾਈਕਲ ਵੀ ਨਹੀਂ ਹੈ। ਤੋ ਇਸ ਤਰ੍ਹਾਂ ਦੇ ਦੂਸਰਿਆਂ ਦੇ ਬਾਰੇ ਵਿੱਚ ਵਿਚਾਰ ਆਉਂਦੇ ਹਨ। ਜਾਂ ਅਕਸਰ ਬੱਚੇ ਕਹਿੰਦੇ ਨੇ ਮੇਰੀ ਮੰਮੀ ਮੇਰੇ ਭਰਾ ਨੂੰ ਬਹੁਤਾ ਪਿਆਰ ਕਰਦੀ ਹੈ, ਮੈਨੂੰ ਬਿਲਕੁਲ ਇਗਨੋਰ ਕਰਦੀ ਹੈ। ਤੋ ਇਹ ਦੂਸਰਿਆਂ ਦੇ ਬਾਰੇ ਵਿੱਚ ਨੈਗੇਟਿਵ ਵਿਚਾਰ ਨੇ ਜਿਹੜੇ ਇਨਸਾਨ ਨੂੰ ਹਮੇਸ਼ਾ ਦੁਖੀ ਰੱਖਦੇ ਹਨ। ਯਾਨੀ ਈਰਖਾ ਹੋ ਗਈ ਜਾਂ ਅਸੀਂ ਲੋਭ ਕਹਿ ਲਈਏ। ਕਰੈਕਟ। ਉਸ ਦੇ ਬਾਅਦ ਹੋਰ ਅੱਗੇ ਜਾਈਏ ਥੋੜਾ ਜਿਹਾ, ਅਸੀਂ ਰੱਬ ਦੇ ਬਾਰੇ ਵਿੱਚ ਵੀ ਨੈਗੇਟਿਵ ਵਿਚਾਰ ਰੱਖਦੇ ਹਾਂ ਕਿ ਰੱਬ ਨੇ ਮੇਰੇ ਵਾਸਤੇ ਕੀ ਕੀਤਾ ਹੈ। ਈਸ਼ਵਰ ਨੇ ਮੇਰੇ ਨਾਲ ਨਿਆਂ ਨਹੀਂ ਕੀਤਾ। ਮੈਂ 40 ਦਿਨ ਸੁਖਮਨੀ ਸਾਹਿਬ ਦੇ ਪਾਠ ਕੀਤੇ ਪਰ ਮੇਰੀ ਇੱਛਾ ਪੂਰੀ ਨਹੀਂ ਹੋਈ। ਪਤਾ ਨਹੀਂ ਰੱਬ ਨੇ ਮੇਰੇ ਨਾਲ ਇਸ ਤਰ੍ਹਾਂ ਕਿਉਂ ਕੀਤਾ ਹੈ। ਤੋ ਇਸ ਤਰ੍ਹਾਂ ਦੇ ਵਿਚਾਰ ਰੱਬ ਦੇ ਨਾਲ ਵੀ ਅਸੀਂ ਰੱਖਦੇ ਹਾਂ। ਤੋ ਇਹ ਤਿੰਨ ਤਰ੍ਹਾਂ ਦੇ ਜੋ ਨੈਗੇਟਿਵ ਵਿਚਾਰ ਹਨ, ਇਸ ਨੂੰ ਅਗਰ ਹਰ ਇਨਸਾਨ ਸਮਝ ਲਏ ਤੇ ਖੁਸ਼ੀਆਂ ਆਪਣੇ ਆਪ ਦੌੜ ਕੇ ਆਣਗੀਆਂ। ਉਥੇ ਦੁੱਖਾਂ ਦਾ ਕੋਈ ਕਾਰਨ ਹੀ ਨਹੀਂ ਹੈ। ਤੋ ਪਹਿਲਾਂ ਇਹਨੂੰ ਮੈਂ ਥੋੜਾ ਜਿਹਾ ਰਿਪੀਟ ਕਰਾਂਗੀ। ਪਹਿਲਾਂ ਅਸੀਂ ਆਪਣੇ ਬਾਰੇ ਵਿੱਚ ਬੁਰੇ ਵਿਚਾਰ ਰੱਖਨੇ ਆ, ਨੈਗੇਟਿਵ ਵਿਚਾਰ ਰੱਖਨੇ ਹਾਂ, ਉਹਦੇ ਨਾਲ ਹਮੇਸ਼ਾ ਦੁਖੀ ਰਹਿੰਦੇ ਆ, ਕੁੱਟਦੇ ਰਹਿੰਦੇ ਆ, ਸੜਦੇ ਰਹਿੰਦੇ ਆ। ਸੰਸਾਰ ਦੇ ਇਤਨੇ ਸੁੱਖ ਸਾਨੂੰ ਮਿਲੇ ਨੇ ਔਰ ਅਸੀਂ ਉਹਨਾਂ ਸੁੱਖਾਂ ਦਾ ਫਾਇਦਾ ਵੀ ਨਹੀਂ ਉਠਾ ਸਕਦੇ। ਉਸ ਦੇ ਬਾਅਦ ਅਸੀਂ ਦੂਸਰਿਆਂ ਦੇ ਬਾਰੇ ਵਿੱਚ ਨੈਗੇਟਿਵ ਵਿਚਾਰ ਰੱਖਨੇ ਆ। ਇਹ ਸਾਡੇ ਮਨ ਨੂੰ ਆਦਤ ਹੋ ਗਈ ਹੈ ਦੂਸਰਿਆਂ ਦੇ ਬਾਰੇ 'ਚ ਬੁਰਾ ਬੋਲਣਾ। ਇਸ ਦੇ ਬਾਅਦ ਇੱਕ ਹੋਰ ਤੀਸਰੀ ਗੱਲ ਜੋ ਅਸੀਂ ਸੋਚੀ ਹੈ, ਈਸ਼ਵਰ ਦੇ ਬਾਰੇ ਵਿੱਚ ਨੈਗੇਟਿਵ ਵਿਚਾਰ। ਯਾਨੀ ਰੱਬ ਨੇ ਇੰਨੀਆਂ ਦਾਤਾਂ ਦਿੱਤੀਆਂ ਨੇ, ਅਗਰ ਇਨਸਾਨ ਥੋੜਾ ਜਿਹਾ ਗ੍ਰੇਟਫੁਲ ਹੋਵੇ ਤੇ ਇਨਸਾਨ ਦਾ ਜੋ ਸਰੀਰ ਹੈ ਉਹ ਸਭ ਤੋਂ ਵੱਡੀ ਗਿਫਟ ਹੈ ਰੱਬ ਦੀ, ਬਾਕੀ ਚੀਜ਼ਾਂ ਦੇ ਬਾਅਦ ਵਿੱਚ।
जिवें कुछ लोग समझाते ने महापुरुष कि जो शरीर है इतना ही इंपॉर्टेंट है, ਇਹਦਾ एक अंगूठा अगर इसनों एक दिन छुट्टी दे दईए, चल तेरी आज छुट्टी है, बिना अंगूठे दे साडा हाथ कोई काम नहीं कर सकता। आप सारे ट्राई करके देख सकते हो, है ना सब तो वड्डी गिफ्ट रब दी। फिर बाकी गिफ्टां ते बाद विच आंदियां ने। तो ये तीन तरह के जो नैगेटिव थॉट्स सन ये साडे मन विच हमेशा आंदे हन। और क्यों आंदे हन? क्योंकि साइंस ने प्रूव किया है कि एक दिन दे विच साडे मन दे विच 50,000 थॉट्स चलते हैं। 50,000 तो 60,000। ਹੁਣ ਜਿਸ ਇਨਸਾਨ ਦੇ ਅੰਦਰ 50,000 ਵਿਚਾਰ ਚੱਲ ਰਹੇ ਹਨ, ਉਹ ਚੰਗੇ ਵੀ ਹਨ, ਮੰਦੇ ਵੀ ਹਨ, ਸਾਰਾ ਦਿਨ ਵਿਚਾਰ ਚੱਲਦੇ ਰਹਿੰਦੇ ਹਨ। ਪਰ ਜੇਕਰ ਅਸੀਂ ਆਪਣੇ, ਜੇ ਤੁਸੀਂ ਗੱਲ ਕਰ ਰਹੇ ਹੋ ਵਿਚਾਰਾਂ ਦੀ ਕਿ 네ਗੇਟਿਵ ਥਾਟ ਸਾਡੇ ਵੱਲ ਆ ਰਹੇ ਨੇ, ਤਾਂ ਇਹ ਸਾਡੇ ਸਿਰਫ ਤੁਸੀਂ ਜਿਸ ਤਰ੍ਹਾਂ ਗੱਲ ਕੀਤੀ ਇਹ ਸਾਡੇ ਬਿਹੇਵੀਅਰ ਨਾਲ ਰਿਲੇਟਡ ਹੋ ਰਹੇ ਨੇ। ਤੇ ਇਹ ਵੀ ਗੱਲ ਹੈ ਕਿ ਬਾਹਰ ਦੇ ਅਸੀਂ ਦੂਜਿਆਂ ਦੇ ਬਿਹੇਵੀਅਰ ਹੈ, ਦੂਜਿਆਂ ਦੀ ਹਰਕਤਾਂ ਨਾਲ ਵੀ ਸਾਡੇ ਵੱਲ ਥਾਟਸ ਆਉਂਦੇ ਨੇ। ਪਰ ਇਹਨਾਂ ਥਾਟਸ 네ਗੇਟਿਵ ਜਿਹੜੇ ਵਿਚਾਰ ਹੈਗੇ ਹਨ ਉਹਦੇ ਵਿੱਚ ਪੋਜ਼ਿਟਿਵਿਟੀ ਦੀ ਕੋਈ ਵੀ ਕਿਰਨ ਨਹੀਂ ਹੋ ਸਕਦੀ। ਹਾਂ ਹੋ ਸਕਦੀ ਹੈ, ਆਸ਼ਾ ਤੇ ਰੱਖਣੀ ਚਾਹੀਦੀ ਹੈ। ਇਹ ਸਾਰੇ ਇੱਥੋਂ ਇਹ ਸਮਝਣ ਦੀ ਕੋਸ਼ਿਸ਼ ਕਰਨੀ ਹੈ ਪਹਿਲਾਂ ਕਿ ਇਹ ਜੋ 네ਗੇਟਿਵ ਵਿਚਾਰ ਹਨ ਇਹਨਾਂ ਦਾ ਸਭ ਤੋਂ ਜ਼ਿਆਦਾ ਨੁਕਸਾਨ ਸਾਨੂੰ ਆਪਣੋ ਹੈ। ਦੂਸਰੇ ਨੂੰ ਹੋਏ ਜਾਂ ਨਾ ਹੋਏ, ਲੇਕਿਨ ਸਾਡੇ ਪਰਸਨੈਲਿਟੀ ਨੂੰ, ਸਾਡੀ ਸਿਹਤ ਨੂੰ, ਸਾਡੇ ਕੈਰੀਅਰ ਨੂੰ, ਸਾਡੀ ਡਿਵੈਲਪਮੈਂਟ ਨੂੰ ਬਹੁਤ ਨੁਕਸਾਨ ਹੁੰਦਾ ਹੈ ਇਹ 네ਗੇਟਿਵ ਵਿਚਾਰਾਂ ਦੇ ਨਾਲ। ਉਹਦੇ ਤੇ ਥੋੜਾ ਜਿਹਾ ਅਸੀਂ ਦੇਖਾਂਗੇ ਕਿ ਜਦੋਂ ਸਾਡੇ ਮਨ ਵਿੱਚ 네ਗੇਟਿਵ ਵਿਚਾਰ ਹੁੰਦੇ ਹਨ ਉਸ ਦਾ ਸਭ ਤੋਂ ਵੱਡਾ ਨੁਕਸਾਨ ਹੈ ਅਸੀਂ ਦੁਖੀ ਰਹਿੰਦੇ ਹਾਂ। ਕਿਤਨੇ ਵੀ ਅੱਛੇ ਸਾਧਨ ਹਨ, ਭਾਵੇਂ ਕਾਰਾਂ ਵਿੱਚ ਘੁੰਮਦੇ ਹਾਂ, ਏਸੀ 'ਚ ਬੈਠਦੇ ਹਾਂ, ਪਰ ਮਨ ਦੁਖੀ ਰਹਿੰਦਾ ਹੈ, ਕਲਪਦਾ ਰਹਿੰਦਾ ਹੈ, ਛੋਟੀਆਂ-ਛੋਟੀਆਂ ਗੱਲਾਂ ਤੋਂ ਗੁੱਸਾ ਆ ਜਾਂਦਾ ਹੈ। ਕਿਸੇ ਨੂੰ ਅਸੀਂ ਹਰ ਇੱਕ ਨੂੰ ਅਸੀਂ ਗੁੱਸੇ ਨਾਲ ਹੀ ਦੇਖਨੇ ਆ ਜਾਂ ਕਿਸੇ ਨੂੰ ਟੋਲਰੇਟ ਨਹੀਂ ਕਰ ਸਕਦੇ। ਅਸੀਂ ਛੋਟੀਆਂ-ਛੋਟੀਆਂ ਗਲਤੀਆਂ ਤੇ ਅਸੀਂ ਇੰਪੇਸ਼ੈਂਟ ਹੋ ਜਾਂਦੇ ਆ। ਦੂਸਰਾ, ਸਾਡੀ ਤਾਕਤ ਘਟ ਜਾਂਦੀ ਹੈ। ਸਾਡੇ ਅੰਦਰ ਜੋ ਈਸ਼ਵਰ ਨੇ ਤਾਕਤ ਭਰੀ ਹੋਈ ਹੈ, ਡਿਵਾਈਨ ਪਾਵਰ, ਉਹ ਘਟ ਜਾਂਦੀ ਹੈ। ਉਸ ਦੇ ਬਾਅਦ ਸਾਡਾ ਜੋ ਸਰੀਰ ਹੈ ਇਸ ਨੂੰ ਸਭ ਤੋਂ ਜ਼ਿਆਦਾ ਇਫੈਕਟ ਆਉਂਦਾ ਹੈ। ਸਰੀਰ ਰੋਗੀ ਹੋ ਜਾਂਦਾ ਹੈ 네ਗੇਟਿਵ ਥਾਟ ਦੇ ਇਫੈਕਟ ਨਾਲ। ਅੱਜ ਕੱਲ ਦੇਖੋ ਕਿੰਨੀਆਂ ਬਿਮਾਰੀਆਂ ਹਨ ਸੰਸਾਰ ਵਿੱਚ। ਹਾਰਟ ਪ੍ਰੋਬਲਮ ਹੈ, ਕਿਡਨੀ ਪ੍ਰੋਬਲਮ ਹੈ, ਡਾਇਬਟੀਜ਼ ਹੈ, ਬਲੱਡ ਪ੍ਰੈਸ਼ਰ ਹੈ, ਕਿੰਨੀਆਂ ਬੇਅੰਤ ਬਿਮਾਰੀਆਂ ਹਨ। ਇਹਨਾਂ ਦਾ ਮੂਲ ਕਾਰਨ 네ਗੇਟਿਵ ਥਾਟਸ। ਜਿੰਨੀਆਂ ਜ਼ਿਆਦਾ ਸਟਰੋਂਗ 네ਗੇਟਿਵ ਥਾਟ ਸਾਡੇ ਮਨ ਵਿੱਚ ਹਨ ਉਤਨੀਆਂ ਹੀ ਭਿਆਨਕ ਬਿਮਾਰੀਆਂ ਦਾ ਅਸੀਂ ਸ਼ਿਕਾਰ ਹੁੰਦੇ ਹਾਂ। ਇਹ ਸਾਇੰਸ ਨੇ ਵੀ ਪ੍ਰੂਵ ਕੀਤਾ ਹੈ, ਆਪ ਸਾਰੇ ਜਾਣਦੇ ਹੋ, ਕੋਈ ਨਵੀਂ ਗੱਲ ਨਹੀਂ ਹੈ। ਅਸੀਂ ਸਿਰਫ ਰਿਵਾਈਜ਼ ਕਰ ਰਹੇ ਹਾਂ ਕਿ 네ਗੇਟਿਵ ਥਾਟਸ ਕਿਤਨੇ ਖਤਰਨਾਕ ਹਨ ਸਾਡੇ ਵਾਸਤੇ। ਸਭ ਤੋਂ ਜ਼ਿਆਦਾ ਸਾਡਾ ਸਰੀਰ ਖਰਾਬ ਕਰਦੇ ਹਨ, ਸਾਡੇ ਮਨ ਨੂੰ ਖਰਾਬ ਕਰਦੇ ਹਨ। ਸਾਡੇ ਮਨ ਦਾ ਬੈਲੈਂਸ ਨਹੀਂ ਰਹਿੰਦਾ, ਸਾਨੂੰ ਯਾਦ ਨਹੀਂ ਰਹਿੰਦਾ। ਅੱਜ ਬੱਚੇ ਪੜ੍ਹਾਈ ਨਹੀਂ ਕਰ ਸਕਦੇ ਕਿਉਂਕਿ ਬੱਚਿਆਂ ਦਾ ਐਟਮੋਸਫੀਅਰ ਹੀ ਇਹੋ ਜਿਹਾ ਹੈ, ਪੜ੍ਹਾਈ ਕਰ ਨਹੀਂ ਸਕਦੇ, ਭੁੱਲ ਜਾਂਦਾ ਉਹਨਾਂ ਨੂੰ। तो ये है, ये जो समझ आ जाएगी कि सानू 네ਗੇਟਿਵ थॉट ਦੇ इतने नुकसान हैं, फिर जो समझ आएगी तो फिर ਅਸੀਂ कोशिश करांगे ਉਹਨਾਂ ਤੋਂ ਬਚਣ ਦੀ, जिस तरह आप जी ने पूछा है। जिस तरह की मतलब ਤੁਸੀਂ ਜਿਸ ਤਰ੍ਹਾਂ ਕਿਹਾ ਕਿ ਜਿਹੜੇ 네ਗੇਟਿਵ ਥਾਟਸ ਨੇ ਉਹ ਹੀ ਹਮੇਸ਼ਾ ਮਨੁੱਖ ਨੂੰ ਘੇਰੇ ਰਹਿੰਦੇ ਨੇ। ਮਨੁੱਖ ਪੋਜ਼ਿਟਿਵਿਟੀ ਵੱਲ, ਪੋਜ਼ਿਟਿਵ ਵਿਚਾਰਾਂ ਵੱਲ ਧਿਆਨ ਨਹੀਂ ਦੇ ਪਾਉਂਦਾ। ਚੰਗਿਆਈ ਦੁਨੀਆ ਦੀ ਪਸੰਦ ਹੀ ਨਹੀਂ ਆਉਂਦੀ, ਚੰਗਿਆਈ ਪਰਮਾਤਮਾ ਦੀ ਵੀ ਪਸੰਦ ਨਹੀਂ ਆਉਂਦੀ। ਸਿਰਫ 네ਗੇਟਿਵਿਟੀ ਯਾਨੀ ਬੁਰੇ ਵਿਚਾਰ ਹੀ ਸਾਡੇ ਦਿਮਾਗ ਵਿੱਚ ਹਮੇਸ਼ਾ ਘੁੰਮਦੇ ਰਹਿੰਦੇ ਨੇ ਤੇ ਆਸ-ਪਾਸ ਵੀ ਸਾਨੂੰ ਕੁਝ ਚੰਗਾ ਨਹੀਂ ਲੱਗਦਾ। ਅਸੀਂ ਇਸੇ ਮਨ ਦੇ ਇਸੇ ਸਥਿਤੀ ਤੇ ਅੱਗੇ ਵੀ ਆਪਣੀ ਵਿਚਾਰ ਜਾਰੀ ਰੱਖਾਂਗੇ। ਇੱਥੇ ਇੱਕ ਛੋਟੇ ਜਿਹੇ ਬ੍ਰੇਕ ਵਾਸਤੇ ਰੁਕਨੇ ਆ ਤੇ ਬ੍ਰੇਕ ਤੋਂ ਬਾਅਦ ਜਲਦ ਵਾਪਸ ਆਨੇ ਆ ਜੀ। ਬ੍ਰੇਕ ਤੋਂ ਬਾਅਦ ਆਪ ਜੀ ਦਾ ਮੁੜ ਸਵਾਗਤ ਹੈ। ਅੱਜ ਅਸੀਂ ਵਿਚਾਰ ਕਰ ਰਹੇ ਹਾਂ ਮਨ ਦੀ ਸਥਿਤੀ ਬਾਰੇ। ਮਨ ਦੀ ਸਥਿਤੀ ਕੀ ਹੁੰਦੀ ਹੈ, ਮਨ ਕਿਨ ਵਿਕਾਰਾਂ, ਕਿਨ ਬੁਰਾਈਆਂ ਨਾਲ ਘਿਰਿਆ ਰਹਿੰਦਾ ਹੈ ਤੇ ਉਸ ਤੋਂ ਬਾਅਦ ਉਸ ਮਨ ਨੂੰ ਕਿਸ ਤਰ੍ਹਾਂ ਉਭਾਰਿਆ ਜਾ ਸਕਦਾ ਹੈ ਇਹਨਾਂ ਬੁਰਾਈਆਂ ਤੋਂ, ਇਸੇ ਤੇ ਅਸੀਂ ਵਿਚਾਰ ਕਰ ਰਹੇ ਹਾਂ। ਜਿਸ ਤਰ੍ਹਾਂ ਕਿ ਬ੍ਰੇਕ ਤੋਂ ਜਾਣ ਤੋਂ ਪਹਿਲਾਂ ਸਤਨਾਮ ਕੌਰ ਜੀ ਅਸੀਂ ਗੱਲ ਕੀਤੀ ਮਨ ਨੂੰ ਜਿਨ੍ਹਾਂ ਬੁਰਾਈਆਂ ਨੇ ਘੇਰਿਆ ਹੋਇਆ ਹੈ, ਬੁਰੇ ਵਿਚਾਰਾਂ ਨੇ ਘੇਰਿਆ ਹੋਇਆ ਹੈ, ਪਰ ਇੱਕ ਮਨੁੱਖ ਦਾ ਇੱਕ ਫਰਜ਼ ਬਣਦਾ ਹੈ ਕਿ ਉਹ ਲਗਾਤਾਰ ਆਪਣੇ ਮਨ ਨੂੰ ਪਰਚੋਲਦਾ ਰਹੇ, ਫੋਲਦਾ ਰਹੇ ਤੇ ਉਸ ਤੋਂ ਬਾਅਦ ਉਸ ਮਨ ਨੂੰ ਉਹ 네ਗੇਟਿਵ ਥਾਟਸ ਤੋਂ ਕੱਢਿਆ ਜਾ ਸਕੇ। ਪਰ ਜ਼ਰੀਆ ਕੀ ਹੈ, ਤਰੀਕਾ ਕੀ ਹੈ?
ਜਦੋਂ ਕਿਸੇ ਵੀ ਇਨਸਾਨ ਨੂੰ ਪਤਾ ਲੱਗ ਜਾਏ ਕਿ ਅੱਗੇ ਖਤਰਾ ਹੈ ਤਾਂ ਉਹ ਖਤਰੇ ਤੋਂ ਬਚਣ ਦੀ ਕੋਸ਼ਿਸ਼ ਕਰਦਾ ਹੈ। ਹੁਣ ਸਾਨੂੰ ਇਹ ਪਤਾ ਲੱਗ ਗਿਆ ਹੈ ਕਿ ਨੈਗੇਟਿਵ ਵਿਚਾਰ ਜੋ ਹਨ ਇਹ ਬੜੇ ਖਤਰਨਾਕ ਹਨ। ਇਹਨੂੰ ਬਚਣ ਦਾ ਬੜਾ ਸੌਖਾ ਤਰੀਕਾ ਹੈ। ਸਭ ਤੋਂ ਪਹਿਲਾਂ ਅਸੀਂ ਗੁਰਬਾਣੀ ਪੜ੍ਹਨੀ ਹੈ। ਗੁਰਬਾਣੀ ਅਸੀਂ ਸਾਰੇ ਪੜ੍ਹਦੇ ਹਾਂ ਜੀ, ਫਿਰ ਵੀ ਅਸੀਂ ਬਚ ਨਹੀਂ ਪਾਉਂਦੇ। ਤਾਂ ਇੱਥੇ ਇਹ ਇੱਕ ਐਡ ਕਰਨਾ ਪਏਗਾ ਕਿ ਜਦੋਂ ਅਸੀਂ ਗੁਰਬਾਣੀ ਦਾ ਪਾਠ ਕਰ ਰਹੇ ਹਾਂ ਉਦੋਂ ਸਾਨੂੰ ਜਿਹੜਾ ਪਾਠ ਅਸੀਂ ਆਪਣੇ ਮੂੰਹ ਨਾਲ ਕਰ ਰਹੇ ਹਾਂ ਸਾਨੂੰ ਆਪਣੇ ਕੰਨਾਂ ਨਾਲ ਸੁਣਨਾ ਹੈ। ਅਸੀਂ ਸਿਰਫ ਪਾਠ ਕਰਦੇ ਹਾਂ, ਸੁਣਦੇ ਨਹੀਂ ਹਾਂ। ਜਿਹੜਾ ਅਸੀਂ ਪਾਠ ਕਰਨਾ ਹੈ, ਜਿਹੜੀ ਅਸੀਂ ਬਾਣੀ ਪੜ੍ਹਨੀ ਹੈ, ਇੱਕ ਓਂਕਾਰ, ਇਹਨੂੰ ਕੰਨਾਂ ਨਾਲ ਸੁਣਨਾ ਹੈ। ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਯਾਨੀ ਇਸ ਤਰ੍ਹਾਂ ਬਾਣੀ ਪੜ੍ਹਨੀ ਹੈ ਮੂੰਹ ਦੇ ਨਾਲ, ਜੀਭ ਦੇ ਨਾਲ, ਰਸਨਾ ਦੇ ਨਾਲ ਔਰ ਆਪਣੇ ਕੰਨਾਂ ਨਾਲ ਸੁਣਨਾ ਹੈ। ਅਕਸਰ ਅਸੀਂ ਬਾਣੀ ਪੜ੍ਹਨੇ ਆ, ਆਪ ਹੀ ਨਹੀਂ ਸੁਣਦੇ। ਈਵਨ ਗੁਰਦੁਆਰਿਆਂ ਵਿੱਚ ਕੀਰਤਨ ਹੁੰਦਾ ਹੈ, ਸਾਨੂੰ ਸੁਣਨ ਦੀ ਆਦਤ ਨਹੀਂ ਹੈ। ਤਾਂ ਇਹ ਯਾਦ ਰੱਖਣਾ ਹੈ ਕਿ ਗੁਰਬਾਣੀ ਦਾ ਪਾਠ ਕਰਨਾ ਹੈ ਤੁਹਾਨੂੰ ਆਪਣੇ ਕੰਨਾਂ ਨਾਲ ਸੁਣਨਾ ਹੈ। ਸੁਣਨ ਦੇ ਨਾਲ ਸਾਡਾ ਮਨ ਇਕਾਗਰ ਹੋਏਗਾ ਔਰ ਸਾਨੂੰ ਬਾਣੀ ਦੀ ਸਮਝ ਆਏਗੀ, ਸਾਨੂੰ ਬਾਣੀ ਦਾ ਪਿਆਰ ਪੈਦਾ ਹੋਏਗਾ ਔਰ ਜ਼ਿਆਦਾ ਬਾਣੀ ਪੜ੍ਹਨ ਦਾ ਦਿਲ ਕਰੇਗਾ। ਪਰ ਕਈ ਲੋਕ ਇੱਥੇ ਇਹ ਕਹਿੰਦੇ ਨੇ ਕਿ ਕਹਿੰਦੇ ਅਸੀਂ ਗੁਰਬਾਣੀ ਦਾ ਪਾਠ ਕਰਨੇ ਆ, ਅਸੀਂ ਕੀਰਤਨ ਸੁਣਨੇ ਆ, ਸਾਡਾ ਮਨ ਨਹੀਂ ਲੱਗਦਾ ਹੀ ਨਹੀਂ। ਹਾਂ, ਕਿਉਂਕਿ ਅਸੀਂ ਕੰਨਾਂ ਨਾਲ ਸੁਣਦੇ ਨਹੀਂ ਹਾਂ, ਸਾਡੇ ਕੰਨ ਕਿਤੇ ਹੋਰ ਗਏ ਹੁੰਦੇ ਨੇ। ਸਾਡੀ ਸੁਰਤ ਕਿੱਥੇ ਹੋਰ ਹੁੰਦੀ ਹੈ। ਹਾਂ, ਤੇ ਸੁਰਤ ਕੰਨਾਂ ਦੇ ਰਾਹੀਂ ਸੁਰਤ ਵਿੱਚ ਜਾਂਦਾ ਹੈ। ਤੋ ਜਪਜੀ ਸਾਹਿਬ ਦੇ ਵਿੱਚ ਗੁਰੂ ਨਾਨਕ ਸਾਹਿਬ ਜੀ ਨੇ ਸੁਣੀਏ ਦੀਆਂ 4 ਪੌੜੀਆਂ ਲਿਖੀਆਂ ਨੇ। ਉਹਦਾ ਮਤਲਬ ਇਹ ਹੈ ਕਿ ਸੁਣਨ ਦੀ ਬੜੀ ਮਹਾਨਤਾ ਹੈ। ਈਵਨ ਬੱਚਾ ਸਕੂਲ ਵਿੱਚ ਜਾਂਦਾ ਹੈ, ਕਲਾਸ ਵਿੱਚ ਸੁਣਦਾ ਹੀ ਨਹੀਂ ਟੀਚਰ ਨੇ ਕੀ ਬੋਲਿਆ ਹੈ, ਪੜ੍ਹਾਈ ਨਹੀਂ ਕਰ ਸਕਦਾ। ਠੀਕ ਹੈ, ਉਹ ਟਿਊਸ਼ਨ ਤੇ ਚਲਾ ਜਾਂਦਾ, ਉਹਨੂੰ ਪਤਾ ਮੈਂ ਟਿਊਸ਼ਨ ਤੇ ਜਾਣਾ ਹੈ। ਈਵਨ ਟਿਊਸ਼ਨ ਤੇ ਜਾ ਕੇ ਵੀ ਉਹ ਕੰਨਾਂ ਨਾਲ ਨਹੀਂ ਸੁਣਦਾ। ਤੋ ਕੰਨਾਂ ਦੇ ਨਾਲ ਸੁਣਨਾ ਹੈ। ਕੰਨ ਦਿੱਤੇ ਹੀ ਵਾਹਿਗੁਰੂ ਜੀ ਨੇ ਇਸ ਕਰਕੇ ਨੇ, ਔਰ ਉਹ ਵੀ 2 ਕੰਨ ਦਿੱਤੇ ਹਨ ਕਿ ਅਸੀਂ ਜ਼ਿਆਦਾ ਸੁਣੀਏ, ਬੋਲਣਾ ਘੱਟ ਹੈ। ਜੀਭ ਇੱਕ ਹੈ। ਦੇਖੋ ਵਾਹਿਗੁਰੂ ਜੀ ਦਾ ਕੈਸਾ ਕ੍ਰਿਸ਼ਮਾ ਹੈ ਅੰਗਾਂ ਦਾ ਵੀ ਕਿ ਜੀਭ ਸਾਨੂੰ ਇੱਕ ਦਿੱਤੀ ਹੈ ਕਿਉਂਕਿ ਘੱਟ ਬੋਲਣਾ ਹੈ। ਕੰਨ ਸਾਨੂੰ 2 ਦਿੱਤੇ ਹਨ ਕਿ ਜ਼ਿਆਦਾ ਸੁਣਨਾ ਹੈ। ਤਾਂ ਬਾਣੀ ਪੜ੍ਹਨੀ ਹੈ ਔਰ ਉਹਨੂੰ ਸੁਣਨਾ ਹੈ। ਇਹ ਤਰੀਕਾ ਹੈ ਮਨ ਨੂੰ ਇਕਾਗਰ ਕਰਨ ਦਾ, ਜ਼ਿਆਦਾ ਤੋਂ ਜ਼ਿਆਦਾ ਕੌਨਸੈਂਟਰੇਸ਼ਨ ਹਾਸਲ ਕਰਨ ਦਾ। ਉਸ ਦੇ ਬਾਅਦ ਕੀਰਤਨ ਕਰਨਾ ਹੈ, ਕਿਉਂਕਿ ਕੀਰਤਨ ਕਰਨ ਦੇ ਨਾਲ ਜਦੋਂ ਸਾਡੀ ਜੀਭ ਸ਼ਬਦ ਗਾਏਗੀ ਤਾਂ ਉਹਦਾ ਧਿਆਨ ਸ਼ਬਦ ਵਿੱਚ ਜੁੜੇਗਾ, ਉਹਦਾ ਮਨ ਖੁਸ਼ ਹੋਏਗਾ, ਉਹਦੀਆਂ ਮਨ ਦੀਆਂ ਜਿਤਨੀਆਂ ਟੈਨਸ਼ਨ ਨੇ ਸਭ ਨਿਕਲ ਜਾਣਗੀਆਂ। ਕੀਰਤਨ ਵਿੱਚ ਬੜੀ ਤਾਕਤ ਹੈ। तो कीर्तन सुनना, कीर्तन करना एक बड़ा ही ਜ਼ਬਰਦਸਤ ਔਰ ਪਾਵਰਫੁਲ ਮੈਥਡ ਹੈ ਨੈਗੇਟਿਵ ਥਾਟਸ ਨੂੰ ਕੱਢਣ ਦਾ। ਠੀਕ ਹੈ, ਅਸੀਂ ਕਹਿ ਵੀ ਸਕਨੇ ਆ ਨਾ, ਜਿਸ ਤਰ੍ਹਾਂ ਗੁਰਬਾਣੀ ਵਿੱਚ ਇਹ ਕਿਹਾ ਹੈ ਕਿ ਕਲਯੁਗ ਮੈਂ ਕੀਰਤਨ ਪ੍ਰਧਾਨਾ, ਕਿ ਮਿਊਜ਼ਿਕ ਦੀ ਸ਼ਕਤੀ ਜਦ ਗੁਰਬਾਣੀ ਨਾਲ ਜੁੜ ਜਾਂਦੀ ਹੈ ਤਾਂ ਉਹ ਇੱਕ ਇਸ ਤਰ੍ਹਾਂ ਦਾ ਅਸਰ ਦਿਖਾਉਂਦੀ ਹੈ ਕਿ ਸਾਡਾ ਮਨ ਇਕਾਗਰਤਾ ਵੱਲ, ਸ਼ਾਂਤੀ ਵੱਲ ਵੱਧਦਾ ਰਹਿੰਦਾ ਹੈ। ਤੇ ਅਸੀਂ ਅਗਰ ਆਪਣੇ ਡਿਸਕਸ਼ਨ ਨੂੰ ਅੱਗੇ ਵਧਾਉਂਦੇ ਹੋਏ, ਮਨ ਵਿੱਚ ਸਾਡੇ ਵਿਕਾਰ ਵੀ ਆਉਂਦੇ ਨੇ। ਵਿਕਾਰ ਇੱਕ ਨੈਗੇਟਿਵ ਥਾਟਸ ਦਾ ਇੱਕ ਅਲੱਗ ਰੂਪ ਹੈ। ਤੇ ਉਨ ਵਿਕਾਰਾਂ ਤੋਂ ਅਸੀਂ ਕਿਸ ਤਰ੍ਹਾਂ ਬਚਾ ਸਕਦੇ ਹਾਂ? ਜੈਸੇ ਕਾਮ, ਕ੍ਰੋਧ, ਲੋਭ, ਮੋਹ, ਅਹੰਕਾਰ, ਇਹ ਪੰਜਾਂ ਗੁਰਬਾਣੀ ਵਿੱਚ ਇਹਨਾਂ ਨੂੰ ਪੰਜਾਂ ਨੂੰ ਚੋਰ ਵੀ ਕਿਹਾ ਗਿਆ ਹੈ। ਤੇ ਨਾ ਚੋਰ ਸਾਨੂੰ ਘੇਰੇ ਰੱਖਦੇ ਨੇ ਸਾਡੇ ਮਨ ਨੂੰ, ਤੇ ਉਸ ਇਹਨਾਂ ਵਿਕਾਰਾਂ ਤੋਂ ਸਾਡੇ ਆਪਣੇ ਅਸੀਂ ਮਨ ਨੂੰ ਕਿਸ ਤਰ੍ਹਾਂ ਬਚਾ ਸਕਦੇ? ਹਾਂ, ਉਹ ਇਸ ਦੇ ਵਿੱਚ ਹੀ ਆਏਗਾ। ਉਸ ਦੇ ਵਿੱਚ ਪਹਿਲਾ ਗੁਰਬਾਣੀ ਪੜ੍ਹਨੀ ਹੈ ਔਰ ਸੁਣਨੀ ਹੈ। ਦੂਸਰਾ ਕੀਰਤਨ ਕਰਨਾ ਹੈ ਆਪਣੀ ਜੀਭ ਦੇ ਨਾਲ। ਈਵਨ ਜਦੋਂ ਅਸੀਂ ਗੁਰਦੁਆਰੇ ਜਾਂਦੇ ਹਾਂ, ਬੜਾ ਸੁੰਦਰ ਕੀਰਤਨ ਹੋ ਰਿਹਾ ਹੈ, ਅਗਰ ਅਸੀਂ 5 ਮਿੰਟ ਵੀ ਬੈਠ ਕੇ ਸੁਣੀਏ ਆਪਣੇ ਕੰਨਾਂ ਦੇ ਨਾਲ, ਬਿਨਾਂ ਇੱਧਰ ਉੱਧਰ ਦੇਖਿਆ ਕਿ ਕੌਣ ਆ ਰਿਹਾ ਹੈ, ਕੌਣ ਜਾ ਰਿਹਾ ਹੈ, ਇਹ ਸਭ ਧਿਆਨ ਨੂੰ ਸਾਈਡ ਤੇ ਰੱਖ ਦਈਏ ਤੇ ਸਾਨੂੰ ਇੰਨੀ ਖੁਸ਼ੀ ਹਾਸਲ ਹੋਏਗੀ। ਇਹ ਤੇ ਅਨੁਭਵ ਆਪ ਜੀ ਨੂੰ ਖੁਦ ਹੀ ਕਰਕੇ ਦੇਖਣਾ ਪਏਗਾ। ਉਸ ਦੇ ਬਾਅਦ ਇੱਕ ਹੋਰ ਤਰੀਕਾ ਹੈ ਵਿਕਾਰਾਂ ਨੂੰ ਕੱਢਣ ਦਾ, ਉਹ ਹੈ ਸੇਵਾ। ਸਿੱਖ ਧਰਮ ਵਿੱਚ ਸੇਵਾ ਦੀ ਬੜੀ ਮਹਾਨਤਾ ਹੈ। ਸਾਰੇ ਜਗਤ ਵਿੱਚ ਸਿੱਖਾਂ ਦੀ ਸੇਵਾ ਪ੍ਰਸਿੱਧ ਹੈ ਕਿ ਸਿੱਖ ਕਿਸ ਤਰ੍ਹਾਂ ਸੇਵਾ ਕਰਦੇ ਨੇ। ਹਜ਼ਾਰਾਂ ਲੋਕਾਂ ਦਾ ਲੰਗਰ ਮਿੰਟਾਂ ਵਿੱਚ ਪਕਾ ਲੈਂਦੇ ਨੇ, ਥੱਕਦੇ ਨਹੀਂ, ਔਰ ਇਹਨਾਂ ਦੇ ਚਿਹਰੇ ਤੇ ਬੜੀ ਖੁਸ਼ੀ ਹੈ। ਤੋ ਇਹ ਜੋ ਸੇਵਾ ਅਸੀਂ ਕਰਦੇ ਹਾਂ, ਸੇਵਾ ਦੇ ਨਾਲ ਬੜੀ ਪਾਵਰ ਆਉਂਦੀ ਹੈ।
ਅਸਲ ਵਿੱਚ ਕੀ ਹੁੰਦਾ, ਸੇਵਾ ਕਰਨ ਦੇ ਨਾਲ ਜੋ ਪਾਵਰ ਸਾਨੂੰ ਹਾਸਲ ਹੋਣੀ ਹੁੰਦੀ ਹੈ ਉਤਨੀ ਹੁੰਦੀ ਨਹੀਂ। ਕਿ ਅਸੀਂ ਸਾਰੇ ਹੀ ਸਿੱਖ ਲੋਕ ਜਾਂ ਸਾਰਾ ਸਮਾਜ ਜੋ ਹੈ ਬਾਣੀ ਪੜ੍ਹਦਾ ਹੈ, ਕੀਰਤਨ ਸੁਣਦਾ ਹੈ, ਸੇਵਾ ਕਰਦਾ ਹੈ, ਉਹਦੇ ਬਾਵਜੂਦ ਅਸੀਂ ਦੁਖੀ ਹਾਂ, ਜੀ ਖੁਸ਼ ਤਾਂ ਨਹੀਂ ਆ। ਜਿਤਨੀਆਂ ਉਹ ਖੁਸ਼ੀ ਦੇਣ ਵਾਲੀਆਂ ਚੀਜ਼ਾਂ ਹਨ ਉਤਨੀ ਖੁਸ਼ੀ ਸਾਡੇ ਕੋਲ ਹੈ ਹੀ ਨਹੀਂ। ਤੋ ਇੱਥੇ ਇਹ ਦੇਖਣਾ ਹੈ ਕਿ ਸਾਡੀ ਕਮੀ ਕਿੱਥੇ ਹੈ, ਵੇਅਰ ਵੀ ਆਰ ਰੋਂਗ। ਤੋ ਸੇਵਾ ਕਰਨ ਲੱਗਿਆ ਇੱਕ ਗੱਲ ਦਾ ਧਿਆਨ ਰੱਖਣਾ ਹੈ ਕਿ ਸੇਵਾ ਕਰਨ ਲੱਗਿਆ ਅਸੀਂ ਗੱਲਾਂ ਨਹੀਂ ਕਰਨੀਆਂ, ਕਿਸੇ ਨੂੰ ਕ੍ਰਿਟਿਸਾਈਜ਼ ਨਹੀਂ ਕਰਨਾ। ਅਕਸਰ ਗੁਰਦੁਆਰਿਆਂ ਵਿੱਚ ਸੇਵਾ ਹੋ ਰਹੀ ਹੈ, ਸੇਵਾ ਕਰਨ ਵਾਲੇ ਕੋਈ ਕਮੇਟੀ ਨੂੰ ਕ੍ਰਿਟਿਸਾਈਜ਼ ਕਰ ਰਿਹਾ, ਕੋਈ ਸੰਗਤ ਨੂੰ ਕ੍ਰਿਟਿਸਾਈਜ਼ ਕਰ ਰਿਹਾ, ਤੋ ਜੋ ਸੇਵਾ ਦਾ ਫਾਇਦਾ ਮਿਲਣਾ ਸੀ, ਜੋ ਬੈਨੀਫਿਟ ਮਿਲਣਾ ਸੀ, ਉਹ ਨਹੀਂ ਮਿਲਦਾ। ਜਿਸ ਤਰ੍ਹਾਂ ਗੁਰਬਾਣੀ ਵਿੱਚ ਗਿਆ, ਸਤਿਗੁਰ ਕੀ ਸੇਵਾ ਸਫਲ ਹੈ ਜੇ ਕੋ ਕਰੇ ਚਿਤ ਲਾਏ। ਰਾਈਟ, ਸਤਿਗੁਰ ਕੀ ਸੇਵਾ ਸਫਲ ਹੈ ਜੇ ਕੋ ਕਰੇ ਚਿਤ ਲਾਏ। ਇੱਥੇ ਚਿਤ ਲਾਏ ਦਾ ਮਤਲਬ ਹੈ ਕਿ ਸੇਵਾ ਕਰਦਿਆਂ ਚਿੱਤ ਵਿੱਚ ਵਾਹਿਗੁਰੂ ਦਾ ਜਾਪ ਕਰਨਾ ਹੈ ਜਾਂ ਕੋਈ ਗੁਰਬਾਣੀ ਦੀ ਪੰਕਤੀ ਦਾ ਜਾਪ ਕਰਨਾ ਹੈ ਜਿਹੜੀ ਸਾਨੂੰ ਪਸੰਦ ਹੈ। ਜੀ ਤੋ ਸੇਵਾ ਕਰਦਿਆਂ ਸੇਵਾ ਕਰਤ ਹੋਏ ਨੇਕਾਮੀ, ਇਸ ਪੰਕਤੀ ਦਾ ਵੀ ਜਾਪ ਕੀਤਾ ਜਾ ਸਕਦਾ ਹੈ ਔਰ ਫਿਰ ਸੇਵਾ ਕਰਕੇ ਦੇਖੋ कैसी पावर आती है। तो ये तीन जो मेन चीज़ा हैं, बानी पढ़नी मैं बार बार रिपीट क्यों कर रही हाँ, क्योंकि सानू इन्हां चीज़ों की लोड़ है विकारां नूं कढ़न वास्ते। विकार भी बड़े पावरफुल ने, इन्नी जल्दी नहीं निकलते, वही अपना किंगडम है उन्हां दी, छड़दे नहीं हैं जी। तो बानी पढ़नी और सुननी, कीर्तन करना और सुनना। अजे भी साडे देश दे विच कोई ऐसे ग्रुप हैं ਜਿਹੜੇ ਸਾਰੀ ਸੰਗਤ ਦੇ ਨਾਲ ਰਲ ਕੇ ਕੀਰਤਨ ਕਰਦੇ ਹਨ। ਉਹ ਮੈਥਡ ਬੜਾ ਪਾਵਰਫੁਲ ਹੈ। ਕੇਵਲ ਰਾਗੀ ਕੀਰਤਨ ਕਰਦੇ ਨੇ, ਅਸੀਂ ਸੁਣਨੇ ਆ, ਸਾਡੇ ਸੁਣਦੇ ਤੇ ਨਹੀਂ ਆ, ਅਸੀਂ ਸਾਡਾ ਮਨ ਤੇ ਹੋਰ ਕਿਤੇ ਚਲਾ ਜਾਂਦਾ ਹੈ। तो कीर्तन करना बड़ा जरूरी है, सेवा करनी है, निंदा नहीं करनी, किसी की बुराई नहीं करनी, फिर सेवा का असली फायदा है, फिर थोड़े विकार अपने आप निकल जाएंगे, फिर उन्होंने थां ही नहीं रहनी। तो नस वंजो किल विखो करता कर आया। तो जदों ये असी इस ढंग नाल चीज़ां करांगे फिर सानू फायदा होएगा। हुण असी सानू बीमारी दा इलाज पता लग गया। बीमारी की सी नैगेटिव थॉट्स, इलाज की है बाणी पढ़नी, सेवा करनी, कीर्तन करना, सुनना, सेवा करनी निष्काम भाव नाल, ये है साडी दवाई। हुण कोई भी दवाई जदों असी खाने आ ओदे नाल सानू थोड़ा जिहा प्रिकॉशन चाहिदा है, थोड़ा परहेज चाहिदा है। परहेज की है, एक छोटा जिहा एग्जाम्पल देंगी कि बीमारी दे नाल परहेज क्यों जरूरी है। जिवें कोई डायबिटीज का पेशेंट होवे, बड़ा अमीर आदमी है, अच्छे तो अच्छे डॉक्टर को दवाई लैके आंदा है पर ठीक नहीं होंदा। तो उन्होंने वाइफ ने सोचा कारण की है, असी बड़े अच्छे डॉक्टर को जाने आ, इन्हें ठीक क्यों नहीं होंदे। तो उन्होंने एक दिन स्टडी की या उन्होंने एक तरह नाल उन्हां दी CID की भी ठीक क्यों नहीं होंदे। भी दोपहर में जो घर विच कोई नहीं होंदा, वो सेठ जी अपने नौकर को अद्धा किलो बर्फी, गुलाब जामुन, रसगुल्ले मंगाते ने, छक लेंदे ने। ठीक किस तरह हो सकते हैं। तुसीं आप ही देखो कि डायबिटीज का पेशेंट अगर इन्नी मिठाई खाएगा ਉਹਦੇ ठीक होने का कोई चारा ही नहीं है। सिमिलरली साडे अंदर जो बीमारियां हैं विकारां दियां, जिस तरह तुसीं विकारां दा नाम लिया है, बड़ा इंपोर्टेंट है, वो किस तरह छुटणगियां जद साडे विच परहेज नहीं होएगी। जे डायबिटीज का मरीज परहेज करेगा तो अच्छा होएगा। हुण साडे कोल परहेज कादी असी करनी है। तो सब तो वड्डी परहेज है साडे वास्ते कि असी अपने मन दे विच दूसरे दा बुरा नहीं सोचना। मन अपने ते बुरा मिटाना, पेखे सगल श्रेष्ठ साजना, ये सब तो वड्डी परहेज है साडे वास्ते। उस दे बाद दूसरिਆਂ ਦੇ ਨਾਲ शिकवे शिकायत नहीं करनी। ਅਸੀਂ ਜਿੱਥੇ ਜਾਣੇ ਆ शिकायत करनी है, गुरुद्वारे जाने आ तां शिकायत करनी है, घर विच आने आ तां शिकायत करनी है, टीवी सेंटर ते आए तां शिकायत करनी, क्योंकि साडे मन ਨੂੰ आदत पै गई है शिकायत करन दी। ਉਹ ਜਦੋਂ ਅਸੀਂ शिकायतां करने आ तो साडा नैगेटिव थॉट्स वधियां जांदियां ने और साडे अंदर जो डिवाइन पावर है रब ने दित्ती हुई वो घटती जांदी है। सारे जे कह सकते हैं ना कि साडे जेडे सराउंडिंग्स ने, जेड़ा साडा वातावरण है वो नेगेटिव ऊर्जा नाल भर जांदा है, ऊर्जा नाल, ऊर्जा ही सारा। उसके बाद दूसरों के दोष नहीं देखने। सानू ये भी आदत है असी किसी की गलती बड़ी जल्दी देख लेने आ, ओदे गुण नहीं देखते। ईवन तुसी पब्लिक विच अगर बोलो कि भी फलाना बच्चा बड़ा सियाना है, बड़ी पढ़ाई करता है,
ਤੇ ਸ਼ਾਇਦ ਤੁਹਾਡੀ ਡਿਸਕਸ਼ਨ ਵਿੱਚ ਕੋਈ ਹਿੱਸਾ ਨਹੀਂ ਲਏਗਾ, ਹਾਂਜੀ ਕਿਉਂਕਿ ਅੱਛਾਈ ਸੁਣਨੀ ਪਸੰਦ ਨਹੀਂ ਹੈ। ਪਰ ਜੇ ਤੁਸੀਂ ਕਿਸੇ ਨੂੰ ਥੋੜੀ ਜੀ ਗੱਲ ਕੱਢ ਦਿਓ, ਸਾਰਾ ਮਹੱਲਾ ਇਕੱਠਾ ਹੋ ਜਾਏਗਾ। ਨਿੰਦਾ ਸੁਣਨੀ ਵਿੱਚ ਹਾਂ, ਸੁਣਨ ਵਿੱਚ ਕਿਉਂਕਿ ਉਹਦੇ ਰਸ ਚ ਆਉਂਦਾ ਬੜਾ ਹੈ। ਰਸ ਆਉਂਦਾ ਹੈ, ਦੂਸਰੇ ਦੀ ਬੁਰਾਈ ਸੁਣਨ ਵਿੱਚ ਬੜਾ ਆਨੰਦ ਆਉਂਦਾ ਹੈ। ਉਹਦੇ ਚ ਕੋਈ ਖਰਚਾ ਨਹੀਂ, ਇੰਨਾ ਆਨੰਦ ਸ਼ਾਇਦ ਟੀਵੀ ਦੇਖ ਕੇ ਵੀ ਨਹੀਂ ਆਉਂਦਾ ਹੋਏਗਾ ਜਿੰਨਾ ਕਿਸੇ ਦੀ ਬੁਰਾਈ ਸੁਣ ਕੇ ਆਉਂਦਾ ਹੈ। ਜੀ ਤੋ ਇੱਕ ਮਨ ਨੂੰ ਆਦਤ ਹੈ ਦੂਸਰੇ ਦੀ ਦੋਸ਼ ਦੇਖਣ ਦੀ, ਤਾਂ ਦੂਸਰੇ ਦੇ ਦੋਸ਼ ਨਹੀਂ ਦੇਖਣੇ। ਫਿਰ ਕੀ ਕਰਨਾ ਹੈ? ਦੋਸ਼ ਹੈ ਨੇ, ਸਾਰਿਆਂ ਵਿੱਚ ਜੀ ਹੈ ਨੇ, ਜੀ ਉਹਨਾਂ ਨੂੰ ਅਨਡਿਟ ਕਰਨਾ ਹੈ। ਅਸੀਂ ਜੀ ਅਰਦਾਸ ਵਿੱਚ ਕਹਿੰਦੇ ਆ ਕਿ ਨਹੀਂ? ਦੇਖ ਕੇ ਅਨਡਿਟ ਦੇਖ ਕੇ ਕੀਤਾ। ਅਨਡਿਟ ਕੀਤਾ। ਗਲਤੀਆਂ ਸਭ ਵਿੱਚ ਨੇ, ਪਰ ਉਹਨੂੰ ਦੇਖ ਕੇ ਇਗਨੋਰ ਕਰ ਦੇਣਾ ਹੈ। ਇਹ ਸੋਚਣਾ ਹੈ ਮੇਰੇ ਕੋਲੋਂ ਵੀ ਇਹ ਗਲਤੀ ਹੋ ਸਕਦੀ ਹੈ। ਜੀ ਜਿਵੇਂ ਮੈਂ ਤੁਹਾਨੂੰ ਆਪਣਾ ਐਗਜ਼ਾਮਪਲ ਦੇਣੀ ਆ, ਲਾਸਟ ਵੀਕ ਮੇਰਾ ਪ੍ਰੋਗਰਾਮ ਸੀ ਕਿਸੇ ਗੁਰਦੁਆਰੇ ਵਿੱਚ, ਤੇ ਮੈਨੂੰ ਜਿਸ ਟਾਈਮ ਤੇ ਉਹਨਾਂ ਨੇ ਬੁਲਾਇਆ ਮੈਂ ਪਹੁੰਚ ਗਈ, ਔਰ ਜਿਸਲੇ ਮੈਂ ਪਹੁੰਚ ਗਈ थी 15-20 ਮਿੰਟ ਮੈਨੂੰ ਬੈਠਣਾ ਪਿਆ, ਕਿਉਂਕਿ ਸੰਗਤ ਵੀ ਨਹੀਂ ਸੀ ਔਰ ਕੁਝ ਹੋਰ ਕਾਰਨ ਕਰਕੇ ਮੈਨੂੰ ਰੁਕਣਾ ਪਿਆ। ਔਰ ਉਸ ਵੇਲੇ ਮੇਰੇ ਮਨ ਵਿੱਚ ਇੱਕ ਨੈਗੇਟਿਵ ਵਿਚਾਰ ਆਇਆ ਕਿ ਮੈਨੂੰ ਇਹਨਾਂ ਨੇ ਬੜੀ ਜਲਦੀ ਬੁਲਾਇਆ ਔਰ ਪ੍ਰੋਗਰਾਮ ਸ਼ੁਰੂ ਕਰਨ ਦੀ ਇਜਾਜ਼ਤ ਨਹੀਂ ਦੇ ਰਹੇ। ਜਿਸ ਵੇਲੇ ਨੈਗੇਟਿਵ ਵਿਚਾਰ ਮੇਰੇ ਮਨ ਵਿੱਚ ਆਇਆ, ਤੁਰੰਤ ਵਾਹਿਗੁਰੂ ਜੀ ਨੇ ਕਿਰਪਾ ਕੀਤੀ, ਉਹਨੂੰ ਪੋਜ਼ਿਟਿਵ ਬਣਾ ਦਿੱਤਾ। ਕਿਸ ਤਰ੍ਹਾਂ? ਉਸ ਸਹੀ ਵਿਚਾਰ ਨੂੰ ਪੋਜ਼ਿਟਿਵ ਕਿਸ ਤਰ੍ਹਾਂ ਮੇਰੇ ਸਤਿਗੁਰੂ ਨੇ ਮੈਨੂੰ ਸਮਝਾਇਆ ਕਿ ਇਹ ਜੋ ਇਲਾਕਾ ਹੈ ਇਹ ਪੂਰਾ ਸਲਮਸ ਦਾ ਇਲਾਕਾ ਹੈ, ਜੀ ਇੱਥੇ ਗਰੀਬ ਸਿੱਖਾਂ ਦੀ ਬਸਤੀ ਹੈ, ਇਹਨਾਂ ਨੂੰ ਸਵੇਰੇ ਸਵੇਰੇ ਪਾਣੀ ਦੀ ਬੜੀ ਪ੍ਰੋਬਲਮ ਹੁੰਦੀ ਹੈ, ਇਸ ਕਰਕੇ ਸੰਗਤ ਗੁਰਦੁਆਰੇ ਨਹੀਂ ਆ ਸਕਦੀ। ਤੋ ਜਿਸ ਵੇਲੇ ਉਹ ਨੈਗੇਟਿਵ ਦਾ ਪੋਜ਼ਿਟਿਵ ਬਣ ਗਿਆ, ਮੇਰੇ ਮਨ ਦਾ ਗੁੱਸਾ ਨਿਕਲ ਗਿਆ। ਜੀ ਤੋ ਇਹ ਇੱਕ ਤਰੀਕਾ ਹੈ, ਜਿਵੇਂ ਤੁਸੀਂ ਵਿੱਚ ਪੁੱਛਿਆ ਸੀ ਕਿ ਨੈਗੇਟਿਵ ਤੋਂ ਪੋਜ਼ਿਟਿਵ ਕਿੰਜ ਕਰਨਾ ਹੈ। ਤੋ ਦੂਸਰਿਆਂ ਦੇ ਦੋਸ਼ ਨਹੀਂ ਦੇਖਣੇ, ਇਹ ਬੜਾ ਇੰਪੋਰਟੈਂਟ ਹੈ। ਇਸ ਦੇ ਬਾਅਦ ਕਿਸੇ ਦੇ ਕੰਮ ਵਿੱਚ ਰੁਕਾਵਟ ਨਹੀਂ ਪਾਣੀ। ਅਸੀਂ ਕੀ ਕਰਦੇ ਹਾਂ, ਖਾਸ ਕਰ ਸ਼ਾਦੀਆਂ ਦੇ ਟਾਈਮ ਲੜਕੀ ਲੜਕੇ ਦਾ ਰਿਸ਼ਤਾ ਹੁੰਦਾ ਹੈ, ਹਾਂਜੀ ਕੋਈ ਰੱਬ ਦਾ ਪਿਆਰ ਆ ਕੇ ਰਿਸ਼ਤਾ ਤੋੜ ਦਿੰਦਾ ਹੈ। ਤੋ ਇਹ ਦੂਸਰੇ ਦੇ ਕੰਮ ਵਿੱਚ ਰੁਕਾਵਟ। ਜੀ ਜਾਂ ਸਾਨੂੰ ਕਿਸੇ ਆਫਿਸ ਵਿੱਚ ਜੌਬ ਮਿਲਦਾ ਹੈ ਜੀ ਤੇ ਕੋਈ ਸਾਡਾ ਫਰੈਂਡ ਜਿਹੜਾ ਜਿਹਨੂੰ ਜੌਬ ਚਾਹੀਦੀ ਹੈ, ਉਹੀ ਪੋਜੀਸ਼ਨ ਚਾਹੀਦੀ ਹੈ, ਉਹ ਕੁਝ ਗਲਤ ਬੋਲ ਕੇ ਸਾਡੀ ਜੌਬ ਹਟਾ ਦਿੰਦਾ ਹੈ ਜਾਂ ਤੋੜਾ ਦਿੰਦਾ ਹੈ ਸਾਡੀ। तो ये गलत काम है, बड़ा ਜਿਹੜਾ गलत। ਈਰਸ਼ਾ ਦੇ ਵਸ ਹੋ ਕੇ हाँ, ਅਸੀਂ ਕਰਨੇ ਆ। तो ये जो है दूसरे ਦੇ ਕੰਮ ਵਿੱਚ ਰੁਕਾਵਟ ਪਾਣਾ, ਇਹ ਬੜਾ ਹੀ ਖਰਾਬ ਹੈ। ਇਹ ਸਾਰੀਆਂ ਜੋ ਚੀਜ਼ਾਂ ਹਨ ਇਹ ਵਾਹਿਗੁਰੂ ਜੀ ਨੂੰ ਪਸੰਦ ਨਹੀਂ ਆ। ਹਾਂ, ਇਹਨਾਂ ਚੀਜ਼ਾਂ ਨਾਲ ਅਸੀਂ ਸੰਸਾਰ ਵਿੱਚ ਤਰੱਕੀ ਕਰ ਸਕਦੇ ਹਾਂ, ਜੀ ਟੌਪ ਤੇ ਪਹੁੰਚ ਸਕਦੇ ਹਾਂ। ਪਰ ਇਹ ਜਿਹੜੀ ਤਰੱਕੀ ਹੋਗੀ ਉਹ ਵੀ ਥੋੜੇ ਸਮੇਂ ਵਾਸਤੇ ਹੋਗੀ, ਟੈਂਪਰੇਰੀ ਕਹਿ ਸਕਦੇ ਉਸ ਵੇਲੇ ਅਸੀਂ। ਪਤਾ ਨਹੀਂ ਲੱਗਦਾ ਜੀ ਕਿਉਂਕਿ ਮਨ ਕੁਝ ਅਲੱਗ ਰੰਗ ਵਿੱਚ ਹੁੰਦਾ ਹੈ ਨਾ ਉਸ ਵੇਲੇ ਮਨ ਦੀ ਸਥਿਤੀ ਵੱਖਰੀ ਹੁੰਦੀ। ਪਰ ਇਹ ਸਾਰੀਆਂ ਚੀਜ਼ਾਂ ਵਾਹਿਗੁਰੂ ਜੀ ਨੂੰ ਪਸੰਦ ਨਹੀਂ ਹਨ। ਜੀ ਤੋ ਇਹ ਹਨ ਪਰਹੇਜ਼, ਪ੍ਰੀਕਾਸ਼ਨ। ਕਿਹਦੇ ਨਾਲ? ਬਾਣੀ ਪੜਨ ਦੇ ਨਾਲ, ਕੀਰਤਨ ਸੁਣਨ ਦੇ ਨਾਲ, ਸੇਵਾ ਕਰਨ ਦੇ ਨਾਲ। ਇਹ ਪ੍ਰੀਕਾਸ਼ਨ ਚਾਹੀਦੀ ਏ। ਕਿਸੇ ਦਾ ਬੁਰਾ ਨਹੀਂ ਸੋਚਣਾ, ਮਨ ਆਪਣੇ ਤੇ ਬੁਰਾ ਮਿਟਾਣਾ, ਵੇਖੇ ਸਗਲ ਸ੍ਰਿਸ਼ਟ ਸਾਜਣਾ। ਗੁਰੂ ਅਰਜਨ ਸਾਹਿਬ ਜੀ ਦਾ ਕਿੰਨਾ ਸੁੰਦਰ ਐਗਜ਼ਾਮਪਲ ਹੈ ਕਿ ਉਹਨਾਂ ਨੂੰ ਤੱਤੀ ਤਵੀ ਤੇ ਬਿਠਾਇਆ ਗਿਆ ਔਰ ਸਾਈਂ ਮੀਆਂ ਮੀਰ ਜੀ ਆਏ। ਜਦੋਂ ਉਹਨਾਂ ਨੇ ਦੇਖਿਆ ਗੁਰੂ ਅਰਜਨ ਪਾਤਸ਼ਾਹ ਤੱਤੀ ਤਵੀ ਤੇ ਬੈਠੇ ਨੇ, ਕੁਰਲਾ ਉੱਠੇ, ਸਹਿਨ ਨਹੀਂ ਕਰ ਸਕੇ ਕਿਉਂਕਿ ਉਹਨਾਂ ਦਾ ਗੁਰੂ ਨਾਲ ਸੱਚਾ ਪਿਆਰ ਸੀ। ਤਾਂ ਉਹਨਾਂ ਨੇ ਭਾਵੁਕ ਹੋ ਕੇ ਕਿਹਾ, ਸਤਿਗੁਰੂ ਜੀ ਮੈਂ ਦਿੱਲੀ ਤੇ ਲਾਹੌਰ ਦੀ ਇੱਟ ਇੱਟ ਖੜਕਾ ਦਿਆਂਗਾ, ਯਾਨੀ ਮੈਂ ਜ਼ਾਲਮਾਂ ਨੂੰ ਐਸੀ ਸਜ਼ਾ ਦਿਆਂਗਾ ਜਿਨ੍ਹਾਂ ਨੇ ਤੁਹਾਨੂੰ ਕਸ਼ਟ ਦਿੱਤੇ ਹਨ। ਤਾਂ ਉਸ ਵੇਲੇ ਗੁਰੂ ਅਰਜਨ ਸਾਹਿਬ ਦਾ ਕੀ ਜਵਾਬ ਸੀ? ਨਹੀਂ, ਅਸੀਂ ਇਹਨਾਂ ਦੀ ਗਲਤੀ ਨਹੀਂ ਦੇਖਣੀ, ਨਾ ਹੀ ਅਸੀਂ ਇਹਨਾਂ ਨੂੰ ਕੋਈ ਸਜ਼ਾ ਦੇਣੀ ਹੈ, ਅਸੀਂ ਆਪਣੀ ਖੁਸ਼ੀ ਨਾਲ ਸ਼ਹੀਦੀ ਦੇਣਾ ਹੈ। ਤਾਂ ਇਹੋ ਜਿਹੇ ਜੋ ਸਾਡੇ ਐਗਜ਼ਾਮਪਲ ਹਨ ਗੁਰੂਆਂ ਦੇ, ਉਹ ਸਾਨੂੰ ਮਾਰਗ ਦਿਖਾਉਂਦੇ ਹਨ ਕਿ ਇਹਨਾਂ ਚੀਜ਼ਾਂ ਤੋਂ ਅਸੀਂ ਬਚਣਾ ਹੈ। ਕਿਸੇ ਦੇ ਦੋਸ਼ ਨਹੀਂ ਦੇਖਣੇ, ਕਿਸੇ ਦੀ ਬੁਰਾਈ ਨਹੀਂ ਕਰਨੀ, ਕਿਸੇ ਦਾ ਕੰਮ ਨਹੀਂ ਵਿਗਾੜਨਾ। ਅਕਸਰ ਕੀ ਹੁੰਦਾ ਹੈ, ਅਗਰ ਕਿਸੇ ਦਾ ਬੱਚਾ ਫਸਟ ਆਉਂਦਾ ਹੈ ਸਾਡੀ ਗਲੀ ਵਿੱਚ, ਕਾਲੋਨੀ ਵਿੱਚ, ਅਸੀਂ ਅੰਦਰੋਂ ਬੜੇ ਸੜਦੇ ਹਾਂ, ਪਰ ਉੱਪਰੋਂ ਫਰੈਂਡਸ਼ਿਪ ਦੀ ਖਾਤਰ ਬੁੱਕੇ ਲੈ ਕੇ ਜਾਣੇ ਆ, ਮਿਠਾਈ ਲੈ ਕੇ ਜਾਣੇ ਆ, ਕੰਗ੍ਰੈਚੁਲੇਸ਼ਨ ਕਰਨੇ ਆ, ਬੱਚੇ ਨੂੰ ਪਿਆਰ ਵੀ ਕਰਦੇ ਆ, ਵਾਹ ਵਾਹ ਯੂ ਆਰ ਗ੍ਰੇਟ। ਲੇਕਿਨ ਘਰ ਆ ਕੇ ਕੀ ਕਹਿੰਦੇ ਆ? ਪੜ੍ਹਦਾ ਲਿਖਦਾ ਤੇ ਕੁਝ ਹੈ ਨਹੀਂ ਸੀ। ਇਹਦੀ ਜ਼ਰੂਰ ਅਪਰੋਚ ਹੋਣੀ ਹੈ, ਇਹਨੂੰ ਪੇਪਰ ਮਿਲ ਗਏ ਹੋਣੇ ਨੇ। ਯਾਨੀ ਉਸ ਬੱਚੇ ਦੀ ਅੱਛਾਈ ਨਹੀਂ ਦੇਖੀ, ਇਹ ਦੇਖਿਆ ਕਿ ਮੈਂ ਹਾਂ ਕੀ ਮੈਂ ਸ਼ਾਇਦ ਕੋਈ ਨਾ ਕੋਈ ਗਲਤੀ, ਕੋਈ ਨਾ ਕੋਈ ਦੋਸ਼ ਲੱਭਣ ਦੀ ਕੋਸ਼ਿਸ਼ ਕਰਦੇ ਰਹਿੰਦੇ ਆ। ਰਾਈਟ, ਅਸੀਂ ਦੂਸਰਿਆਂ ਦੇ ਦੋਸ਼ ਦੇਖਣ ਵਿੱਚ ਇਤਨੇ ਐਕਸਪਰਟ ਹਾਂ। ਐਕਚੁਅਲੀ ਤੁਹਾਨੂੰ ਪਤਾ ਹੈ ਕਿਸੇ ਦੇ ਦੋਸ਼ ਜਾਂ ਗਲਤੀਆਂ ਦੇਖਣ ਵਾਸਤੇ ਸਾਨੂੰ ਕੋਈ ਡਿਗਰੀ ਨਹੀਂ ਚਾਹੀਦੀ, ਕੋਈ ਡਿਪਲੋਮਾ ਨਹੀਂ ਚਾਹੀਦਾ। ਪੜ੍ਹਾਈ ਕਰਨ ਵਾਸਤੇ ਤੇ 20-20 ਸਾਲ ਅੱਜ ਕੱਲ ਦੇ ਬੱਚੇ ਪੜ੍ਹਾਈ ਕਰਦੇ ਨੇ ਡਿਪਲੋਮਾ ਹਾਸਲ ਕਰਨ ਵਾਸਤੇ, ਪਰ ਨਿੰਦਾ ਚੁਗਲੀ ਜਾਂ ਬੁਰਾਈ ਦੇਖਣ ਵਾਸਤੇ ਤੇ ਕੋਈ ਵੀ ਕਰ ਸਕਦਾ ਹੈ, ਕੋਈ ਵੀ ਕਿਸੇ ਦੀ ਬੁਰਾਈ ਕਰ ਸਕਦਾ ਹੈ। ਐਵਰੀਬਾਡੀ ਇਜ਼ ਐਕਸਪਰਟ ਇਨ ਦੈਟ।
ਔਰ ਆਪਣੇ ਆਪ ਆ ਜਾਂਦੀ ਹੈ। ਇਹਦੇ ਵਾਸਤੇ ਕੋਈ ਕਾਲਜ ਵੀ ਨਹੀਂ ਜਾਣਾ ਪੈਂਦਾ, ਸਿੱਖਣਾ ਵੀ ਨਹੀਂ ਪੈਂਦਾ ਵੀ ਬੁਰਾਈ ਕਿਸ ਤਰ੍ਹਾਂ ਕਰਨੀ ਹੈ। ਆਪਣੇ ਆਪ ਇਹ ਵਿਕਾਰ ਹਨ ਨਾ, ਬੜੇ ਪਾਵਰਫੁਲ ਹਨ। ਆਪ ਦਾ ਸੈਂਟੈਂਸ ਮੈਨੂੰ ਯਾਦ ਰਹੇਗਾ, ਇਹ ਵਿਕਾਰ ਬੜੇ ਪਾਵਰਫੁਲ ਹਨ। ਤੋ ਇਹ ਸਭ ਚੀਜ਼ਾਂ ਤੋਂ ਅਸੀਂ ਬਚਣਾ ਹੈ। ਇਹ ਸਭ ਤਰੀਕੇ ਹਨ ਆਪਣੇ ਮਨ ਵਿੱਚੋਂ ਨੈਗੇਟਿਵ ਵਿਚਾਰ ਕੱਢਣ ਦੇ, ਆਪਣੇ ਮਨ ਵਿੱਚੋਂ ਵਿਕਾਰ ਕੱਢਣ ਦੇ। ਇਹ ਜਦੋਂ ਅਸੀਂ ਕੱਢਾਂਗੇ ਫਿਰ ਅਸੀਂ ਬੜੇ ਸੁਖੀ ਹੋ ਜਾਵਾਂਗੇ, ਬੜੇ ਆਨੰਦ ਵਿੱਚ ਰਹਾਂਗੇ। ਆਨੰਦ ਪਿਆ ਮੇਰੀ ਮਾਏ। ਫਿਰ ਅਸੀਂ ਮਾਂ, ਜਿਵੇਂ ਕੋਈ ਬਹੁਤ ਤਕਲੀਫ ਹੁੰਦੀ ਹੈ ਤਾਂ ਵੀ ਅਸੀਂ ਮਾਂ ਨੂੰ ਯਾਦ ਕਰਦੇ ਹਾਂ, ਜਦੋਂ ਬੜੀ ਖੁਸ਼ੀ ਹੁੰਦੀ ਤਾਂ ਵੀ ਮਾਂ ਨੂੰ ਯਾਦ ਕਰਦੇ ਹਾਂ। ਆਨੰਦ ਪਿਆ ਮੇਰੀ ਮਾਏ, ਫਿਰ ਉਹ ਆਨੰਦ ਮਿਲ ਜਾਏਗਾ ਜਿਹਨੂੰ ਅਸੀਂ ਐਵਰ ਲਾਸਟਿੰਗ ਹੈਪੀਨੈਸ ਕਹਿੰਦੇ ਹਾਂ। ਪਰ ਇਹ ਸਾਨੂੰ ਕੱਢਣਾ ਪਏਗਾ। ਇਟਸ ਨਾਟ ਈਜ਼ੀ, ਮੁਸ਼ਕਿਲ ਵੀ ਨਹੀਂ ਹੈ। ਅਗਰ ਮਨ ਨੂੰ ਪ੍ਰੈਕਟਿਸ ਦੇ ਦਈਏ ਕਿ ਅਸੀਂ ਇਹ ਵਿਕਾਰ ਕੱਢਣੇ ਨੇ, ਅਸੀਂ ਆਪਣੇ ਸਰੀਰ ਨੂੰ ਠੀਕ ਰੱਖਣਾ ਹੈ, ਅਸੀਂ ਆਪਣੇ ਮਨ ਨੂੰ ਠੀਕ ਰੱਖਣਾ ਹੈ, ਅਸੀਂ ਪ੍ਰੋਗਰੈਸ ਕਰਨੀ ਹੈ, ਫਿਰ ਆਪਣੇ ਆਪ ਛੁੱਟ ਜਾਣਗੇ ਹੌਲੀ ਹੌਲੀ। ਯਾਨੀ ਕਹਿਣ ਦਾ ਭਾਵ ਹੈ ਕਿ ਸਭ ਤੋਂ ਪਹਿਲਾਂ ਸਾਨੂੰ ਆਪਣੇ ਮਨ ਨੂੰ ਸਾਫ਼ ਕਰਨ ਦੀ ਲੋੜ ਹੈ। ਸਾਨੂੰ ਆਪਣੇ ਮਨ ਵਿੱਚੋਂ ਸਾਰੇ ਵਿਕਾਰਾਂ ਨੂੰ ਕੱਢਣ ਦੀ ਲੋੜ ਹੈ। ਸਾਨੂੰ ਇਹ ਸਮਝਣ ਦੀ ਲੋੜ ਹੈ ਕਿ ਜਿੰਨੀ ਵੀ ਸਾਡੇ ਵਾਤਾਵਰਣ ਵਿੱਚ ਸਾਡੀ ਬੁਰਾਈਆਂ ਕਾਰਨ, ਸਾਡੀ ਖੁਦ ਦੀ ਬੁਰਾਈਆਂ ਕਾਰਨ, ਸਾਡੇ ਖੁਦ ਦੇ ਮਨ ਦੀ ਬੁਰਾਈਆਂ ਕਾਰਨ ਜਿਹੜੀ ਨੈਗੇਟਿਵ ਊਰਜਾ ਸਾਡੇ ਆਸ-ਪਾਸ ਦੇ ਵਾਤਾਵਰਣ ਵਿੱਚ ਹੈਗੀ ਹੈ, ਉਹ ਸਾਨੂੰ ਤਾਂ ਬੁਰਾ ਪ੍ਰਭਾਵ ਦਿੰਦੀ ਹੀ ਦਿੰਦੀ ਸਭ ਤੋਂ ਜ਼ਿਆਦਾ। ਪਰ ਉਸ ਤੋਂ ਜ਼ਿਆਦਾ ਅਸੀਂ ਕਹਿ ਸਕਦੇ ਹਾਂ ਕਿ ਸਭ ਤੋਂ ਜ਼ਿਆਦਾ ਪ੍ਰਭਾਵ ਆਸ-ਪਾਸ ਦੇ ਲੋਕਾਂ ਨੂੰ ਵੀ ਦਿੰਦੀ ਹੈ। ਪਰ ਇੱਕ ਗੱਲ ਇੱਥੇ ਹੋਰ ਆ ਜਾਂਦੀ ਹੈ ਕਿ ਅਸੀਂ ਜੇ ਗੱਲ ਕਰੀਏ, ਮਨ ਨੂੰ ਗੁਰਬਾਣੀ ਵਿੱਚ ਪਰਮਾਤਮਾ ਨਾਲ ਜੋੜਨ ਦਾ ਜ਼ਰੀਆ ਮੰਨਿਆ ਗਿਆ ਹੈ। ਮਨੁੱਖ ਤੇ ਪਰਮਾਤਮਾ ਵਿਚਕਾਰ ਮਨ ਇੱਕ ਤਾਰ ਦੀ ਤਰ੍ਹਾਂ ਹੈ, ਜਿਹੜਾ ਪਰਮਾਤਮਾ ਤੇ ਮਨੁੱਖ ਨੂੰ ਜੋੜਦਾ ਹੈ। ਇਸ ਬਾਰੇ ਕੁਝ ਰੋਸ਼ਨੀ ਪਾਓ। ਮਨ ਤੂੰ ਜੋਤ ਸਰੂਪ ਹੈ, ਆਪਣਾ ਮੂਲ ਪਛਾਣ। ਇਸ ਤਰ੍ਹਾਂ ਤੇ ਕਬੀਰ ਸਾਹਿਬ ਜੀ ਕਹਿੰਦੇ ਹਨ ਕਿ ਮੈਨੂੰ ਇੱਕ ਦੋਸਤ ਦੀ ਲੋੜ ਸੀ। ਮੈਂ ਬੜੀ ਜਗ੍ਹਾ ਫਿਰਿਆ, ਢੂੰਡਿਆ, ਮੈਨੂੰ ਕੋਈ ਚੰਗਾ ਦੋਸਤ ਨਹੀਂ ਮਿਲਿਆ। ਫਿਰ ਬਾਅਦ ਵਿੱਚ ਜਦੋਂ ਮੈਂ ਬੈਠ ਕੇ ਵਿਚਾਰ ਕੀਤੀ ਆਪਣੇ ਮਨ ਦੇ ਨਾਲ, ਤੇ ਮੈਨੂੰ ਸਮਝ ਆਈ ਕਿ ਸਭ ਤੋਂ ਵਧੀਆ ਦੋਸਤ ਤੇ ਮੇਰਾ ਮਨ ਹੈ। ਮੰਮਾ ਮਨ ਸਿਉ ਕਾਜ ਹੈ, ਮਨ ਸਾਧੇ ਸਿਧ ਹੋਏ, ਮਨ ਹੀ ਮਨ ਸਿਉ ਕਹੇ ਕਬੀਰਾ, ਮਨ ਸਾ ਮਿਲਿਆ ਨਾ ਕੋਈ। ਤੇ ਮਨ ਸਭ ਤੋਂ ਚੰਗਾ, ਸਭ ਤੋਂ ਫੇਥਫੁਲ, ਸਭ ਤੋਂ ਸੁੰਦਰ ਫਰੈਂਡ ਹੈ। ਔਰ ਉਸਨੂੰ ਇਹ ਜੋ ਅਸੀਂ ਤਰੀਕੇ ਅੱਜ ਡਿਸਕਸ ਕੀਤੇ ਹਨ, ਉਹ ਤਰੀਕਿਆਂ ਦੇ ਨਾਲ ਹੀ ਸਾਡਾ ਮਨ ਹੌਲੇ ਹੌਲੇ ਨਿਰਮਲ ਹੋ ਜਾਏਗਾ। ਕਬੀਰ ਮਨ ਨਿਰਮਲ ਭਇਆ ਜੈਸਾ ਗੰਗਾ ਨੀਰ। ਉਹ ਜਦੋਂ ਸਾਫ਼ ਹੋ ਜਾਏਗਾ ਫਿਰ ਸਾਨੂੰ ਸਮਝ ਆਏਗੀ, ਸਾਡੇ ਅੰਦਰ ਉਹ ਦੈਵੀ ਸ਼ਕਤੀ ਆਏਗੀ। ਅਸੀਂ ਵਿਚਾਰ ਕਰਾਂਗੇ ਕਿ ਆਤਮਾ ਜੋ ਹੈ ਸਾਡੇ, ਉਸ ਆਤਮਾ ਦੇ ਨਾਲ ਸਾਡਾ ਜੀਵਨ ਚੱਲ ਰਿਹਾ ਹੈ। ਇਸ ਆਤਮਾ ਨੇ ਪਰਮਾਤਮਾ ਨੂੰ ਕਿਸ ਤਰ੍ਹਾਂ ਮਿਲਣਾ ਹੈ, ਉਹ ਫਿਰ ਅੰਦਰੋਂ ਵਾਹਿਗੁਰੂ ਜੀ ਆਪ ਹੀ ਸਾਨੂੰ ਸਟੈਪ ਬਾਏ ਸਟੈਪ ਸਮਝਾਉਂਦੇ ਹਨ। ਅਸੀਂ ਸੰਸਾਰ ਵਿੱਚ ਕਿਸ ਕਰਕੇ ਆਏ ਹਾਂ। ਸਭ ਤੋਂ ਵੱਡਾ ਟੀਚਰ ਤੇ ਆਪਣਾ ਆਪ ਹੀ ਹੈ। ਜਦੋਂ ਅਸੀਂ ਆਪਣੇ ਆਪ ਚੁੱਪਚਾਪ ਬੈਠਨੇ ਹਾਂ, ਅੱਜ ਦਾ ਅਗਰ ਇਨਸਾਨ ਕੋਸ਼ਿਸ਼ ਕਰੇ ਦਿਨ ਵਿੱਚ 2 ਮਿੰਟ 5 ਮਿੰਟ ਵੀ ਇਕੱਲਾ ਬੈਠੇ ਔਰ ਵਿਚਾਰ ਕਰੇ, कैसे सुंदर विचार आते हैं। ये सारे जो क्वेश्चन हैं इंसान दे सारे सॉल्व हो जाते हैं जो गुरबानी कहती है। और जितने भी अनुभवी लोग होए हैं उन्होंने सारे ने अंदरों ही उन्होंने ज्ञान प्राप्त होया है। वो आत्मा ही ज्ञान देती है, क्योंकि आत्मा परमात्मा है और जो आत्मा की शक्ति है वही परमात्मा की शक्ति ही आत्मा की शक्ति है। तो वो शक्ति ਜਦੋਂ ਸਾਡਾ ਮਨ ਨਿਰਮਲ ਹੋ ਜਾਂਦਾ ਹੈ, ਫਿਰ ਉਹਦੇ ਅਸੀਂ ਪਾਵਰ ਨੂੰ ਮਹਿਸੂਸ ਕਰ ਸਕਦੇ ਹਾਂ, ਉਹਦੇ ਗੁਣਾਂ ਨੂੰ ਅਸੀਂ ਮਹਿਸੂਸ ਕਰ ਸਕਦੇ ਹਾਂ। ਫਿਰ ਸਾਡੇ ਅੰਦਰ ਦੈਵੀ ਗੁਣ ਆ ਜਾਂਦੇ ਹਨ, ਸਾਡੇ ਅੰਦਰ ਦਇਆ ਆ ਜਾਂਦੀ ਹੈ, ਦੂਸਰਿਆਂ ਨੂੰ ਦੇਣ ਤੇ ਦਿਲ ਕਰਦਾ ਹੈ, ਕੋਈ ਵੈਰੀ ਨਜ਼ਰ ਨਹੀਂ ਆਉਂਦਾ, ਹਰੇਕ ਨੂੰ ਅਸੀਂ ਪਿਆਰ ਕਰਦੇ ਹਾਂ। ਅੱਜ ਪਿਆਰ ਕਿਹੜਾ ਹੈ? ਅੱਜ ਸਵਾਰਥੀ ਪਿਆਰ ਹੈ, ਜਿਹਦੇ ਨਾਲ ਲੋੜ ਹੈ, ਜਿਹਦੇ ਨਾਲ ਮਤਲਬ ਹੈ, ਉਹਨੂੰ ਅਸੀਂ ਪਿਆਰ ਕਰਦੇ ਹਾਂ। ਅਕਸਰ ਪਿਆਰ ਦੀ ਭਾਸ਼ਾ ਅਸੀਂ ਇਨਸਾਨ ਭੁੱਲ ਗਿਆ ਹੈ। ਲੇਕਿਨ ਜਦੋਂ ਇਹ ਦੈਵੀ ਗੁਣ ਸਾਡੇ ਅੰਦਰ ਆਣਗੇ, ਸਾਨੂੰ ਸਾਰੇ ਪਿਆਰੇ ਲੱਗਣਗੇ, ਅਸੀਂ ਸਾਰਿਆਂ ਦੇ ਗੁਣ ਦੇਖਾਂਗੇ, ਸਾਨੂੰ ਦੋਸ਼ ਨਜ਼ਰ ਹੀ ਨਹੀਂ ਆਣਗੇ। ਉਹ ਇਹ ਸਾਰੇ ਕਰਮ ਜੋ ਹੋਣਗੇ ਉਹਦੇ ਨਾਲ ਆਪ ਜੀ ਦਾ ਬੋਲਿਆ ਜਾਂ ਸਵਾਲ ਦਾ ਜਵਾਬ ਮਿਲ ਜਾਏਗਾ। ਤੇ ਕਹਿਣ ਦਾ ਭਾਵ ਸਾਡੇ ਮਤਲਬ ਇਹ ਹੋ ਗਿਆ ਕਿ ਜਿਹੜੀ ਨੈਗੇਟਿਵ ਥਾਟਸ ਵਿੱਚ ਜਦ ਸਾਡਾ ਮਨ ਹਟ ਕੇ ਪਰਮਾਤਮਾ ਨਾਲ ਜੁੜਨ ਵਾਸਤੇ ਸਾਨੂੰ ਨੈਗੇਟਿਵ ਥਾਟਸ ਹਟਾ ਕੇ ਇੱਕ ਕੋਸ਼ਿਸ਼ ਕਹਿ ਸਕਦੇ ਹਾਂ, ਅਸੀਂ ਕੋਸ਼ਿਸ਼ ਕਰਨੀ ਪਏਗੀ ਆਪਣੇ ਮਨ ਨੂੰ ਸਮਝਾਉਣ ਦੀ। ਪਰ ਅਸੀਂ ਆਪਣੇ ਮਨ ਨੂੰ ਤਦ ਵੀ ਇੰਨਾ ਆਸਾਨ ਨਹੀਂ ਮਨ ਨੂੰ ਸਮਝਾਉਣਾ। ਅਸੀਂ ਕਹਿੰਦੇ ਹਾਂ ਨੈਗੇਟਿਵ ਥਾਟਸ ਹਟਾਉਣੇ ਚਾਹੀਦੇ ਨੇ, ਜਿਸੇ ਤੁਸੀਂ ਜ਼ਿਕਰ ਕੀਤਾ ਕਿ ਸਾਨੂੰ ਜਿੰਨੀ ਵੀ ਈਰਸ਼ਾ ਨਹੀਂ ਕਰਨੀ ਚਾਹੀਦੀ, ਈਰਖਾ ਕਿਸੇ ਨਾਲ ਨਹੀਂ ਕਰਨੀ ਚਾਹੀਦੀ, ਜਿਹੜੇ ਵੈਰ ਵਿਰੋਧਤਾ ਘੱਟ ਕਰਨੀ ਚਾਹੀਦੀ ਹੈ। ਪਰ ਤਦ ਵੀ ਇਹਨਾਂ ਵਿਕਾਰਾਂ ਦਾ ਇੰਨਾ ਸਖਤ ਹਮਲਾ ਹੈ ਕਿ ਅਸੀਂ ਇਹਨਾਂ ਵਿਕਾਰਾਂ ਨੂੰ ਤਦ ਵੀ ਕਾਬੂ ਨਹੀਂ ਕਰ ਪਾਉਂਦੇ,
ਕੀ ਤਰੀਕਾ ਹੈ ਕਿ ਜੇ ਅਸੀਂ ਇਹਨਾਂ ਨੂੰ ਕਾਬੂ ਕਰ ਸਕੀਏ? ਇਸ ਦਾ ਸਭ ਤੋਂ ਵੱਡਾ ਤਰੀਕਾ ਹੈ ਕਿ ਅਸੀਂ ਆਪਣੇ ਮਨ ਨੂੰ, ਜਿਸ ਤਰ੍ਹਾਂ ਅਸੀਂ ਸਰੀਰ ਨੂੰ ਅੱਛੀ ਖੁਰਾਕ ਖਵਾਉਂਦੇ ਹਾਂ, ਸਾਡਾ ਸਰੀਰ ਮਜ਼ਬੂਤ ਰਹੇ, ਸਟਰੋਂਗ ਜੀ ਰਹੇ, ਨਿਰੋਗ ਰਹੇ, ਜੀ ਇਸੇ ਤਰ੍ਹਾਂ ਹੀ ਸਾਨੂੰ ਆਪਣੇ ਮਨ ਨੂੰ ਅੱਛੀ ਖੁਰਾਕ ਖਵਾਉਣੀ ਜੀ ਪਏਗੀ ਤਾਂ ਕਿ ਸਾਡਾ ਮਨ ਤੰਦਰੁਸਤ ਰਹੇ, ਸਾਡਾ ਮਨ ਵਿਕਾਰਾਂ ਤੇ ਵਿਜੇ ਪਾ ਸਕੇ, ਜੀ ਸਾਡਾ ਮਨ ਵਿਕਾਰਾਂ ਨੂੰ ਦਬਾ ਸਕੇ ਜਾਂ ਕੰਟਰੋਲ ਕਰ ਸਕੇ। ਜੀ ਉਹਦੇ ਵਾਸਤੇ ਸਾਨੂੰ ਮਨ ਦੀ ਖੁਰਾਕ ਢੂੰਡਣੀ ਪਏਗੀ ਕਿ ਜੀ ਕਿਹੜੀ ਖੁਰਾਕ ਅਸੀਂ ਆਪਣੇ ਮਨ ਨੂੰ ਖਵਾਈਏ। तो पहली खुराक खुराक जो है, तीन चीज़ां ਅਸੀਂ ਪਹਿਲੇ डिस्कस कर चुके हैं, जी गुरबानी पढ़नी, सेवा करनी और कीर्तन। ਇਹ खुराक है, बड़ी ਜ਼ਬਰਦਸਤ खुराक है, ऐसी खुराक ਸੰਸਾਰ ਵਿੱਚ ਨਹੀਂ ਹੈ। ਉਸ ਦੇ ਨਾਲ ਨਾਲ ਇੱਕ ਹੋਰ ਬਹੁਤ ਸਾਰੀਆਂ ਹੋਰ ਚੀਜ਼ਾਂ ਨੇ, ਜਿਵੇਂ ਸਰੀਰ ਨੂੰ ਅਸੀਂ ਡਰਾਈ ਫਰੂਟ ਦਿੰਦੇ ਆ, ਫਰੂਟ ਖਾਂਦੇ ਆ, ਹੋਰ ਕਿੰਨੀਆਂ ਚੀਜ਼ਾਂ ਖਾਂਦੇ ਆ ਜਿਹਦੇ ਨਾਲ ਤਾਕਤ ਬਣੀ ਰਵੇ। ਇਸ ਤਰ੍ਹਾਂ ਮਨ ਨੂੰ ਵੀ ਗੁਰਬਾਣੀ ਦੇ ਨਾਲ, ਕੀਰਤਨ ਦੇ ਨਾਲ ਔਰ ਸੇਵਾ ਦੇ ਨਾਲ ਥੋੜੀਆਂ ਹੋਰ ਚੀਜ਼ਾਂ ਖਵਾਉਣੀਆਂ ਪੈਣਗੀਆਂ ਜਿਹੜੀਆਂ ਬੜੀਆਂ ਜ਼ਰੂਰੀ ਨੇ। ਸਭ ਤੋਂ ਪਹਿਲਾਂ ਹੈ ਕਿ ਅਸੀਂ ਕੋਸ਼ਿਸ਼ ਕਰੀਏ ਰੋਜ਼ ਗੁਰੂ ਦਰਬਾਰ ਵਿੱਚ ਜਾ ਕੇ ਦਰਸ਼ਨ ਕਰੀਏ, ਧੰਨ ਧੰਨ ਗੁਰੂ ਗ੍ਰੰਥ ਸਾਹਿਬ ਜੀ ਨੂੰ ਮੱਥਾ ਟੇਕੀਏ ਤੇ ਅਰਦਾਸ ਕਰੀਏ, हे ਵਾਹਿਗੁਰੂ ਜੀ ਮੈਨੂੰ ਵਿਵੇਕ ਬੁੱਧੀ ਦਿਓ। ਇਹ ਵਿਵੇਕ ਬੁੱਧੀ ਜੋ ਹੈ ਬੜੀ ਕੰਮ ਦੀ ਚੀਜ਼ ਹੈ, ਗੁਰਮਤ ਵਿੱਚ ਬੜੀ ਇਸ ਦੀ ਵਿਆਖਿਆ ਕੀਤੀ ਗਈ ਹੈ, ਕਿਉਂਕਿ ਜਦੋਂ ਸਾਨੂੰ ਵਿਵੇਕ ਬੁੱਧੀ ਮਿਲੇਗੀ ਸਾਡੇ ਸਾਰੇ ਕੰਮ ਠੀਕ ਹੋਣਗੇ, ਫਿਰ ਅਸੀਂ ਵਿਕਾਰਾਂ ਨੂੰ ਸਮਝ ਸਕਨੇ ਹਾਂ ਜੀ ਔਰ ਛੋੜ ਸਕਨੇ ਹਾਂ ਨਾ। ਜੀ ਇੱਥੇ ਸਮਝ ਨਹੀਂ ਹੈ, ਇਸ ਕਰਕੇ ਅਸੀਂ ਛੱਡ ਨਹੀਂ ਸਕਦੇ। ਤਾਂ ਗੁਰਦੁਆਰੇ ਜਾਣਾ ਕਾਫੀ ਜ਼ਰੂਰੀ ਹੈ। ਜਿੱਥੋਂ ਤੱਕ ਮੈਨੂੰ ਲਾਈਫ ਦਾ ਐਕਸਪੀਰੀਅੰਸ ਹੈ, ਜਾਣਾ और नमस्कार करके अरदास करनी, थोड़ी एकाग्रता हासिल करनी जी कि कोने ते बैठ के वाहिगुरु जी ने कहना, है वाहिगुरु जी मैं तुहाडा बच्चा वां, किरपा करो, मैं तुहाडे दरबार विच आया वां, तुहाडी शरण विच आया, मेहर करो, मैनू विवेक बुद्धि दिओ, मेरी खोटी मत दूर करो। ਯਾਨੀ ਸਾਨੂੰ ਆਰਜ਼ਾ ਕਰਨੀ ਪਏਗੀ ਪਰਮਾਤਮਾ ਦੇ ਅੱਗੇ, ਪਰਮਾਤਮਾ ਦੇ ਅੱਗੇ ਅਰਦਾਸ ਬੇਨਤੀ ਜੋਦਰੀ ਕਰਨੀ ਪਏਗੀ ਕਿ ਸਾਨੂੰ ਇਹਨਾਂ ਪੰਜਾਂ ਵਿਕਾਰਾਂ ਤੋਂ ਬਚਾ ਕੇ, ਸਾਨੂੰ ਬੁਰਾਈਆਂ ਤੋਂ ਬਚਾ ਕੇ, ਨੈਗੇਟਿਵ ਵਿਚਾਰਾਂ ਤੋਂ ਬਚਾ ਕੇ ਸਾਨੂੰ ਤੁਸੀਂ ਆਪਣੇ ਨਾਲ ਜੋੜੋ। ਇਹ ਅਰਦਾਸ, ਇਹ ਜੋਦਰੀ ਸਾਨੂੰ ਪਰਮਾਤਮਾ ਨਾਲ ਕਰਨੀ ਪਏਗੀ। ਤਦੀ ਅਸੀਂ ਜਿਹੜੀ, ਜਿਸ ਤਰ੍ਹਾਂ ਸਤਨਾਮ ਕੌਰ ਜੀ ਨੇ ਸਾਨੂੰ ਕਿਹਾ ਕਿ ਕਿਸ ਜਿਹੜੀ ਖੁਰਾਕ ਹੈ ਮਨ ਦੀ, ਇਹ ਖੁਰਾਕ ਹੈ ਗੁਰਬਾਣੀ ਪੜ੍ਹਨਾ, ਕੀਰਤਨ ਸੁਣਨਾ, ਸੇਵਾ ਕਰਨੀ। ਤੇ ਇਸ ਜਿਹੜੀ ਖੁਰਾਕ ਹੈ, ਅਸੀਂ ਇਸ ਖੁਰਾਕ ਨੂੰ ਸਹੀ ਤਰ੍ਹਾਂ ਗ੍ਰਹਿਣ, ਸੱਚੇ ਮਨ ਨਾਲ ਗ੍ਰਹਿਣ ਕਰਨਾ, ਉਹ ਤਦ ਹੀ ਗ੍ਰਹਿਣ ਕਰ ਸਕਦੇ ਹਾਂ ਜਦ ਅਸੀਂ ਇਹਨਾਂ ਵਿਕਾਰਾਂ ਤੋਂ ਬਚ ਸਕਾਂਗੇ। ਤੇ ਅਸੀਂ ਇਸ ਮਨ ਦੀ ਵਿਚਾਰ ਨੂੰ ਇੱਥੇ ਸੰਕੋਚਨੇ ਆ। ਤੁਸੀਂ ਇਸ ਵਿਚਾਰ ਨਾਲ ਸੰਬੰਧਿਤ ਜਾਂ ਕੋਈ ਵੀ ਵਿਚਾਰ ਜਾਂ ਸੁਝਾਅ ਸਾਨੂੰ ਈਮੇਲ ਦੇ ਰਾਹੀਂ ਭੇਜ ਸਕਦੇ ਹੋ। ਸਾਡਾ ਈਮੇਲ ਐਡਰੈਸ ਨੋਟ ਕਰ ਲਓ, ikonkar@zenetwork.com। ਤੁਸੀਂ ਆਪਣੇ ਵਿਚਾਰ ਸਾਨੂੰ SMS ਰਾਹੀਂ ਵੀ ਭੇਜ ਸਕਦੇ ਹੋ। ਤੁਹਾਨੂੰ ਬਸ ਇੰਨਾ ਕਰਨਾ ਹੈ, ਆਪਣੇ ਮੈਸੇਜ ਬਾਕਸ ਵਿੱਚ ਜਾ ਕੇ ਇੱਕ ਓਂਕਾਰ ਟਾਈਪ ਕਰਨਾ ਹੈ ਤੇ ਸਪੇਸ ਦੇ ਕੇ ਆਪਣਾ ਸਵਾਲ ਟਾਈਪ ਕਰਨਾ ਹੈ, ਆਪਣਾ ਨਾਮ ਤੇ ਜਿੱਥੋਂ ਤੁਸੀਂ ਭੇਜ ਰਹੇ ਹੋ ਉਹ ਜਗ੍ਹਾ ਮੈਸੇਜ ਕਰਨਾ ਹੈ ਤੇ ਭੇਜ ਦੇਣਾ 57575। ਬੀਬੀ ਸਤਨਾਮ ਕੌਰ ਜੀ, ਤੁਸੀਂ ਇੱਕ ਓਂਕਾਰ ਵਿੱਚ ਆਏ, ਤੁਹਾਡਾ ਬਹੁਤ ਬਹੁਤ ਧੰਨਵਾਦ ਜੀ। ਪੁੱਲਾ ਚੁੱਕਾ ਦੀ ਮਾਫੀ ਦਿਓ ਸੀਸਾਂ ਤੇ ਪਿਆਰ ਸਹਿਤ ਫਤਿਹ ਬੁਲਾਓ। ਵਾਹਿਗੁਰੂ ਜੀ का खालसा, वाहिगुरु जी की फतेह। अव्वल अल्लाह नूर पाया, कुदरत के सब बंदे, एक नूर ते सब जग उपजया, कौन भले तो मंदे। इस प्रोग्राम के प्रायोजक हैं MDH दंत मंजन, दांतों का डॉक्टर। कद तक चलनियां पैणगीਆਂ ਦਿੱਕਤਾਂ, ਕਦੋਂ ਬੰਦਾ ਹੈ ਵਿਆਹ ਦਾ ਯੋਗ ਤੇ ਕਿਹੋ ਜਿਹੀ ਰਹੇਗੀ ਤੁਹਾਡੀ ਮੈਰਿਡ ਲਾਈਫ, ਬਿਜ਼ਨਸ ਜਾਂ ਨੌਕਰੀ, ਕਿਸ ਲਾਈਨ 'ਚ ਬਣੇਗਾ ਤੁਹਾਡਾ ਭਵਿੱਖ, ਕਿੰਨੇ ਕੇ ਲਾਜ਼ਮੀ ਨੇ। ब्रेक तो बाद आप जी का मुड़ स्वागत है। ਅੱਜ ਅਸੀਂ ਵਿਚਾਰ ਕਰ ਰਹੇ ਹਾਂ ਮਨ ਦੀ ਸਥਿਤੀ ਬਾਰੇ। ਮਨ ਦੀ ਸਥਿਤੀ ਕੀ ਹੁੰਦੀ ਹੈ, ਮਨ ਕਿਨ ਵਿਕਾਰਾਂ, ਕਿਨ ਬੁਰਾਈਆਂ ਨਾਲ ਘਿਰਿਆ ਰਹਿੰਦਾ ਹੈ, ਤੇ ਉਸ ਤੋਂ ਬਾਅਦ ਉਸ ਮਨ ਨੂੰ ਕਿਸ ਤਰ੍ਹਾਂ ਉਭਾਰਿਆ ਜਾ ਸਕਦਾ ਹੈ ਇਹਨਾਂ ਬੁਰਾਈਆਂ ਤੋਂ, ਇਸੇ ਤੇ ਅਸੀਂ ਵਿਚਾਰ ਕਰ ਰਹੇ ਹਾਂ। ਜਿਸ ਤਰ੍ਹਾਂ ਕਿ ਬ੍ਰੇਕ ਤੋਂ ਜਾਣ ਤੋਂ ਪਹਿਲਾਂ ਸਤਨਾਮ ਕੌਰ ਜੀ ਅਸੀਂ ਗੱਲ ਕੀਤੀ ਮਨ ਨੂੰ ਜਿਨ੍ਹਾਂ ਬੁਰਾਈਆਂ ਨੇ ਘੇਰਿਆ ਹੋਇਆ ਹੈ, ਬੁਰੇ ਵਿਚਾਰਾਂ ਨੇ ਘੇਰਿਆ ਹੋਇਆ ਹੈ, ਪਰ ਇੱਕ ਮਨੁੱਖ ਦਾ ਇੱਕ ਫਰਜ਼ ਬਣਦਾ ਹੈ ਕਿ ਉਹ ਲਗਾਤਾਰ ਆਪਣੇ ਮਨ ਨੂੰ ਪਰਚੋਲਦਾ ਰਹੇ, ਫੋਲਦਾ ਰਹੇ, ਤੇ ਉਸ ਤੋਂ ਬਾਅਦ ਉਸ ਮਨ ਨੂੰ ਉਹ ਨੈਗੇਟਿਵ ਥਾਟਸ ਤੋਂ ਕੱਢਿਆ ਜਾ ਸਕੇ। ਪਰ ਜ਼ਰੀਆ ਕੀ ਹੈ, ਤਰੀਕਾ ਕੀ ਹੈ?
ਜਦੋਂ ਕਿਸੇ ਵੀ ਇਨਸਾਨ ਨੂੰ ਪਤਾ ਲੱਗ ਜਾਏ ਕਿ ਅੱਗੇ ਖਤਰਾ ਹੈ ਤਾਂ ਉਹ ਖਤਰੇ ਤੋਂ ਬਚਣ ਦੀ ਕੋਸ਼ਿਸ਼ ਕਰਦਾ ਹੈ। ਹੁਣ ਸਾਨੂੰ ਇਹ ਪਤਾ ਲੱਗ ਗਿਆ ਹੈ ਕਿ ਨੈਗੇਟਿਵ ਵਿਚਾਰ ਜੋ ਹਨ ਇਹ ਬੜੇ ਖਤਰਨਾਕ ਹਨ। ਇਹਨੂੰ ਬਚਣ ਦਾ ਬੜਾ ਸੌਖਾ ਤਰੀਕਾ ਹੈ। ਸਭ ਤੋਂ ਪਹਿਲਾਂ ਅਸੀਂ ਗੁਰਬਾਣੀ ਪੜ੍ਹਨੀ ਹੈ। ਗੁਰਬਾਣੀ ਅਸੀਂ ਸਾਰੇ ਪੜ੍ਹਦੇ ਹਾਂ, ਜੀ ਫਿਰ ਵੀ ਅਸੀਂ ਬਚ ਨਹੀਂ ਪਾਉਂਦੇ। ਤਾਂ ਇੱਥੇ ਇਹ ਇੱਕ ਐਡ ਕਰਨਾ ਪਏਗਾ ਕਿ ਜਦੋਂ ਅਸੀਂ ਗੁਰਬਾਣੀ ਦਾ ਪਾਠ ਕਰਨੇ ਆ, ਉਦੋਂ ਸਾਨੂੰ ਜਿਹੜਾ ਪਾਠ ਅਸੀਂ ਆਪਣੇ ਮੂੰਹ ਨਾਲ ਕਰ ਰਹੇ ਹਾਂ, ਸਾਨੂੰ ਆਪਣੇ ਕੰਨਾਂ ਨਾਲ ਸੁਣਨਾ ਹੈ। ਅਸੀਂ ਸਿਰਫ ਪਾਠ ਕਰਦੇ ਹਾਂ, ਸੁਣਦੇ ਨਹੀਂ ਹਾਂ। ਜਿਹੜਾ ਅਸੀਂ ਪਾਠ ਕਰਨਾ ਹੈ, ਜਿਹੜੀ ਅਸੀਂ ਬਾਣੀ ਪੜ੍ਹਨੀ ਹੈ, ਇੱਕ ਓਂਕਾਰ, ਇਹਨੂੰ ਕੰਨਾਂ ਨਾਲ ਸੁਣਨਾ ਹੈ। ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਯਾਨੀ ਇਸ ਤਰ੍ਹਾਂ ਬਾਣੀ ਪੜ੍ਹਨੀ ਹੈ ਮੂੰਹ ਦੇ ਨਾਲ, ਜੀਭ ਦੇ ਨਾਲ, ਰਸਨਾ ਦੇ ਨਾਲ, ਔਰ ਆਪਣੇ ਕੰਨਾਂ ਨਾਲ ਸੁਣਨਾ ਹੈ। ਅਕਸਰ ਅਸੀਂ ਬਾਣੀ ਪੜ੍ਹਨੇ ਆ, ਆਪ ਹੀ ਨਹੀਂ ਸੁਣਦੇ। ਈਵਨ ਗੁਰਦੁਆਰਿਆਂ ਵਿੱਚ ਕੀਰਤਨ ਹੁੰਦਾ ਹੈ, ਸਾਨੂੰ ਸੁਣਨ ਦੀ ਆਦਤ ਨਹੀਂ ਹੈ। ਤਾਂ ਇਹ ਯਾਦ ਰੱਖਣਾ ਹੈ ਕਿ ਗੁਰਬਾਣੀ ਦਾ ਪਾਠ ਕਰਨਾ ਹੈ, ਤੁਹਾਨੂੰ ਆਪਣੇ ਕੰਨਾਂ ਨਾਲ ਸੁਣਨਾ ਹੈ। ਸੁਣਨ ਦੇ ਨਾਲ ਸਾਡਾ ਮਨ ਇਕਾਗਰ ਹੋਏਗਾ ਔਰ ਸਾਨੂੰ ਬਾਣੀ ਦੀ ਸਮਝ ਆਏਗੀ, ਸਾਨੂੰ ਬਾਣੀ ਦਾ ਪਿਆਰ ਪੈਦਾ ਹੋਏਗਾ ਔਰ ਜ਼ਿਆਦਾ ਬਾਣੀ ਪੜ੍ਹਨ ਦਾ ਦਿਲ ਕਰੇਗਾ। ਪਰ ਕਈ ਲੋਕ ਇੱਥੇ ਇਹ ਕਹਿੰਦੇ ਨੇ ਕਿ ਕਹਿੰਦੇ ਅਸੀਂ ਗੁਰਬਾਣੀ ਦਾ ਪਾਠ ਕਰਨੇ ਆ, ਅਸੀਂ ਕੀਰਤਨ ਸੁਣਨੇ ਆ, ਸਾਡਾ ਮਨ ਨਹੀਂ ਲੱਗਦਾ ਹੀ ਨਹੀਂ। ਹਾਂ, ਕਿਉਂਕਿ ਅਸੀਂ ਕੰਨਾਂ ਨਾਲ ਸੁਣਦੇ ਨਹੀਂ ਹਾਂ, ਸਾਡੇ ਕੰਨ ਕਿਤੇ ਹੋਰ ਗਏ ਹੁੰਦੇ ਨੇ। ਤਾਂ ਸਾਡੀ ਸੁਰਤ ਕਿੱਥੇ ਹੋਰ ਹੁੰਦੀ ਹੈ। ਹਾਂ, ਤੇ ਸੁਰਤ ਕੰਨਾਂ ਦੇ ਰਾਹੀਂ ਸੁਰਤ ਵਿੱਚ ਜਾਂਦਾ ਹੈ। ਤਾਂ ਜਪਜੀ ਸਾਹਿਬ ਦੇ ਵਿੱਚ ਗੁਰੂ ਨਾਨਕ ਸਾਹਿਬ ਜੀ ਨੇ ਸੁਣੀਏ ਦੀਆਂ 4 ਪੌੜੀਆਂ ਲਿਖੀਆਂ ਨੇ। ਉਹਦਾ ਮਤਲਬ ਇਹ ਹੈ ਕਿ ਸੁਣਨ ਦੀ ਬੜੀ ਮਹਾਨਤਾ ਹੈ। ਈਵਨ ਬੱਚਾ ਸਕੂਲ ਵਿੱਚ ਜਾਂਦਾ ਹੈ, ਕਲਾਸ ਵਿੱਚ ਸੁਣਦਾ ਹੀ ਨਹੀਂ ਟੀਚਰ ਨੇ ਕੀ ਬੋਲਿਆ ਹੈ, ਪੜ੍ਹਾਈ ਨਹੀਂ ਕਰ ਸਕਦਾ। ਠੀਕ ਹੈ, ਉਹ ਟਿਊਸ਼ਨ ਤੇ ਚਲਾ ਜਾਂਦਾ, ਉਹਨੂੰ ਪਤਾ ਮੈਂ ਟਿਊਸ਼ਨ ਤੇ ਜਾਣਾ ਹੈ। ਈਵਨ ਟਿਊਸ਼ਨ ਤੇ ਜਾ ਕੇ ਵੀ ਉਹ ਕੰਨਾਂ ਨਾਲ ਨਹੀਂ ਸੁਣਦਾ। ਤਾਂ ਕੰਨਾਂ ਦੇ ਨਾਲ ਸੁਣਨਾ ਹੈ। ਕੰਨ ਦਿੱਤੇ ਹੀ ਵਾਹਿਗੁਰੂ ਜੀ ਨੇ ਇਸ ਕਰਕੇ ਨੇ, ਔਰ ਉਹ ਵੀ 2 ਕੰਨ ਦਿੱਤੇ ਹਨ ਕਿ ਅਸੀਂ ਜ਼ਿਆਦਾ ਸੁਣੀਏ, ਬੋਲਣਾ ਘੱਟ ਹੈ। ਜੀਭ ਇੱਕ ਹੈ। ਦੇਖੋ ਵਾਹਿਗੁਰੂ ਜੀ ਦਾ ਕੈਸਾ ਕ੍ਰਿਸ਼ਮਾ ਹੈ ਅੰਗਾਂ ਦਾ ਵੀ, ਕਿ ਜੀਭ ਸਾਨੂੰ ਇੱਕ ਦਿੱਤੀ ਹੈ ਕਿਉਂਕਿ ਘੱਟ ਬੋਲਣਾ ਹੈ। ਕੰਨ ਸਾਨੂੰ 2 ਦਿੱਤੇ ਹਨ ਕਿ ਜ਼ਿਆਦਾ ਸੁਣਨਾ ਹੈ। ਤਾਂ ਬਾਣੀ ਪੜ੍ਹਨੀ ਹੈ ਔਰ ਉਹਨੂੰ ਸੁਣਨਾ ਹੈ। ਇਹ ਤਰੀਕਾ ਹੈ ਮਨ ਨੂੰ ਇਕਾਗਰ ਕਰਨ ਦਾ, ਜ਼ਿਆਦਾ ਤੋਂ ਜ਼ਿਆਦਾ ਕਨਸੈਂਟਰੇਸ਼ਨ ਹਾਸਲ ਕਰਨ ਦਾ। ਉਸ ਦੇ ਬਾਅਦ ਕੀਰਤਨ ਕਰਨਾ ਹੈ, ਕਿਉਂਕਿ ਕੀਰਤਨ ਕਰਨ ਦੇ ਨਾਲ ਜਦੋਂ ਸਾਡੀ ਜੀਭ ਸ਼ਬਦ ਗਾਏਗੀ ਤਾਂ ਉਹਦਾ ਧਿਆਨ ਸ਼ਬਦ ਵਿੱਚ ਜੁੜੇਗਾ, ਉਹਦਾ ਮਨ ਖੁਸ਼ ਹੋਏਗਾ, ਉਹਦੀਆਂ ਮਨ ਦੀਆਂ ਜਿਤਨੀਆਂ ਟੈਨਸ਼ਨ ਨੇ ਸਭ ਨਿਕਲ ਜਾਣਗੀਆਂ। ਕੀਰਤਨ ਵਿੱਚ ਬੜੀ ਤਾਕਤ ਹੈ। तो कीर्तन सुनना, कीर्तन करना एक बड़ा ही जबरदस्त और पावरफुल मैथड है नेगेटिव थॉट्स ਨੂੰ ਕੱਢਣ ਦਾ। ਠੀਕ ਹੈ, ਅਸੀਂ ਕਹਿ ਵੀ ਸਕਨੇ ਆ ਨਾ, ਜਿਸ ਤਰ੍ਹਾਂ ਗੁਰਬਾਣੀ ਵਿੱਚ ਇਹ ਕਿਹਾ ਹੈ ਕਿ ਕਲਯੁਗ ਮੈਂ ਕੀਰਤਨ ਪ੍ਰਧਾਨਾ, ਕਿ 뮤직 ਦੀ ਸ਼ਕਤੀ ਜਦ ਗੁਰਬਾਣੀ ਨਾਲ ਜੁੜ ਜਾਂਦੀ ਹੈ ਤਾਂ ਉਹ ਇੱਕ ਇਸ ਤਰ੍ਹਾਂ ਦਾ ਅਸਰ ਦਿਖਾਉਂਦੀ ਹੈ ਕਿ ਸਾਡਾ ਮਨ ਇਕਾਗਰਤਾ ਵੱਲ, ਸ਼ਾਂਤੀ ਵੱਲ ਵੱਧਦਾ ਰਹਿੰਦਾ ਹੈ। ਤੇ ਅਸੀਂ ਅਗਰ ਆਪਣੇ ਡਿਸਕਸ਼ਨ ਨੂੰ ਅੱਗੇ ਵਧਾਉਂਦੇ ਹੋਏ, ਮਨ ਵਿੱਚ ਸਾਡੇ ਵਿਕਾਰ ਵੀ ਆਉਂਦੇ ਨੇ। ਵਿਕਾਰ ਇੱਕ ਨੈਗੇਟਿਵ ਥਾਟਸ ਦਾ ਇੱਕ ਅਲੱਗ ਰੂਪ ਹੈ। ਤੇ ਉਨ ਵਿਕਾਰਾਂ ਤੋਂ ਅਸੀਂ ਕਿਸ ਤਰ੍ਹਾਂ ਬਚਾ ਸਕਦੇ ਹਾਂ? ਜੈਸੇ ਕਾਮ, ਕ੍ਰੋਧ, ਲੋਭ, ਮੋਹ, ਅਹੰਕਾਰ, ਇਹ 5 ਗੁਰਬਾਣੀ ਵਿੱਚ ਇਹਨਾਂ ਨੂੰ 5 ਨੂੰ ਚੋਰ ਵੀ ਕਿਹਾ ਗਿਆ ਹੈ। ਤੇ ਨਾ ਚੋਰ ਸਾਨੂੰ ਘੇਰੇ ਰੱਖਦੇ ਨੇ ਸਾਡੇ ਮਨ ਨੂੰ। ਤੇ ਉਸ ਇਹਨਾਂ ਵਿਕਾਰਾਂ ਤੋਂ ਸਾਡੇ ਆਪਣੇ ਅਸੀਂ ਮਨ ਨੂੰ ਕਿਸ ਤਰ੍ਹਾਂ ਬਚਾ ਸਕਦੇ ਹਾਂ, ਉਹ ਇਸ ਦੇ ਵਿੱਚ ਹੀ ਆਏਗਾ। ਉਸ ਦੇ ਵਿੱਚ ਪਹਿਲਾ ਗੁਰਬਾਣੀ ਪੜ੍ਹਨੀ ਹੈ ਔਰ ਸੁਣਨੀ ਹੈ। ਦੂਸਰਾ ਕੀਰਤਨ ਕਰਨਾ ਹੈ ਆਪਣੀ ਜੀਭ ਦੇ ਨਾਲ। ਈਵਨ ਜਦੋਂ ਅਸੀਂ ਗੁਰਦੁਆਰੇ ਜਾਂਦੇ ਹਾਂ, ਬੜਾ ਸੁੰਦਰ ਕੀਰਤਨ ਹੋ ਰਿਹਾ ਹੈ, ਅਗਰ ਅਸੀਂ 5 ਮਿੰਟ ਵੀ ਬੈਠ ਕੇ ਸੁਣੀਏ ਆਪਣੇ ਕੰਨਾਂ ਦੇ ਨਾਲ, ਬਿਨਾਂ ਇੱਧਰ ਉੱਧਰ ਦੇਖਿਆ ਕਿ ਕੌਣ ਆ ਰਿਹਾ ਹੈ, ਕੌਣ ਜਾ ਰਿਹਾ ਹੈ, ਇਹ ਸਭ ਧਿਆਨ ਨੂੰ ਸਾਈਡ ਤੇ ਰੱਖ ਦਈਏ ਤੇ ਸਾਨੂੰ ਇੰਨੀ ਖੁਸ਼ੀ ਹਾਸਲ ਹੋਏਗੀ। ਇਹ ਤੇ ਅਨੁਭਵ ਆਪ ਜੀ ਨੂੰ ਖੁਦ ਹੀ ਕਰਕੇ ਦੇਖਣਾ ਪਏਗਾ। ਉਸ ਦੇ ਬਾਅਦ ਇੱਕ ਹੋਰ ਤਰੀਕਾ ਹੈ ਵਿਕਾਰਾਂ ਨੂੰ ਕੱਢਣ ਦਾ, ਉਹ ਹੈ ਸੇਵਾ। ਸਿੱਖ ਧਰਮ ਵਿੱਚ ਸੇਵਾ ਦੀ ਬੜੀ ਮਹਾਨਤਾ ਹੈ। ਸਾਰੇ ਜਗਤ ਵਿੱਚ ਸਿੱਖਾਂ ਦੀ ਸੇਵਾ ਪ੍ਰਸਿੱਧ ਹੈ ਕਿ ਸਿੱਖ ਕਿਸ ਤਰ੍ਹਾਂ ਸੇਵਾ ਕਰਦੇ ਨੇ। ਹਜ਼ਾਰਾਂ ਲੋਕਾਂ ਦਾ ਲੰਗਰ ਮਿੰਟਾਂ ਵਿੱਚ ਪਕਾ ਲੈਂਦੇ ਨੇ, ਥੱਕਦੇ ਨਹੀਂ, ਔਰ ਇਹਨਾਂ ਦੇ ਚਿਹਰੇ ਤੇ ਬੜੀ ਖੁਸ਼ੀ ਹੈ। ਤੋ ਇਹ ਜੋ ਸੇਵਾ ਅਸੀਂ ਕਰਦੇ ਹਾਂ, ਸੇਵਾ ਦੇ ਨਾਲ ਬੜੀ ਪਾਵਰ ਆਉਂਦੀ ਹੈ।
ਅਸਲ ਵਿੱਚ ਕੀ ਹੁੰਦਾ ਹੈ, ਸੇਵਾ ਕਰਨ ਦੇ ਨਾਲ ਜੋ ਪਾਵਰ ਸਾਨੂੰ ਹਾਸਲ ਹੋਣੀ ਹੁੰਦੀ ਹੈ ਉਤਨੀ ਹੁੰਦੀ ਨਹੀਂ। ਕਿ ਅਸੀਂ ਸਾਰੇ ਹੀ ਸਿੱਖ ਲੋਕ ਜਾਂ ਸਾਰਾ ਸਮਾਜ ਜੋ ਹੈ ਬਾਣੀ ਪੜ੍ਹਦਾ ਹੈ, ਕੀਰਤਨ ਸੁਣਦਾ ਹੈ, ਸੇਵਾ ਕਰਦਾ ਹੈ, ਉਹਦੇ ਬਾਵਜੂਦ ਅਸੀਂ ਦੁਖੀ ਹਾਂ, ਜੀ ਖੁਸ਼ ਤਾਂ ਨਹੀਂ ਹਾਂ। ਜਿਤਨੀਆਂ ਉਹ ਖੁਸ਼ੀ ਦੇਣ ਵਾਲੀਆਂ ਚੀਜ਼ਾਂ ਹਨ ਉਤਨੀ ਖੁਸ਼ੀ ਸਾਡੇ ਕੋਲ ਹੈ ਹੀ ਨਹੀਂ। तो इत्थे ये देखना है कि साडी कमी कित्थे है, वेयर वी आर रोंग। तो सेवा करन लग्या एक गल दा ध्यान रखना है कि सेवा करन लग्या असी गल्लां नहीं करनियां, किसी नूं क्रिटिसाइज नहीं करना। अक्सर गुरुद्वारियां विच सेवा हो रही है, सेवा करने वाले कोई कमेटी नूं क्रिटिसाइज कर रहा है, कोई संगत नूं क्रिटिसाइज कर रहा है, तो जो सेवा ਦਾ ਫਾਇਦਾ ਮਿਲਣਾ ਸੀ, ਜੋ ਬੈਨੀਫਿਟ ਮਿਲਣਾ ਸੀ, ਉਹ ਨਹੀਂ ਮਿਲਦਾ। ਜਿਸ ਤਰ੍ਹਾਂ ਗੁਰਬਾਣੀ ਵਿੱਚ ਗਿਆ, ਸਤਿਗੁਰ ਕੀ ਸੇਵਾ ਸਫਲ ਹੈ ਜੇ ਕੋ ਕਰੇ ਚਿਤ ਲਾਏ। ਰਾਈਟ, ਸਤਿਗੁਰ ਕੀ ਸੇਵਾ ਸਫਲ ਹੈ ਜੇ ਕੋ ਕਰੇ ਚਿਤ ਲਾਏ। ਇੱਥੇ ਚਿਤ ਲਾਏ ਦਾ ਮਤਲਬ ਹੈ ਕਿ ਸੇਵਾ ਕਰਦਿਆਂ ਚਿੱਤ ਵਿੱਚ ਵਾਹਿਗੁਰੂ ਦਾ ਜਾਪ ਕਰਨਾ ਹੈ ਜਾਂ ਕੋਈ ਗੁਰਬਾਣੀ ਦੀ ਪੰਕਤੀ ਦਾ ਜਾਪ ਕਰਨਾ ਹੈ ਜਿਹੜੀ ਸਾਨੂੰ ਪਸੰਦ ਹੈ ਜੀ। तो सेवा करदियां सेवा करत होए नेकामी इस पंक्ति का भी जाप किया जा सकता है और फिर सेवा करके देखो कैसी पावर आती है। तो ये तीन जो मेन चीज़ा हैं, बानी पढ़नी मैं बार बार रिपीट क्यों कर रही हाँ, क्योंकि सानू इन्हां चीज़ों की लोड़ है विकारां नूं कढण वास्ते। विकार भी बड़े पावरफुल ने, इन्नी जल्दी नहीं निकलते, वही अपना किंगडम है उन्हां दी, छड़दे नहीं हैं जी। तो बानी पढ़नी और सुननी, कीर्तन करना और सुनना। अजे भी साडे देश दे विच कोई ऐसे ग्रुप हैं ਜਿਹੜੇ ਸਾਰੀ ਸੰਗਤ ਦੇ ਨਾਲ ਰਲ ਕੇ ਕੀਰਤਨ ਕਰਦੇ ਹਨ। ਉਹ ਮੈਥਡ ਬੜਾ ਪਾਵਰਫੁਲ ਹੈ। ਕੇਵਲ ਰਾਗੀ ਕੀਰਤਨ ਕਰਦੇ ਨੇ, ਅਸੀਂ ਸੁਣਨੇ ਆ, ਸਾਡੇ ਸੁਣਦੇ ਤੇ ਨਹੀਂ ਆ, ਅਸੀਂ ਸਾਡਾ ਮਨ ਤੇ ਹੋਰ ਕਿਤੇ ਚਲਾ ਜਾਂਦਾ ਹੈ। तो कीर्तन करना बड़ा जरूरी है, सेवा करनी है, निंदा नहीं करनी, किसी की बुराई नहीं करनी, फिर सेवा का असली फायदा है, फिर तुहाडे विकार अपने आप निकल जाएंगे, फिर उन्हां दी थां ही नहीं रहनी। तो नस वंजो किल विखो करता कर आया। तो जदों ये असी इस ढंग नाल ये चीज़ां करांगे फिर सानू फायदा होएगा। हुण असी सानू बीमारी दा इलाज पता लग गया। बीमारी की सी? नैगेटिव थॉट्स। इलाज की है? बाणी पढ़नी, सेवा करनी, कीर्तन करना, सुनना, सेवा करनी निष्काम भाव नाल। ये है साडी दवाई। हुण कोई भी दवाई जदों असी खाने आ ओहदे नाल सानू थोड़ा जिहा प्रिकॉशन चाहिदा है, थोड़ा परहेज चाहिदा है। परहेज की है? एक छोटा जिहा एग्जाम्पल देंगी कि बीमारी दे नाल परहेज क्यों जरूरी है। जिवें कोई डायबिटीज का पेशेंट होवे, बड़ा अमीर आदमी है, अच्छे तो अच्छे डॉक्टर नो कोलों दवाई लैके आंदा है पर ठीक नहीं होंदा जी। तो उन्होंने वाइफ ने सोचा कारण की है, असी बड़े अच्छे डॉक्टर को जाने इन्हें ठीक क्यों नहीं होंदे। तो उन्होंने एक दिन स्टडी की या उन्होंने एक तरह नाल उन्हां दी CID की भी ठीक क्यों नहीं होंदे। भी दोपहर में जो घर विच कोई नहीं होंदा, वो सेठ जी अपने नौकर को अद्धा किलो बर्फी, गुलाब जामुन, रसगुल्ले मंगाते ने, छक लैंदे। ठीक किस तरह हो सकते हैं? तुसीं आप ही देखो कि डायबिटीज का पेशेंट अगर इन्नी मिठाई खाएगा ਉਹਦੇ ठीक होने का कोई चारा ही नहीं है। सिमिलरली साडे अंदर जो बीमारियां हैं विकारां दियां, जिस तरह तुसीं विकारां दा नाम लिया है, बड़ा इंपॉर्टेंट है, वो किस तरह छुटणगियां जद साडे विच परहेज नहीं होएगी। जे डायबिटीज दा मरीज परहेज करेगा तो अच्छा होएगा। हुण साडे कोल परहेज कादी असीं करनी है? तो सब तो वड्डी परहेज है साडे वास्ते कि असीं अपने मन दे विच दूसरे दा बुरा नहीं सोचना जी। मन अपने ते बुरा मिटाना, पेखे सगल सृष्ट साजना, ये सब तो वड्डी परहेज है साडे वास्ते जी। उस दे बाद दूसरियां दे नाल शिकवे शिकायत नहीं करनी। ਅਸੀਂ ਜਿੱਥੇ ਜਾਣੇ ਆ शिकायत करनी है, गुरुद्वारे जाने तां शिकायत करनी है, घर विच आने तां शिकायत करनी है, TV सेंटर ते आए तां शिकायत करनी है, क्योंकि साडे मन नूं आदत पै गई है शिकायत करन दी। ਉਹ ਜਦੋਂ ਅਸੀਂ शिकायतां करने आ तो साडा नैगेटिव थॉट्स वधियां जांदियां ने और साडे अंदर जो डिवाइन पावर है रब ने दित्ती हुई वो घटती जांदी है। सारे ਦੇ ਵਿੱਚ ਕਹਿ ਸਕਦੇ ਹਾਂ ਨਾ ਕਿ ਸਾਡੇ ਜਿਹੜੇ ਸਰਾਊਂਡਿੰਗਸ ਨੇ, ਜਿਹੜਾ ਸਾਡਾ ਵਾਤਾਵਰਣ ਹੈ, ਉਹ ਨੈਗੇਟਿਵ ਊਰਜਾ ਨਾਲ ਭਰ ਜਾਂਦਾ ਹੈ। ਊਰਜਾ ਨਾਲ, ਊਰਜਾ ਹੀ ਸਾਰਾ। ਉਸ ਤੋਂ ਬਾਅਦ ਦੂਸਰਿਆਂ ਦੇ ਦੋਸ਼ ਨਹੀਂ ਦੇਖਣੇ। ਸਾਨੂੰ ਇਹ ਵੀ ਆਦਤ ਹੈ ਅਸੀਂ ਕਿਸੇ ਦੀ ਗਲਤੀ ਬੜੀ ਜਲਦੀ ਦੇਖ ਲੈਂਦੇ ਆ, ਉਹਦੇ ਗੁਣ ਨਹੀਂ ਦੇਖਦੇ। ਈਵਨ ਤੁਸੀਂ ਪਬਲਿਕ ਵਿੱਚ ਅਗਰ ਬੋਲੋ ਕਿ ਵੀ ਫਲਾਣਾ ਬੱਚਾ ਬੜਾ ਸਿਆਣਾ ਹੈ, ਬੜੀ ਪੜ੍ਹਾਈ ਕਰਦਾ ਹੈ,
ਤੇ ਸ਼ਾਇਦ ਤੁਹਾਡੀ ਡਿਸਕਸ਼ਨ ਵਿੱਚ ਕੋਈ ਹਿੱਸਾ ਨਹੀਂ ਲਏਗਾ, ਹਾਂਜੀ ਕਿਉਂਕਿ ਅੱਛਾਈ ਸੁਣਨੀ ਪਸੰਦ ਨਹੀਂ ਹੈ। ਪਰ ਜੇ ਤੁਸੀਂ ਕਿਸੇ ਨੂੰ ਥੋੜੀ ਜੀ ਗੱਲ ਕੱਢ ਦਿਓ, ਸਾਰਾ ਮਹੱਲਾ ਇਕੱਠਾ ਹੋ ਜਾਏਗਾ। ਨਿੰਦਾ ਸੁਣਨੀ ਵਿੱਚ, ਹਾਂ, ਸੁਣਨ ਵਿੱਚ ਕਿਉਂਕਿ ਉਹਦੇ ਰਸ ਚ ਆਉਂਦਾ ਬੜਾ ਹੈ। ਰਸ ਆਉਂਦਾ ਹੈ, ਦੂਸਰੇ ਦੀ ਬੁਰਾਈ ਸੁਣਨ ਵਿੱਚ ਬੜਾ ਆਨੰਦ ਆਉਂਦਾ ਹੈ। ਉਹਦੇ ਚ ਕੋਈ ਖਰਚਾ ਨਹੀਂ, ਇੰਨਾ ਆਨੰਦ ਸ਼ਾਇਦ ਟੀਵੀ ਦੇਖ ਕੇ ਵੀ ਨਹੀਂ ਆਉਂਦਾ ਹੋਏਗਾ ਜਿੰਨਾ ਕਿਸੇ ਦੀ ਬੁਰਾਈ ਸੁਣ ਕੇ ਆਉਂਦਾ ਹੈ। ਜੀ ਤੋ ਇੱਕ ਮਨ ਨੂੰ ਆਦਤ ਹੈ ਦੂਸਰੇ ਦੀ ਦੋਸ਼ ਦੇਖਣ ਦੀ, ਤਾਂ ਦੂਸਰੇ ਦੇ ਦੋਸ਼ ਨਹੀਂ ਦੇਖਣੇ। ਫਿਰ ਕੀ ਕਰਨਾ ਹੈ? ਦੋਸ਼ ਹੈ ਨੇ, ਸਾਰਿਆਂ ਵਿੱਚ ਹੈ ਨੇ, ਉਹਨਾਂ ਨੂੰ ਅਨਡਿਟ ਕਰਨਾ ਹੈ। ਅਸੀਂ ਅਰਦਾਸ ਵਿੱਚ ਕਹਿੰਦੇ ਆ ਕਿ ਨਹੀਂ, ਦੇਖ ਕੇ ਅੰਡਿਤ ਦੇਖ ਕੇ ਅਨਡਿਟ ਕੀਤਾ। ਗਲਤੀਆਂ ਸਭ ਵਿੱਚ ਨੇ, ਪਰ ਉਹਨੂੰ ਦੇਖ ਕੇ ਇਗਨੋਰ ਕਰ ਦੇਣਾ ਹੈ। ਇਹ ਸੋਚਣਾ ਹੈ ਮੇਰੇ ਕੋਲੋਂ ਵੀ ਇਹ ਗਲਤੀ ਹੋ ਸਕਦੀ ਹੈ। ਜੀ ਜਿਵੇਂ ਮੈਂ ਤੁਹਾਨੂੰ ਆਪਣਾ ਐਗਜ਼ਾਮਪਲ ਦੇਣੀ ਆ, ਲਾਸਟ ਵੀਕ ਮੇਰਾ ਪ੍ਰੋਗਰਾਮ ਸੀ ਕਿਸੇ ਗੁਰਦੁਆਰੇ ਵਿੱਚ, ਤੇ ਮੈਨੂੰ ਜਿਸ ਟਾਈਮ ਤੇ ਉਹਨਾਂ ਨੇ ਬੁਲਾਇਆ ਮੈਂ ਪਹੁੰਚ ਗਈ, ਔਰ ਜਿਸਲੇ ਮੈਂ ਪਹੁੰਚ ਗਈ ਥੀ 15-20 ਮਿੰਟ ਮੈਨੂੰ ਬੈਠਣਾ ਪਿਆ, ਕਿਉਂਕਿ ਸੰਗਤ ਵੀ ਨਹੀਂ ਸੀ ਔਰ ਕੁਝ ਹੋਰ ਕਾਰਨ ਕਰਕੇ ਮੈਨੂੰ ਰੁਕਣਾ ਪਿਆ। ਔਰ ਉਸ ਵੇਲੇ ਮੇਰੇ ਮਨ ਵਿੱਚ ਇੱਕ ਨੈਗੇਟਿਵ ਵਿਚਾਰ ਆਇਆ ਕਿ ਮੈਨੂੰ ਇਹਨਾਂ ਨੇ ਬੜੀ ਜਲਦੀ ਬੁਲਾਇਆ ਔਰ ਪ੍ਰੋਗਰਾਮ ਸ਼ੁਰੂ ਕਰਨ ਦੀ ਇਜਾਜ਼ਤ ਨਹੀਂ ਦੇ ਰਹੇ। ਜਿਸ ਵੇਲੇ ਨੈਗੇਟਿਵ ਵਿਚਾਰ ਮੇਰੇ ਮਨ ਵਿੱਚ ਆਇਆ, ਤੁਰੰਤ ਵਾਹਿਗੁਰੂ ਜੀ ਨੇ ਕਿਰਪਾ ਕੀਤੀ, ਉਹਨੂੰ ਪੋਜ਼ਿਟਿਵ ਬਣਾ ਦਿੱਤਾ। ਕਿਸ ਤਰ੍ਹਾਂ? ਉਸ ਸਹੀ ਵਿਚਾਰ ਨੂੰ ਪੋਜ਼ਿਟਿਵ ਕਿਸ ਤਰ੍ਹਾਂ ਮੇਰੇ ਸਤਿਗੁਰੂ ਨੇ ਮੈਨੂੰ ਸਮਝਾਇਆ ਕਿ ਇਹ ਜੋ ਇਲਾਕਾ ਹੈ ਇਹ ਪੂਰਾ ਸਲਮਸ ਦਾ ਇਲਾਕਾ ਹੈ, ਜੀ ਇੱਥੇ ਗਰੀਬ ਸਿੱਖਾਂ ਦੀ ਬਸਤੀ ਹੈ, ਇਹਨਾਂ ਨੂੰ ਸਵੇਰੇ ਸਵੇਰੇ ਪਾਣੀ ਦੀ ਬੜੀ ਪ੍ਰੋਬਲਮ ਹੁੰਦੀ ਹੈ, ਇਸ ਕਰਕੇ ਸੰਗਤ ਗੁਰਦੁਆਰੇ ਨਹੀਂ ਆ ਸਕਦੀ। ਤੋ ਜਿਸ ਵੇਲੇ ਉਹ ਨੈਗੇਟਿਵ ਦਾ ਪੋਜ਼ਿਟਿਵ ਬਣ ਗਿਆ, ਮੇਰੇ ਮਨ ਦਾ ਗੁੱਸਾ ਨਿਕਲ ਗਿਆ। ਜੀ ਤੋ ਇਹ ਇੱਕ ਤਰੀਕਾ ਹੈ, ਜਿਵੇਂ ਤੁਸੀਂ ਵਿੱਚ ਪੁੱਛਿਆ ਸੀ ਕਿ ਨੈਗੇਟਿਵ ਤੋਂ ਪੋਜ਼ਿਟਿਵ ਕਿੰਜ ਕਰਨਾ ਹੈ। ਤੋ ਦੂਸਰਿਆਂ ਦੇ ਦੋਸ਼ ਨਹੀਂ ਦੇਖਣੇ, ਇਹ ਬੜਾ ਇੰਪੋਰਟੈਂਟ ਹੈ। ਇਸ ਦੇ ਬਾਅਦ ਕਿਸੇ ਦੇ ਕੰਮ ਵਿੱਚ ਰੁਕਾਵਟ ਨਹੀਂ ਪਾਣੀ। ਅਸੀਂ ਕੀ ਕਰਦੇ ਹਾਂ, ਖਾਸ ਕਰ ਸ਼ਾਦੀਆਂ ਦੇ ਟਾਈਮ ਲੜਕੀ ਲੜਕੇ ਦਾ ਰਿਸ਼ਤਾ ਹੁੰਦਾ ਹੈ, ਹਾਂਜੀ ਕੋਈ ਰੱਬ ਦਾ ਪਿਆਰ ਆ ਕੇ ਰਿਸ਼ਤਾ ਤੋੜ ਦਿੰਦਾ ਹੈ। ਤੋ ਇਹ ਦੂਸਰੇ ਦੇ ਕੰਮ ਵਿੱਚ ਰੁਕਾਵਟ। ਜੀ ਜਾਂ ਸਾਨੂੰ ਕਿਸੇ ਆਫਿਸ ਵਿੱਚ ਜੌਬ ਮਿਲਦਾ ਹੈ ਜੀ ਤੇ ਕੋਈ ਸਾਡਾ ਫਰੈਂਡ ਜਿਹੜਾ ਜਿਹਨੂੰ ਜੌਬ ਚਾਹੀਦੀ ਹੈ, ਉਹੀ ਪੋਜੀਸ਼ਨ ਚਾਹੀਦੀ ਹੈ, ਉਹ ਕੁਝ ਗਲਤ ਬੋਲ ਕੇ ਸਾਡੀ ਜੌਬ ਹਟਾ ਦਿੰਦਾ ਹੈ ਜਾਂ ਤੋੜਾ ਦਿੰਦਾ ਹੈ ਸਾਡੀ। ਤੋ ਇਹ ਗਲਤ ਕੰਮ ਹੈ, ਬੜਾ ਜਿਹੜਾ ਗਲਤ। ਈਸ਼ਾ ਦੇ ਵਸ ਹੋ ਕੇ ਹਾਂ। ਅਸੀਂ ਕਰ ਰਹੇ ਹਾਂ। ਤੋ ਇਹ ਜੋ ਹੈ ਦੂਸਰੇ ਦੇ ਕੰਮ ਵਿੱਚ ਰੁਕਾਵਟ ਪਾਣਾ, ਇਹ ਬੜਾ ਹੀ ਖਰਾਬ ਹੈ। ਇਹ ਸਾਰੀਆਂ ਜੋ ਚੀਜ਼ਾਂ ਹਨ ਇਹ ਵਾਹਿਗੁਰੂ ਜੀ ਨੂੰ ਪਸੰਦ ਨਹੀਂ ਹਨ। ਹਾਂ, ਇਹਨਾਂ ਚੀਜ਼ਾਂ ਨਾਲ ਅਸੀਂ ਸੰਸਾਰ ਵਿੱਚ ਤਰੱਕੀ ਕਰ ਸਕਦੇ ਹਾਂ, ਜੀ ਟੌਪ ਤੇ ਪਹੁੰਚ ਸਕਦੇ ਹਾਂ। ਪਰ ਇਹ ਜਿਹੜੀ ਤਰੱਕੀ ਹੋਗੀ ਉਹ ਵੀ ਥੋੜੇ ਸਮੇਂ ਵਾਸਤੇ ਹੋਗੀ, ਟੈਂਪਰੇਰੀ ਕਹਿ ਸਕਦੇ ਉਸ ਵੇਲੇ ਅਸੀਂ। ਪਤਾ ਨਹੀਂ ਲੱਗਦਾ, ਜੀ ਕਿਉਂਕਿ ਮਨ ਕੁਝ ਅਲੱਗ ਰੰਗ ਵਿੱਚ ਹੁੰਦਾ ਹੈ ਨਾ ਉਸ ਵੇਲੇ ਮਨ ਦੀ ਸਥਿਤੀ ਵੱਖਰੀ ਹੁੰਦੀ। ਪਰ ਇਹ ਸਾਰੀਆਂ ਚੀਜ਼ਾਂ ਵਾਹਿਗੁਰੂ ਜੀ ਨੂੰ ਪਸੰਦ ਨਹੀਂ ਹਨ। ਜੀ ਤੋ ਇਹ ਹਨ ਪਰਹੇਜ਼, ਪ੍ਰੀਕਾਸ਼ਨ। ਕਿਹਦੇ ਨਾਲ? ਬਾਣੀ ਪੜਨ ਦੇ ਨਾਲ, ਕੀਰਤਨ ਸੁਣਨ ਦੇ ਨਾਲ, ਸੇਵਾ ਕਰਨ ਦੇ ਨਾਲ। ਇਹ ਪ੍ਰੀਕਾਸ਼ਨ ਚਾਹੀਦੀ ਏ। ਕਿਸੇ ਦਾ ਬੁਰਾ ਨਹੀਂ ਸੋਚਣਾ, ਮਨ ਆਪਣੇ ਤੇ ਬੁਰਾ ਮਿਟਾਣਾ, ਪੇਖੇ ਸਗਲ ਸ੍ਰਿਸ਼ਟ ਸਾਜਣਾ। ਗੁਰੂ ਅਰਜਨ ਸਾਹਿਬ ਜੀ ਦਾ ਕਿੰਨਾ ਸੁੰਦਰ ਐਗਜ਼ਾਮਪਲ ਹੈ ਕਿ ਉਹਨਾਂ ਨੂੰ ਤੱਤੀ ਤਵੀ ਤੇ ਬਿਠਾਇਆ ਗਿਆ ਔਰ ਸਾਈਂ ਮੀਆਂ ਮੀਰ ਜੀ ਆਏ। ਜਦੋਂ ਉਹਨਾਂ ਨੇ ਦੇਖਿਆ ਗੁਰੂ ਅਰਜਨ ਪਾਤਸ਼ਾਹ ਤੱਤੀ ਤਵੀ ਤੇ ਬੈਠੇ ਨੇ, ਕੁਰਲਾ ਉੱਠੇ, ਸਹਿਨ ਨਹੀਂ ਕਰ ਸਕੇ, ਕਿਉਂਕਿ ਉਹਨਾਂ ਦਾ ਗੁਰੂ ਨਾਲ ਸੱਚਾ ਪਿਆਰ ਸੀ। ਤਾਂ ਉਹਨਾਂ ਨੇ ਭਾਵੁਕ ਹੋ ਕੇ ਕਿਹਾ, ਸਤਿਗੁਰੂ ਜੀ ਮੈਂ ਦਿੱਲੀ ਤੇ ਲਾਹੌਰ ਦੀ ਇੱਟ ਇੱਟ ਖੜਕਾ ਦਿਆਂਗਾ, ਯਾਨੀ ਮੈਂ ਜ਼ਾਲਮਾਂ ਨੂੰ ਐਸੀ ਸਜ਼ਾ ਦਿਆਂਗਾ ਜਿਨ੍ਹਾਂ ਨੇ ਤੁਹਾਨੂੰ ਕਸ਼ਟ ਦਿੱਤੇ ਹਨ। ਤਾਂ ਉਸ ਵੇਲੇ ਗੁਰੂ ਅਰਜਨ ਸਾਹਿਬ ਦਾ ਕੀ ਜਵਾਬ ਸੀ? ਨਹੀਂ, ਅਸੀਂ ਇਹਨਾਂ ਦੀ ਗਲਤੀ ਨਹੀਂ ਦੇਖਣੀ, ਨਾ ਹੀ ਅਸੀਂ ਇਹਨਾਂ ਨੂੰ ਕੋਈ ਸਜ਼ਾ ਦੇਣੀ ਹੈ, ਅਸੀਂ ਆਪਣੀ ਖੁਸ਼ੀ ਨਾਲ ਸ਼ਹੀਦੀ ਦੇਣਾ ਹੈ। ਤਾਂ ਇਹੋ ਜਿਹੇ ਜੋ ਸਾਡੇ ਐਗਜ਼ਾਮਪਲ ਹਨ ਗੁਰੂਆਂ ਦੇ, ਉਹ ਸਾਨੂੰ ਮਾਰਗ ਦਿਖਾਉਂਦੇ ਹਨ ਕਿ ਇਹਨਾਂ ਚੀਜ਼ਾਂ ਤੋਂ ਅਸੀਂ ਬਚਣਾ ਹੈ। ਕਿਸੇ ਦੇ ਦੋਸ਼ ਨਹੀਂ ਦੇਖਣੇ, ਕਿਸੇ ਦੀ ਬੁਰਾਈ ਨਹੀਂ ਕਰਨੀ, ਕਿਸੇ ਦਾ ਕੰਮ ਨਹੀਂ ਵਿਗਾੜਨਾ। ਅਕਸਰ ਕੀ ਹੁੰਦਾ ਹੈ, ਅਗਰ ਕਿਸੇ ਦਾ ਬੱਚਾ ਫਸਟ ਆਉਂਦਾ ਹੈ ਸਾਡੀ ਗਲੀ ਵਿੱਚ, ਕਾਲੋਨੀ ਵਿੱਚ, ਅਸੀਂ ਅੰਦਰੋਂ ਬੜੇ ਸੜਦੇ ਹਾਂ, ਪਰ ਉੱਪਰੋਂ ਫਰੈਂਡਸ਼ਿਪ ਦੀ ਖਾਤਰ ਬੁੱਕੇ ਲੈ ਕੇ ਜਾਣੇ ਆ, ਮਿਠਾਈ ਲੈ ਕੇ ਜਾਣੇ ਆ, ਕੰਗ੍ਰੈਚੁਲੇਸ਼ਨ ਕਰਨੇ ਆ, ਬੱਚੇ ਨੂੰ ਪਿਆਰ ਵੀ ਕਰਦੇ ਆ, ਵਾਹ ਵਾਹ ਯੂ ਆਰ ਗ੍ਰੇਟ। ਲੇਕਿਨ ਘਰ ਆ ਕੇ ਕੀ ਕਹਿੰਦੇ ਆ? ਪੜ੍ਹਦਾ ਲਿਖਦਾ ਤੇ ਕੁਝ ਹੈ ਨਹੀਂ ਸੀ। ਇਹਦੀ ਜ਼ਰੂਰ ਅਪਰੋਚ ਹੋਣੀ ਹੈ, ਇਹਨੂੰ ਪੇਪਰ ਮਿਲ ਗਏ ਹੋਣੇ ਨੇ। ਯਾਨੀ ਉਸ ਬੱਚੇ ਦੀ ਅੱਛਾਈ ਨਹੀਂ ਦੇਖੀ, ਇਹ ਦੇਖਿਆ ਕਿ ਮੈਂ ਹਾਂ ਕੀ ਮੈਂ ਸ਼ਾਇਦ ਕੋਈ ਨਾ ਕੋਈ ਗਲਤੀ, ਕੋਈ ਨਾ ਕੋਈ ਦੋਸ਼ ਲੱਭਣ ਦੀ ਕੋਸ਼ਿਸ਼ ਕਰਦੇ ਰਹਿੰਦੇ ਆ। ਰਾਈਟ, ਅਸੀਂ ਦੂਸਰਿਆਂ ਦੇ ਦੋਸ਼ ਦੇਖਣ ਵਿੱਚ ਇਤਨੇ ਐਕਸਪਰਟ ਹਾਂ। ਐਕਚੁਅਲੀ ਤੁਹਾਨੂੰ ਪਤਾ ਹੈ ਕਿਸੇ ਦੇ ਦੋਸ਼ ਜਾਂ ਗਲਤੀਆਂ ਦੇਖਣ ਵਾਸਤੇ ਸਾਨੂੰ ਕੋਈ ਡਿਗਰੀ ਨਹੀਂ ਚਾਹੀਦੀ, ਕੋਈ ਡਿਪਲੋਮਾ ਨਹੀਂ ਚਾਹੀਦਾ। ਪੜ੍ਹਾਈ ਕਰਨ ਵਾਸਤੇ ਤੇ 20-20 ਸਾਲ ਅੱਜ ਕੱਲ ਦੇ ਬੱਚੇ ਪੜ੍ਹਾਈ ਕਰਦੇ ਨੇ ਡਿਪਲੋਮਾ ਹਾਸਲ ਕਰਨ ਵਾਸਤੇ, ਪਰ ਨਿੰਦਾ ਚੁਗਲੀ ਜਾਂ ਬੁਰਾਈ ਦੇਖਣ ਵਾਸਤੇ ਤੇ ਕੋਈ ਵੀ ਕਰ ਸਕਦਾ ਹੈ, ਕੋਈ ਵੀ ਕਿਸੇ ਦੀ ਬੁਰਾਈ ਕਰ ਸਕਦਾ ਹੈ। ਐਵਰੀਬਾਡੀ ਇਜ਼ ਐਕਸਪਰਟ ਇਨ ਦੈਟ।
ਔਰ ਆਪਣੇ ਆਪ ਆ ਜਾਂਦੀ ਹੈ। ਇਹਦੇ ਵਾਸਤੇ ਕੋਈ ਕਾਲਜ ਵੀ ਨਹੀਂ ਜਾਣਾ ਪੈਂਦਾ, ਸਿੱਖਣਾ ਵੀ ਨਹੀਂ ਪੈਂਦਾ ਵੀ ਬੁਰਾਈ ਕਿਸ ਤਰ੍ਹਾਂ ਕਰਨੀ ਹੈ, ਆਪਣੇ ਆਪ। ਇਹ ਵਿਕਾਰ ਹਨ ਨਾ, ਬੜੇ ਪਾਵਰਫੁਲ ਹਨ। ਆਪ ਦਾ ਸੈਂਟੈਂਸ ਮੈਨੂੰ ਯਾਦ ਰਹੇਗਾ, ਇਹ ਵਿਕਾਰ ਬੜੇ ਪਾਵਰਫੁਲ ਹਨ। ਤੋ ਇਹ ਸਭ ਚੀਜ਼ਾਂ ਤੋਂ ਅਸੀਂ ਬਚਣਾ ਹੈ। ਇਹ ਸਭ ਤਰੀਕੇ ਹਨ ਆਪਣੇ ਮਨ ਵਿੱਚੋਂ ਨੈਗੇਟਿਵ ਵਿਚਾਰ ਕੱਢਣ ਦੇ, ਆਪਣੇ ਮਨ ਵਿੱਚੋਂ ਵਿਕਾਰ ਕੱਢਣ ਦੇ। ਇਹ ਜਦੋਂ ਅਸੀਂ ਕੱਢਾਂਗੇ ਫਿਰ ਅਸੀਂ ਬੜੇ ਸੁਖੀ ਹੋ ਜਾਵਾਂਗੇ, ਬੜੇ ਆਨੰਦ ਵਿੱਚ ਰਹਾਂਗੇ। ਆਨੰਦ ਪਿਆ ਮੇਰੀ ਮਾਂ ਹੈ, ਫਿਰ ਅਸੀਂ ਮਾਂ, ਜਿਵੇਂ ਕੋਈ ਬਹੁਤ ਤਕਲੀਫ ਹੁੰਦੀ ਹੈ ਤਾਂ ਵੀ ਅਸੀਂ ਮਾਂ ਨੂੰ ਯਾਦ ਕਰਦੇ ਹਾਂ, ਜਦੋਂ ਬੜੀ ਖੁਸ਼ੀ ਹੁੰਦੀ ਤਾਂ ਵੀ ਮਾਂ ਨੂੰ ਯਾਦ ਕਰਦੇ ਹਾਂ। ਆਨੰਦ ਪਿਆ ਮੇਰੀ ਮਾਂ ਹੈ, ਫਿਰ ਉਹ ਆਨੰਦ ਮਿਲ ਜਾਏਗਾ ਜਿਹਨੂੰ ਅਸੀਂ ਐਵਰਲਾਸਟਿੰਗ ਹੈਪੀਨੈਸ ਕਹਿੰਦੇ ਹਾਂ। ਪਰ ਇਹ ਸਾਨੂੰ ਕੱਢਣਾ ਪਏਗਾ, ਇਟਸ ਨਾਟ ਈਜ਼ੀ, ਮੁਸ਼ਕਿਲ ਵੀ ਨਹੀਂ ਹੈ। ਅਗਰ ਮਨ ਨੂੰ ਪ੍ਰੈਕਟਿਸ ਦੇ ਦਈਏ ਕਿ ਅਸੀਂ ਇਹ ਵਿਕਾਰ ਕੱਢਨੇ ਨੇ, ਅਸੀਂ ਆਪਣੇ ਸਰੀਰ ਨੂੰ ਠੀਕ ਰੱਖਣਾ ਹੈ, ਅਸੀਂ ਆਪਣੇ ਮਨ ਨੂੰ ਠੀਕ ਰੱਖਣਾ ਹੈ, ਅਸੀਂ ਪ੍ਰੋਗਰੈਸ ਕਰਨੀ ਹੈ, ਫਿਰ ਆਪਣੇ ਆਪ ਛੁੱਟ ਜਾਣਗੇ ਹੌਲੀ ਹੌਲੀ। ਯਾਨੀ ਕਹਿਣ ਦਾ ਭਾਵ ਹੈ ਕਿ ਸਭ ਤੋਂ ਪਹਿਲਾਂ ਸਾਨੂੰ ਆਪਣੇ ਮਨ ਨੂੰ ਸਾਫ਼ ਕਰਨ ਦੀ ਲੋੜ ਹੈ। ਸਾਨੂੰ ਆਪਣੇ ਮਨ ਵਿੱਚੋਂ ਸਾਰੇ ਵਿਕਾਰਾਂ ਨੂੰ ਕੱਢਣ ਦੀ ਲੋੜ ਹੈ। ਸਾਨੂੰ ਇਹ ਸਮਝਣ ਦੀ ਲੋੜ ਹੈ ਕਿ ਜਿੰਨੀ ਵੀ ਸਾਡੇ ਵਾਤਾਵਰਣ ਵਿੱਚ ਸਾਡੀ ਬੁਰਾਈਆਂ ਕਾਰਨ, ਸਾਡੀ ਖੁਦ ਦੀ ਬੁਰਾਈਆਂ ਕਾਰਨ, ਸਾਡੇ ਖੁਦ ਦੇ ਮਨ ਦੀ ਬੁਰਾਈਆਂ ਕਾਰਨ ਜਿਹੜੀ ਨੈਗੇਟਿਵ ਊਰਜਾ ਸਾਡੇ ਆਸ-ਪਾਸ ਦੇ ਵਾਤਾਵਰਣ ਵਿੱਚ ਹੈਗੀ ਹੈ, ਉਹ ਸਾਨੂੰ ਤਾਂ ਬੁਰਾ ਪ੍ਰਭਾਵ ਦਿੰਦੀ ਹੀ ਦਿੰਦੀ ਸਭ ਤੋਂ ਜ਼ਿਆਦਾ। ਪਰ ਉਸ ਤੋਂ ਜ਼ਿਆਦਾ ਅਸੀਂ ਕਹਿ ਸਕਦੇ ਹਾਂ ਕਿ ਸਭ ਤੋਂ ਜ਼ਿਆਦਾ ਪ੍ਰਭਾਵ ਆਸ-ਪਾਸ ਦੇ ਲੋਕਾਂ ਨੂੰ ਵੀ ਦਿੰਦੀ ਹੈ। ਪਰ ਇੱਕ ਗੱਲ ਇੱਥੇ ਹੋਰ ਆ ਜਾਂਦੀ ਹੈ ਕਿ ਅਸੀਂ ਜੇ ਗੱਲ ਕਰੀਏ, ਮਨ ਨੂੰ ਗੁਰਬਾਣੀ ਵਿੱਚ ਪਰਮਾਤਮਾ ਨਾਲ ਜੋੜਨ ਦਾ ਜ਼ਰੀਆ ਮੰਨਿਆ ਗਿਆ ਹੈ। ਮਨੁੱਖ ਤੇ ਪਰਮਾਤਮਾ ਵਿਚਕਾਰ ਮਨ ਇੱਕ ਤਾਰ ਦੀ ਤਰ੍ਹਾਂ ਹੈ, ਜਿਹੜਾ ਪਰਮਾਤਮਾ ਤੇ ਮਨੁੱਖ ਨੂੰ ਜੋੜਦਾ ਹੈ। ਇਸ ਬਾਰੇ ਕੁਝ ਰੋਸ਼ਨੀ ਪਾਓ। ਮਨ ਤੂੰ ਜੋਤ ਸਰੂਪ ਹੈ, ਆਪਣਾ ਮੂਲ ਪਛਾਣ। ਇਸ ਤਰ੍ਹਾਂ ਤੇ ਕਬੀਰ ਸਾਹਿਬ ਜੀ ਕਹਿੰਦੇ ਹਨ ਕਿ ਮੈਨੂੰ ਇੱਕ ਦੋਸਤ ਦੀ ਲੋੜ ਸੀ, ਮੈਂ ਬੜੀ ਜਗ੍ਹਾ ਫਿਰਿਆ, ਢੂੰਡਿਆ, ਮੈਨੂੰ ਕੋਈ ਚੰਗਾ ਦੋਸਤ ਨਹੀਂ ਮਿਲਿਆ। ਫਿਰ ਬਾਅਦ ਵਿੱਚ ਜਦੋਂ ਮੈਂ ਬੈਠ ਕੇ ਵਿਚਾਰ ਕੀਤੀ ਆਪਣੇ ਮਨ ਦੇ ਨਾਲ, ਤੇ ਮੈਨੂੰ ਸਮਝ ਆਈ ਕਿ ਸਭ ਤੋਂ ਵਧੀਆ ਦੋਸਤ ਤੇ ਮੇਰਾ ਮਨ ਹੈ। ਮੰਮਾ ਮਨ ਸਿਉ ਕਾਜ ਹੈ, ਮਨ ਸਾਧੇ ਸਿਧ ਹੋਏ, ਮਨ ਹੀ ਮਨ ਸਿਉ ਕਹੇ ਕਬੀਰਾ, ਮਨ ਸਾ ਮਿਲਿਆ ਨਾ ਕੋਈ। ਤੇ ਮਨ ਸਭ ਤੋਂ ਚੰਗਾ, ਸਭ ਤੋਂ ਫੇਥਫੁਲ, ਸਭ ਤੋਂ ਸੁੰਦਰ ਫਰੈਂਡ ਹੈ। ਔਰ ਉਸਨੂੰ ਇਹ ਜੋ ਅਸੀਂ ਤਰੀਕੇ ਅੱਜ ਡਿਸਕਸ ਕੀਤੇ ਹਨ, ਉਹ ਤਰੀਕਿਆਂ ਦੇ ਨਾਲ ਹੀ ਸਾਡਾ ਮਨ ਹੌਲੇ ਹੌਲੇ ਨਿਰਮਲ ਹੋ ਜਾਏਗਾ। ਕਬੀਰ ਮਨ ਨਿਰਮਲ ਭਇਆ ਜੈਸਾ ਗੰਗਾ ਨੀਰ। ਉਹ ਜਦੋਂ ਸਾਫ਼ ਹੋ ਜਾਏਗਾ ਫਿਰ ਸਾਨੂੰ ਸਮਝ ਆਏਗੀ, ਸਾਡੇ ਅੰਦਰ ਉਹ ਦੈਵੀ ਸ਼ਕਤੀ ਆਏਗੀ। ਅਸੀਂ ਵਿਚਾਰ ਕਰਾਂਗੇ ਕਿ ਆਤਮਾ ਜੋ ਹੈ ਸਾਡੇ, ਉਸ ਆਤਮਾ ਦੇ ਨਾਲ ਸਾਡਾ ਜੀਵਨ ਚੱਲ ਰਿਹਾ ਹੈ। ਇਸ ਆਤਮਾ ਨੇ ਪਰਮਾਤਮਾ ਨੂੰ ਕਿਸ ਤਰ੍ਹਾਂ ਮਿਲਣਾ ਹੈ, ਉਹ ਫਿਰ ਅੰਦਰੋਂ ਵਾਹਿਗੁਰੂ ਜੀ ਆਪ ਹੀ ਸਾਨੂੰ ਸਟੈਪ ਬਾਏ ਸਟੈਪ ਸਮਝਾਉਂਦੇ ਹਨ। ਅਸੀਂ ਸੰਸਾਰ ਵਿੱਚ ਕਿਸ ਕਰਕੇ ਆਏ ਹਾਂ। ਸਭ ਤੋਂ ਵੱਡਾ ਟੀਚਰ ਤੇ ਆਪਣਾ ਆਪ ਹੀ ਹੈ। ਜਦੋਂ ਅਸੀਂ ਆਪਣੇ ਆਪ ਚੁੱਪਚਾਪ ਬੈਠਨੇ ਹਾਂ, ਅੱਜ ਦਾ ਅਗਰ ਇਨਸਾਨ ਕੋਸ਼ਿਸ਼ ਕਰੇ ਦਿਨ ਵਿੱਚ 2 ਮਿੰਟ 5 ਮਿੰਟ ਵੀ ਇਕੱਲਾ ਬੈਠੇ ਔਰ ਵਿਚਾਰ ਕਰੇ, कैसे सुंदर विचार आते हैं। ये सारे जो क्वेश्चन हैं इंसान दे सारे सॉल्व हो जाते हैं जो गुरबानी कहती है। और जितने भी अनुभवी लोग होए हैं उन्होंने सारे ने अंदरों ही उन्होंने ज्ञान प्राप्त होया है। वो आत्मा ही ज्ञान देती है क्योंकि आत्मा परमात्मा है और जो आत्मा की शक्ति है वही परमात्मा की शक्ति ही आत्मा की शक्ति है। तो वो शक्ति ਜਦੋਂ ਸਾਡਾ ਮਨ ਨਿਰਮਲ ਹੋ ਜਾਂਦਾ ਹੈ ਫਿਰ ਉਹਦੇ ਅਸੀਂ ਪਾਵਰ ਨੂੰ ਮਹਿਸੂਸ ਕਰ ਸਕਦੇ ਹਾਂ, ਉਹਦੇ ਗੁਣਾਂ ਨੂੰ ਅਸੀਂ ਮਹਿਸੂਸ ਕਰ ਸਕਦੇ ਹਾਂ। ਫਿਰ ਸਾਡੇ ਅੰਦਰ ਦੈਵੀ ਗੁਣ ਆ ਜਾਂਦੇ ਹਨ, ਸਾਡੇ ਅੰਦਰ ਦਇਆ ਆ ਜਾਂਦੀ ਹੈ, ਦੂਸਰਿਆਂ ਨੂੰ ਦੇਣ ਤੇ ਦਿਲ ਕਰਦਾ ਹੈ, ਕੋਈ ਵੈਰੀ ਨਜ਼ਰ ਨਹੀਂ ਆਉਂਦਾ, ਹਰ ਇੱਕ ਨੂੰ ਅਸੀਂ ਪਿਆਰ ਕਰਦੇ ਹਾਂ। ਅੱਜ ਪਿਆਰ ਕਿਹੜਾ ਹੈ? ਅੱਜ ਸਵਾਰਥੀ ਪਿਆਰ ਹੈ, ਜਿਹਦੇ ਨਾਲ ਲੋੜ ਹੈ, ਜਿਹਦੇ ਨਾਲ ਮਤਲਬ ਹੈ, ਉਹਨੂੰ ਅਸੀਂ ਪਿਆਰ ਕਰਦੇ ਹਾਂ। ਅਕਸਰ ਪਿਆਰ ਦੀ ਭਾਸ਼ਾ ਅਸੀਂ ਇਨਸਾਨ ਭੁੱਲ ਗਿਆ ਹੈ। ਲੇਕਿਨ ਜਦੋਂ ਇਹ ਦੈਵੀ ਗੁਣ ਸਾਡੇ ਅੰਦਰ ਆਣਗੇ ਸਾਨੂੰ ਸਾਰੇ ਪਿਆਰੇ ਲੱਗਣਗੇ, ਅਸੀਂ ਸਾਰਿਆਂ ਦੇ ਗੁਣ ਦੇਖਾਂਗੇ, ਸਾਨੂੰ ਦੋਸ਼ ਨਜ਼ਰ ਹੀ ਨਹੀਂ ਆਣਗੇ। ਉਹ ਇਹ ਸਾਰੇ ਕਰਮ ਜੋ ਹੋਣਗੇ ਉਹਦੇ ਨਾਲ ਆਪ ਜੀ ਦਾ ਬੋਲਿਆ ਜਾਂ ਸਵਾਲ ਦਾ ਜਵਾਬ ਮਿਲ ਜਾਏਗਾ। ਤੇ ਕਹਿਣ ਦਾ ਭਾਵ ਸਾਡੇ ਮਤਲਬ ਇਹ ਹੋ ਗਿਆ ਕਿ ਜਿਹੜੀ ਨੈਗੇਟਿਵ ਥਾਟਸ ਵਿੱਚ ਜਦ ਸਾਡਾ ਮਨ ਹਟ ਕੇ ਪਰਮਾਤਮਾ ਨਾਲ ਜੁੜਨ ਵਾਸਤੇ ਸਾਨੂੰ ਨੈਗੇਟਿਵ ਥਾਟਸ ਹਟਾ ਕੇ ਇੱਕ ਕੋਸ਼ਿਸ਼ ਕਹਿ ਸਕਦੇ ਹਾਂ, ਅਸੀਂ ਕੋਸ਼ਿਸ਼ ਕਰਨੀ ਪਏਗੀ ਆਪਣੇ ਮਨ ਨੂੰ ਸਮਝਾਉਣ ਦੀ। ਪਰ ਅਸੀਂ ਆਪਣੇ ਮਨ ਨੂੰ ਤਦ ਵੀ ਇੰਨਾ ਆਸਾਨ ਨਹੀਂ ਮਨ ਨੂੰ ਸਮਝਾਉਣਾ। ਅਸੀਂ ਕਹਿੰਦੇ ਹਾਂ ਨੈਗੇਟਿਵ ਥਾਟਸ ਹਟਾਉਣੇ ਚਾਹੀਦੇ ਨੇ, ਜਿਵੇਂ ਤੁਸੀਂ ਜ਼ਿਕਰ ਕੀਤਾ ਕਿ ਸਾਨੂੰ ਜਿੰਨੀ ਵੀ ਈਰਸ਼ਾ ਨਹੀਂ ਕਰਨੀ ਚਾਹੀਦੀ, ਈਰਖਾ ਕਿਸੇ ਨਾਲ ਨਹੀਂ ਕਰਨੀ ਚਾਹੀਦੀ, ਜਿਹੜੇ ਵੈਰ ਵਿਰੋਧਤਾ ਘੱਟ ਕਰਨੀ ਚਾਹੀਦੀ ਹੈ। ਪਰ ਤਦ ਵੀ ਇਹਨਾਂ ਵਿਕਾਰਾਂ ਦਾ ਇੰਨਾ ਸਖਤ ਹਮਲਾ ਹੈ ਕਿ ਅਸੀਂ ਇਹਨਾਂ ਵਿਕਾਰਾਂ ਨੂੰ ਤਦ ਵੀ ਕਾਬੂ ਨਹੀਂ ਕਰ ਪਾਉਂਦੇ।
ਕੀ ਤਰੀਕਾ ਹੈ ਕਿ ਜੇ ਅਸੀਂ ਇਹਨਾਂ ਨੂੰ ਕਾਬੂ ਕਰ ਸਕੀਏ? ਇਸ ਦਾ ਸਭ ਤੋਂ ਵੱਡਾ ਤਰੀਕਾ ਹੈ ਕਿ ਅਸੀਂ ਆਪਣੇ ਮਨ ਨੂੰ, ਜਿਸ ਤਰ੍ਹਾਂ ਅਸੀਂ ਸਰੀਰ ਨੂੰ ਅੱਛੀ ਖੁਰਾਕ ਖਵਾਉਂਦੇ ਹਾਂ, ਸਾਡਾ ਸਰੀਰ ਮਜ਼ਬੂਤ ਰਹੇ, ਸਟਰੋਂਗ ਰਹੇ, ਨਿਰੋਗ ਰਹੇ, ਜੀ ਇਸੇ ਤਰ੍ਹਾਂ ਹੀ ਸਾਨੂੰ ਆਪਣੇ ਮਨ ਨੂੰ ਅੱਛੀ ਖੁਰਾਕ ਖਵਾਉਣੀ ਜੀ। ਪਏਗੀ ਤਾਂ ਕਿ ਸਾਡਾ ਮਨ ਤੰਦਰੁਸਤ ਰਹੇ, ਸਾਡਾ ਮਨ ਵਿਕਾਰਾਂ ਤੇ ਵਿਜੇ ਪਾ ਸਕੇ, ਜੀ ਸਾਡਾ ਮਨ ਵਿਕਾਰਾਂ ਨੂੰ ਦਬਾ ਸਕੇ ਜਾਂ ਕੰਟਰੋਲ ਕਰ ਸਕੇ। ਜੀ ਉਹਦੇ ਵਾਸਤੇ ਸਾਨੂੰ ਮਨ ਦੀ ਖੁਰਾਕ ਢੂੰਡਣੀ ਪਏਗੀ ਕਿ ਜੀ। ਕਿਹੜੀ ਖੁਰਾਕ ਅਸੀਂ ਆਪਣੇ ਮਨ ਨੂੰ ਖਵਾਈਏ। तो पहली खुराक जो है, 3 चीज़ां ਅਸੀਂ ਪਹਿਲੇ डिस्कस कर चुके हैं, जी। गुरबानी पढ़नी, सेवा करनी और कीर्तन। ਇਹ खुराक है, बड़ी ਜ਼ਬਰਦਸਤ खुराक है, ऐसी खुराक ਸੰਸਾਰ ਵਿੱਚ ਨਹੀਂ ਹੈ। ਉਸ ਦੇ ਨਾਲ ਨਾਲ ਇੱਕ ਹੋਰ ਬਹੁਤ ਸਾਰੀਆਂ ਹੋਰ ਚੀਜ਼ਾਂ ਨੇ, ਜਿਵੇਂ ਸਰੀਰ ਨੂੰ ਅਸੀਂ ਡਰਾਈ ਫਰੂਟ ਦਿੰਦੇ ਆ, ਫਰੂਟ ਖਾਂਦੇ ਆ, ਹੋਰ ਕਿੰਨੀਆਂ ਚੀਜ਼ਾਂ ਖਾਂਦੇ ਆ ਜਿਹਦੇ ਨਾਲ ਤਾਕਤ ਬਣੀ ਰਵੇ। ਇਸ ਤਰ੍ਹਾਂ ਮਨ ਨੂੰ ਵੀ ਗੁਰਬਾਣੀ ਦੇ ਨਾਲ, ਕੀਰਤਨ ਦੇ ਨਾਲ ਔਰ ਸੇਵਾ ਦੇ ਨਾਲ ਥੋੜੀਆਂ ਹੋਰ ਚੀਜ਼ਾਂ ਖਵਾਉਣੀਆਂ ਪੈਣਗੀਆਂ ਜਿਹੜੀਆਂ ਬੜੀਆਂ ਜ਼ਰੂਰੀ ਨੇ। ਸਭ ਤੋਂ ਪਹਿਲਾ ਹੈ ਕਿ ਅਸੀਂ ਕੋਸ਼ਿਸ਼ ਕਰੀਏ ਰੋਜ਼ ਗੁਰੂ ਦਰਬਾਰ ਵਿੱਚ ਜਾ ਕੇ ਦਰਸ਼ਨ ਕਰੀਏ, ਧੰਨ ਧੰਨ ਗੁਰੂ ਗ੍ਰੰਥ ਸਾਹਿਬ ਜੀ ਨੂੰ ਮੱਥਾ ਟੇਕੀਏ ਤੇ ਅਰਦਾਸ ਕਰੀਏ, हे ਵਾਹਿਗੁਰੂ ਜੀ ਮੈਨੂੰ ਵਿਵੇਕ ਬੁੱਧੀ ਦਿਓ। ਇਹ ਵਿਵੇਕ ਬੁੱਧੀ ਜੋ ਹੈ ਬੜੀ ਕੰਮ ਦੀ ਚੀਜ਼ ਹੈ, ਗੁਰਮਤ ਵਿੱਚ ਬੜੀ ਇਸ ਦੀ ਵਿਆਖਿਆ ਕੀਤੀ ਗਈ ਹੈ, ਕਿਉਂਕਿ ਜਦੋਂ ਸਾਨੂੰ ਵਿਵੇਕ ਬੁੱਧੀ ਮਿਲੇਗੀ ਸਾਡੇ ਸਾਰੇ ਕੰਮ ਠੀਕ ਹੋਣਗੇ, ਫਿਰ ਅਸੀਂ ਵਿਕਾਰਾਂ ਨੂੰ ਸਮਝ ਸਕਨੇ ਹਾਂ ਜੀ ਔਰ ਛੋੜ ਸਕਨੇ ਹਾਂ ਨਾ। ਜੀ ਇੱਥੇ ਸਮਝ ਨਹੀਂ ਹੈ, ਇਸ ਕਰਕੇ ਅਸੀਂ ਛੱਡ ਨਹੀਂ ਸਕਦੇ। ਤਾਂ ਗੁਰਦੁਆਰੇ ਜਾਣਾ ਕਾਫੀ ਜ਼ਰੂਰੀ ਹੈ। ਜਿੱਥੋਂ ਤੱਕ ਮੈਨੂੰ ਲਾਈਫ ਦਾ ਐਕਸਪੀਰੀਅੰਸ ਹੈ, ਜਾਣਾ ਔਰ ਨਮਸਕਾਰ ਕਰਕੇ ਅਰਦਾਸ ਕਰਨੀ, ਥੋੜੀ ਇਕਾਗਰਤਾ ਹਾਸਲ ਕਰਨੀ ਜੀ। ਕਿ ਇੱਕ ਕੋਨੇ ਤੇ ਬੈਠ ਕੇ ਵਾਹਿਗੁਰੂ ਜੀ ਨੂੰ ਕਹਿਣਾ, ਹੈ ਵਾਹਿਗੁਰੂ ਜੀ ਮੈਂ ਤੁਹਾਡਾ ਬੱਚਾ ਵਾਂ, ਕਿਰਪਾ ਕਰੋ, ਮੈਂ ਤੁਹਾਡੇ ਦਰਬਾਰ ਵਿੱਚ ਆਇਆ ਵਾਂ, ਤੁਹਾਡੀ ਸ਼ਰਨ ਵਿੱਚ ਆਇਆ, ਮਿਹਰ ਕਰੋ, ਮੈਨੂੰ ਵਿਵੇਕ ਬੁੱਧੀ ਦਿਓ, ਮੇਰੀ ਖੋਟੀ ਮਤ ਦੂਰ ਕਰੋ। ਯਾਨੀ ਸਾਨੂੰ ਆਰਜ਼ਾ ਕਰਨੀ ਪਏਗੀ ਪਰਮਾਤਮਾ ਦੇ ਅੱਗੇ, ਪਰਮਾਤਮਾ ਦੇ ਅੱਗੇ ਅਰਦਾਸ ਬੇਨਤੀ ਜੋਦਰੀ ਕਰਨੀ ਪਏਗੀ ਕਿ ਸਾਨੂੰ ਇਹਨਾਂ 5 ਵਿਕਾਰਾਂ ਤੋਂ ਬਚਾ ਕੇ, ਸਾਨੂੰ ਬੁਰਾਈਆਂ ਤੋਂ ਬਚਾ ਕੇ, ਨੈਗੇਟਿਵ ਵਿਚਾਰਾਂ ਤੋਂ ਬਚਾ ਕੇ ਸਾਨੂੰ ਤੁਸੀਂ ਆਪਣੇ ਨਾਲ ਜੋੜੋ। ਇਹ ਅਰਦਾਸ, ਇਹ ਜੋਦਰੀ ਸਾਨੂੰ ਪਰਮਾਤਮਾ ਨਾਲ ਕਰਨੀ ਪਏਗੀ। ਤਦੀ ਅਸੀਂ ਜਿਹੜੀ, ਜਿਸ ਤਰ੍ਹਾਂ ਸਤਨਾਮ ਕੌਰ ਜੀ ਨੇ ਸਾਨੂੰ ਕਿਹਾ ਕਿ ਜਿਹੜੀ ਖੁਰਾਕ ਹੈ ਮਨ ਦੀ, ਇਹ ਖੁਰਾਕ ਹੈ ਗੁਰਬਾਣੀ ਪੜ੍ਹਨਾ, ਕੀਰਤਨ ਸੁਣਨਾ, ਸੇਵਾ ਕਰਨੀ। ਤੇ ਇਸ ਜਿਹੜੀ ਖੁਰਾਕ ਹੈ, ਅਸੀਂ ਇਸ ਖੁਰਾਕ ਨੂੰ ਸਹੀ ਤਰ੍ਹਾਂ ਗ੍ਰਹਿਣ, ਸੱਚੇ ਮਨ ਨਾਲ ਗ੍ਰਹਿਣ ਕਰਨਾ, ਉਹ ਤਦ ਹੀ ਗ੍ਰਹਿਣ ਕਰ ਸਕਦੇ ਹਾਂ ਜਦ ਅਸੀਂ ਇਹਨਾਂ ਵਿਕਾਰਾਂ ਤੋਂ ਬਚ ਸਕਾਂਗੇ। ਤੇ ਅਸੀਂ ਇਸ ਮਨ ਦੀ ਵਿਚਾਰ ਨੂੰ ਇੱਥੇ ਸੰਕੋਚਨੇ ਆ। ਤੁਸੀਂ ਇਸ ਵਿਚਾਰ ਨਾਲ ਸੰਬੰਧਿਤ ਜਾਂ ਕੋਈ ਵੀ ਵਿਚਾਰ ਜਾਂ ਸੁਝਾਅ ਸਾਨੂੰ ਈਮੇਲ ਦੇ ਰਾਹੀਂ ਭੇਜ ਸਕਦੇ ਹੋ। ਸਾਡਾ ਈਮੇਲ ਐਡਰੈਸ ਨੋਟ ਕਰ ਲਓ, ikonkar@zenetwork.com। ਤੁਸੀਂ ਆਪਣੇ ਵਿਚਾਰ ਸਾਨੂੰ SMS ਰਾਹੀਂ ਭੇਜ ਸਕਦੇ ਹੋ। ਤੁਹਾਨੂੰ ਬਸ ਇੰਨਾ ਕਰਨਾ ਹੈ, ਆਪਣੇ ਮੈਸੇਜ ਬਾਕਸ ਵਿੱਚ ਜਾ ਕੇ ਇੱਕ ਓਂਕਾਰ ਟਾਈਪ ਕਰਨਾ ਹੈ ਤੇ ਸਪੇਸ ਦੇ ਕੇ ਆਪਣਾ ਸਵਾਲ ਟਾਈਪ ਕਰਨਾ ਹੈ, ਆਪਣਾ ਨਾਮ ਤੇ ਜਿੱਥੋਂ ਤੁਸੀਂ ਭੇਜ ਰਹੇ ਹੋ ਉਹ ਜਗ੍ਹਾ ਮੈਸੇਜ ਕਰਨਾ ਹੈ ਤੇ ਭੇਜ ਦੇਣਾ 57575। ਬੀਬੀ ਸਤਨਾਮ ਕੌਰ ਜੀ, ਤੁਸੀਂ ਇੱਕ ਓਂਕਾਰ ਵਿੱਚ ਆਏ, ਤੁਹਾਡਾ ਬਹੁਤ ਬਹੁਤ ਧੰਨਵਾਦ ਜੀ। ਪੁੱਲਾ ਚੁੱਕਾ ਦੀ ਮਾਫੀ ਦਿਓ ਸੀਸਾਂ ਤੇ ਪਿਆਰ ਸਹਿਤ ਫਤਿਹ ਬੁਲਾਓ। ਵਾਹਿਗੁਰੂ ਜੀ का खालसा, वाहिगुरु जी की फतेह। अव्वल अल्लाह नूर पाया, कुदरत के सब बंदे, एक नूर ते सब जग उपजया, कौन भले तो मंदे।